अस्त्र छुट्टे कि काकस अस्त्र टुटे कि मेघा अस्त्र बरखे कि सूत्रा अस्त्र करखे। मैं अस्त्र ने ਜਿਹੜਾ ਹੰਸ ਦਾ ਅਸਤਰ ਹੈ, ਕਾਕ ਕੌਂ ਦਾ ਅਸਤਰ ਹੈ, ਇਹ ਅਸਤਰਾਂ ਦੇ ਨਾਮ ਫਿਰੀਆਂ ਇਹੋ ਕਿਤੇ हंस अस्त्र छुट्टे ਅਸਤਰ ਹੁੰਦੀ ਹੈ ਜਿਹੜਾ ਆਪਾਂ ਬੋਲਦੇ ਹਾਂ ਨਾ, ਇਹ ਅਸਤਰ ਹੁੰਦਾ ਆਵਾਜ਼। ਜਿਵੇਂ ਤੀਰ ਕਿੱਥੋਂ ਛੱਡਿਆ ਗਾਂਹ ਜਾ ਕੇ ਲੱਗਿਆ, ਇਵੇਂ ਜਿਹੜਾ ਬੋਲ ਆਵਾਜ਼ ਹੁੰਦੀ ਹੈ ਇਹ ਅਸਤਰ ਹੁੰਦਾ, ਸ਼ਸਤਰ ਨਹੀਂ ਹੁੰਦਾ। ਸ਼ਸਤਰ ਫੜ ਕੇ ਮਾਰੀ ਜਿਹੜੀ ਗੱਲ ਕਹੀ ਹੈ ਅਸਤਰ ਹੁੰਦਾ। ਹੰਸ ਜਿਹੜਾ ਹੈਗਾ ਅੰਦਰਲਾ ਬੋਲਦਾ ਅੰਤਰਾਤਮਾ ਦੀ ਆਵਾਜ਼ ਹੈ, ਇਹ ਹੰਸ ਅਸਤਰ ਹੈ। ਹੰਸ ਅਸਤਰ ਛੁੱਟੇ ਅੰਤਰਾਤਮਾ ਦੀ ਗੱਲ, ਸੱਚ ਦੀ ਗੱਲ ਜਦ ਇੱਕ ਪਾਸੋਂ ਹੋ ਰਹੀ ਹੈ, ਨਿਰਣਾਇਕ ਗੱਲ ਹੋ ਰਹੀ ਹੈ, ਠੀਕ ਗੱਲ ਹੋ ਰਹੀ ਹੈ, ਮੰਨਣ ਯੋਗ ਗੱਲ ਹੋ ਰਹੀ ਹੈ, ਉਹਨੂੰ ਕਾਕ ਅਸਤਰ ਦੇ ਨਾਲ ਕੱਟ ਰਹੇ ਨੇ। काक अस्त्र टुटे ਕਾਕ ਅਸਤਰ ਤੋੜ ਰਿਹਾ ਉਹਨੂੰ। ਕਾਕ ਅਸਤਰ ਨੂੰ ਉਹ ਕਾਵਾਂ ਰੌਲੀ ਪਈ ਹੋਈ ਹੈ ਨਾ, ਕਾਵਾਂ ਰੌਲੀ ਐਵੇਂ ਆਪਣੀਆਂ ਆਪਣੀਆਂ ਗੱਲਾਂ ਕਰੀ ਜਾਂਦੇ ਨੇ ਅਗਿਆਨੀ ਲੋਕ। ਜਗ ਕਊਆ ਮੁਖ ਚੁੰਚ ਗਿਆਨ, ਚੁੰਚ ਗਿਆਨੀ ਹੁੰਦੇ ਨੇ, ਉਹਨਾਂ ਕੋਲ ਕਾਕ ਅਸਤਰ ਹੁੰਦੇ ਨੇ। ਪਤਾ ਲੱਗਿਆ ਉੱਥੇ ਕੀ ਹੈ ਲਿਖਿਆ? ਜਗ ਕਊਆ। ਜਿੰਨੀਆਂ ਲੋਕ ਆਮ ਗੱਲਾਂ ਕਰਦੇ ਨੇ, ਜਿਵੇਂ ਕੌਂ ਕਾਂ ਕਾਂ ਕਰਦੇ ਹੁੰਦੇ ਨੇ, ਉਹ ਕਾਂ ਕਾਂ ਹੁੰਦੀ ਹੈ। ਗੁਰਦੁਆਰੇ 'ਚ 5 ਮਿੰਟ ਚੁੱਪ ਕਰ ਜਾਓ, ਕਾਂ ਕਾਂ ਹੋਣ ਲੱਗ ਜਾਂਦੀ ਹੈ। ਉਹ ਕਾਂ ਕਾਂ ਕੌਂ ਹੁੰਦੇ ਨੇ ਸਾਰੇ, ਚਾਹੇ ਗੁਰਮਤਿ ਹੀ ਬੋਲਦੇ ਹੁਣ, ਕੋਈ ਰਾਏ ਦਿੰਦੇ ਹੁਣ, ਉਹ ਕਾਂ ਕਾਂ ਹੁੰਦੀ ਹੈ। ਉਹ ਜਿਹੜੀ ਕਾਂ ਕਾਂ ਹੋਣ ਲੱਗੀ ਸੀ ਨਾ, ਜਦੋਂ ਕੋਈ ਅਕਲ ਦੀ ਗੱਲ ਕੀਤੀ ਤਾਂ ਉਹ ਸਾਰੇ ਟੁੱਟ ਗਏ, ਉਹਨਾਂ ਕੋਲ ਕੋਈ ਜਵਾਬ ਨਹੀਂ, ਚੁੱਪ ਕਰਾਤੇ। कि हंस अस्त्र छुट्टे कि काका अस्त्र टुटे। ਕਾਕ ਇੱਧਰੋਂ ਹੰਸਾਸਤਰ ਛੁੱਟਿਆ ਤੇ ਕਾਕ ਅਸਤਰ ਟੁੱਟ ਗਏ ਸਾਰੇ, ਉਹਨਾਂ ਦੀ ਬੋਲਤੀ ਬੰਦ ਹੋ ਗਈ। कि मेघा अस्त्र बरखे कि सूत्रा अस्त्र करखे। ਇਦੋਂ ਉੱਪਰ ਗਈ ਫਿਰ ਮੇਘਾ ਅਸਤਰ, ਗੁਰਬਾਣੀ ਦੀ ਪਿਓਰ ਗੁਰਬਾਣੀ ਦੀ ਗੱਲ ਆਈ। ਪਹਿਲਾਂ ਤਾਂ ਉਹਨੂੰ ਇਹ ਰੌਲਾ ਪਾਉਣਾ ਕਿ ਕੋਈ ਅਕਲ ਦੀ ਗੱਲ ਕਰ ਜੇ, ਜਿਹਦੇ ਕੋਲ ਕੋਈ ਅਕਲ ਦੀ ਗੱਲ ਹੈਗੀ ਉਹ ਕੱਲਾ ਕਰੇ, ਕੱਲਾ ਕੱਲਾ ਕਰੋ ਉੱਠ ਕੇ, ਫਿਰ ਕੋਈ ਤਿਆਰ ਨਹੀਂ ਉੱਠਣ ਨੂੰ। ਹਾਂ ਉਹ ਰੌਲਾ ਸਾਰੇ ਪਾਈ ਜਾਂਦੇ ਹੁੰਦੇ ਬੈਠੇ ਵੀ ਕੋਈ ਗੁਰਬਾਣੀ ਦੀ ਗੱਲ ਕਰੋ, ਕੋਈ ਜੇ ਹੈ ਠਿਕਾਣੇ ਦੀ ਗੱਲ ਕਰੋ, ਜਿਹੜੀ ਸਾਰਿਆਂ ਨੂੰ ਸਮਝ ਵਾਲੀ ਗੱਲ ਹੋਵੇ। ਉਹ ਤੋਂ ਬਾਅਦ ਫਿਰ ਗੁਰਬਾਣੀ ਦੀ ਇਹ ਤਾਂ ਹੋਈ ਨਾ ਹੰਸਾਸਤਰ, ਹੰਸ ਅਸਤਰ, ਹੰਸਾਸਤਰ, ਹੰਸ ਦਾ ਅਸਤਰ, ਹੰਸ ਦੀ ਬੋਲੀ ਹੋਈ ਗੱਲ। ਗੱਲ ਕੋਈ ਅਕਲ ਦੀ ਕਰੋ, ਲੜਾਈ ਦੀ ਨਾ ਕਰੋ, ਗੱਲ ਕਰੋ ਜਿਹੜੀ ਸਾਰਿਆਂ ਨੂੰ ਪ੍ਰਮਾਣ ਹੋਵੇ। ਸੱਚ ਦੀ ਗੱਲ ਕਰੋ, ਕੋਈ ਵਿਰੋਧ ਦੀ ਗੱਲ ਕੀ ਹੈ? ਲੜਾਈ ਮਿਟਾਉਣ ਵਾਲੀ ਗੱਲ ਕਰੋ, ਲੜਾਈ ਵਧਾਉਣ ਵਾਲੀ ਗੱਲ ਤਾਂ ਕੋਈ ਉਹ ਗੱਲ ਨੂੰ। कि मेघा अस्त्र बरखे। ਫਿਰ ਮੇਘਾ ਅਸਤਰ ਬਰਖੂ ਵਰਖਿਆ, ਫਿਰ ਗੁਰਬਾਣੀ ਦੀ ਗੱਲ ਚੱਲੀ, ਉਦੋਂ ਉਪਲੀ ਚੱਲ ਮੇਘਾ ਅਸਤਰ। ਇਹਦਾ ਮਤਲਬ ਇਹ ਹੋਇਆ ਕਿ ਹੰਸ ਦੇ ਅਸਤਰ ਤੋਂ ਮੇਘਾ ਅਸਤਰ ਉੱਪਰ ਦੀ ਗੱਲ ਹੁੰਦੀ ਹੈ। ਹਿੰਦੂ ਹੰਸ ਤੋਂ ਉੱਪਰ ਹੈ ਹੀ ਨਹੀਂ ਕੋਈ, ਪਰਮਾਨੰਦ ਹੰਸ ਇਹੀ ਹੁੰਦੇ ਨੇ। ਉਹ ਜਿਹੜੇ ਸੰਤ ਗੱਲਾਂ ਕਰਦੇ ਨੇ ਇਹਨਾਂ ਦੀਆਂ ਰੋਜ਼, ਉਹ ਹੰਸੇ ਨੇ ਸਾਰੀ। ਜਿਹੜੀਆਂ ਟੀਵੀ ਤੇ ਗੱਲਾਂ ਹੁੰਦੀਆਂ ਨੇ ਸਾਰੇ ਹੰਸੇ ਨੇ ਸੰਤ। ਚੰਗੀਆਂ ਗੱਲਾਂ ਕਰਦੇ ਨੇ, ਗੱਲਾਂ ਤਾਂ ਚੰਗੀਆਂ ਹੀ ਹੁੰਦੀਆਂ ਨੇ, ਪਰ ਉਹ ਕੋਈ ਪਤੇ ਦੀ ਗੱਲ ਨਹੀਂ ਹੁੰਦੀ ਹੈ, ਆਤਮ ਗਿਆਨ ਦੀ ਕੋਈ ਗੱਲ ਨਹੀਂ ਹੁੰਦੀ। ਜਨਰਲ ਗੱਲਾਂ ਹੁੰਦੀਆਂ ਨੇ, ਜਨਰਲ ਗੱਲਾਂ, ਲੋਕ ਭਲਾਈ ਦੀਆਂ ਗੱਲਾਂ, ਸਮਾਜ ਦੇ ਵਿੱਚ ਸੁਖ ਸ਼ਾਂਤੀ ਕਿਵੇਂ ਰਹੂਗੀ, ਸਮਝਿਆ ਨਹੀਂ, ਮੇਲ ਜੋਲ ਕਿਵੇਂ ਰਹੂਗਾ, ਇਹ ਜਿਹੀਆਂ ਗੱਲਾਂ ਵੀ ਇਹ ਹੰਸ ਅਸਤਰ ਹੈ। ਹੰਸ ਕਿਸੇ ਨਾਲ ਲੜਦਾ ਨਹੀਂ, ਕਦੇ ਕਿਸੇ ਨੇ ਦੇਖਿਆ ਹੋਊਗਾ। ਹੰਸਾਂ ਦੀ ਲੜਾਈ ਨਹੀਂ ਹੁੰਦੀ, ਆਪਸ ਵਿੱਚ ਵੀ ਨਹੀਂ ਹੰਸ ਲੜਦੇ, ਸਾਰੇ ਜਾਨਵਰ ਲੜਦੇ ਨੇ, ਹੰਸ ਨਹੀਂ ਲੜਦੇ ਕਦੇ। ਹੰਸਾਂ ਦੀ ਅੱਬਲ ਤਾਂ ਹੰਸ ਹੁੰਦੇ ਹੀ ਬਹੁਤ ਘੱਟ ਨੇ, ਤੇ ਹੰਸਾਂ ਦੇ ਲੜਨ ਦੀ ਗੱਲ ਨਹੀਂ ਆਈ ਕਦੇ, ਕਿਤੇ ਵੀ ਨਹੀਂ ਆਈ। ਮੇਘਾ ਅਸਤਰ ਵਰਖੇ। ਮੇਘਾ ਅਸਤਰ ਵਰਖੇ, ਮੇਘ ਤਾਂ ਵਰਖਾ ਹੀ ਪਾਉਂਦਾ। ਫਿਰ
ਹੰਸ ਦੇ ਵੀ ਉੱਤੇ ਵਰਖਾ ਪਾਈ ਹੈ, ਕਿਉਂਕਿ ਹੰਸ ਦੇ ਉੱਪਰਲੀ ਗੱਲ ਹੈ ਨਾ, ਤਾਂ ਵਰਖੇ ਆਇਆ। ਹੰਸ ਦੀ ਗੱਲ ਵੀ ਉੱਚੀ ਹੈ, ਚੰਗੀ ਗੱਲ ਹੈ, ਮਾੜੀ ਨਹੀਂ ਹੈ, ਪਰ ਉਹ ਤਾਂ ਉੱਪਰ ਦੀ ਗੱਲ ਹੈ। ਵਰਖੇ ਮੇਘਾ ਅਸਤਰ ਵਰਖੇ, ਉਹਨਾਂ ਦੀ ਬਾਰਿਸ਼ ਹੋਈ। ਫਿਰ ਯਾਨੀ ਫਿਰ ਗੁਰਮਤ ਦੀ ਗੱਲ, ਆਤਮ ਗਿਆਨ ਦੀ ਗੱਲ ਚੱਲੀ। ਸ਼ੁਕਰਾਸਤਰ ਕਰਖੇ, ਉਹਨੂੰ ਸ਼ੁਕਰਾਸਤਰ, ਜਿਹੜੇ ਸ਼ੁਕਰ ਹੈ ਰਾਖਸ਼ਾਂ ਦਾ ਰਾਜਾ, ਰਾਖਸ਼ਾਂ ਦਾ ਗੁਰੂ ਸ਼ੁਕਰ ਹੈ ਨਾ, ਜਿਹੜਾ ਤਾਂ ਵੀਰਵਾਰ ਹੈ, ਗੁਰੂਵਾਰ ਜਿਹਨੂੰ ਕਹਿੰਦੇ ਆ, ਉਹ ਤਾਂ ਦੇਵਤਿਆਂ ਦਾ ਗੁਰੂਵਾਰ ਜਿਹਨੂੰ ਆਪਾਂ ਕਹਿੰਦੇ ਆ ਨਾ, ਇਹ ਦੇਵਤਿਆਂ ਦਾ। ਉਦੋਂ ਗਾਹਾਂ ਦਾ ਦਿਨ ਹੁੰਦਾ ਨਾ ਜੁਮਾ, ਸ਼ੁੱਕਰਵਾਰ, ਉਹਨੂੰ ਮੁਸਲਮਾਨ ਮੰਨਦੇ ਨੇ। ਮੁਸਲਮਾਨ ਨਮਾਜ਼ ਸ਼ੁੱਕਰਵਾਰ ਨੂੰ ਪੜ੍ਹਦੇ ਨੇ, ਜੁਮੇ ਦੀ। ਉਹ ਜੁਮੇ ਨੂੰ ਮੰਨਦੇ ਨੇ ਗੁਰੂਵਾਰ, ਉਹ ਰਾਖਸ਼ਾਂ ਦਾ ਗੁਰੂ ਮੰਨਿਆ ਹੈ। ਹੁਣ ਜਦ ਗੁਰਬਾਣੀ ਦੀ ਗੱਲ ਨੂੰ ਕੱਟਣਾ ਸੀ, ਉਹੀ ਕੱਟਦਾ, ਦੇਵਤੇ ਤਾਂ ਕੱਟਦੇ ਨਹੀਂ। ਦੇਵਤਿਆਂ ਦੀ ਤਾਂ ਆਪਣੇ ਵੇਦ ਦੀ ਗੱਲ ਹੈ, ਵੇਦ ਦੀ ਗੱਲ ਦੇਵਤੇ ਕਿਵੇਂ ਕੱਟਣਗੇ? ਹਾਂ, ਦੇਵਤੇ ਨੀਵੀਂ ਪਾ ਲੈਂਦੇ ਹੁੰਦੇ ਨੇ, ਕੱਟਦੇ ਨਹੀਂ ਹੁੰਦੇ। ਦੇਵਤੇ ਜਿਹੜੇ ਨੇ ਨੀਵੀਂ ਤਾਂ ਪਾ ਲੈਂਦੇ ਨੇ। ਜਦ ਉੱਚੀ ਗੱਲ ਆਉਂਦੀ ਹੈ, ਆਤਮਾ ਦੀ ਗੱਲ ਆਉਂਦੀ ਹੈ, ਉੱਚੇ ਲੈਵਲ ਗਿਆਨ ਦੀ ਗੱਲ ਹੁੰਦੀ ਹੈ, ਨੀਵੀਂ ਤਾਂ ਜ਼ਰੂਰ ਪਾ ਲੈਂਦੇ ਨੇ, ਮੰਨ ਵੀ ਲੈਂਦੇ ਨੇ ਵੀ ਹਾਂ ਇਹ ਗੱਲ ਵੀ ਇਹ ਠੀਕ ਹੈ। ਇਹ ਵੀ ਕਹਿੰਦੇ ਨੇ ਉਦੋਂ ਉੱਤੇ ਦੀ ਗੱਲ ਮੰਨ ਵੀ ਲੈਂਦੇ ਨੇ, ਪਰ ਉਹ ਵਿਰੋਧ ਕਰ ਦਿੰਦੇ ਨੇ, ਕਿਉਂ? ਕੁਰਾਨ ਤੇ ਉੱਤੇ ਦੀ ਗੱਲ ਚਲੀ ਗਈ ਨਾ। ਕੁਰਾਨ ਨੂੰ ਉਹ ਸੁਪਰੀਮ ਮੰਨਦੇ ਨੇ। ਕੁਰਾਨ ਦੇ ਉੱਤੇ ਦੀ ਗੱਲ ਹੈ, ਜਿਹੜੀ ਗੱਲ ਕੁਰਾਨ ਨੂੰ ਵੀ ਕੱਟ ਦੇਵੇ, ਉਹਨੂੰ ਮੁਸਲਮਾਨ ਨੂੰ ਮੰਨਣਾ ਔਖਾ ਹੋ ਜਾਂਦਾ। ਫਿਰ ਸ਼ੁਕਰ ਦੇ ਅਸਤਰ ਫਿਰ ਚਲੇ, ਜਿਹੜੇ ਵਿੱਚ ਸਾਰੇ ਬੈਠੇ ਹੁੰਦੇ ਨੇ। ਹਾਂ, ਉਹਨੇ ਫਿਰ ਕਰਖਿਆ। ਸ਼ੁਕਰਾਸਤਰ ਵੀ ਜਿਹੜੇ ਚੱਲਦੇ ਸੀ, ਯਾਨੀ ਜਿਹੜੇ ਸ਼ੁਕਰਾਂ ਦੇ ਜਿਹੜੇ ਮਨਮੁਖ ਜਿਹੜੇ ਗੱਲਾਂ ਕਰਦੇ ਸੀ, ਮਨਮੁਖਾਂ ਦੀਆਂ ਗੱਲਾਂ ਵੀ ਪਿਛੇ ਤੱਕਦੀਆਂ। ਆਕਰਖਣ ਹੁੰਦਾ ਪਿਛੇ ਤੱਕਦੇ। ਕੀ ਸਾਵੰਤਰ ਸੱਜੇ, ਕੀ ਵਿਓਮ ਅਸਤਰ ਗੱਜੇ। ਇਹ ਦੇਵਤਿਆਂ ਦੀਆਂ ਗੱਲਾਂ, ਹੰਸ ਜਿਹੜੇ ਸੀ ਦੇਵਤੇ ਹੀ ਸੀ ਨਾ, ਹੰਸੇ ਦੇਵਤੇ ਹੁੰਦੇ ਨੇ। ਕੀ ਹੰਸਾਂ ਦੀਆਂ ਗੱਲਾਂ ਦੇਵਤਿਆਂ ਦੀਆਂ, ਕੀ ਉਹ ਰਾਖਸ਼ਾਂ ਦੀਆਂ, ਸ਼ੁਕਰ ਦੀਆਂ ਗੱਲਾਂ, ਸਾਰੀਆਂ ਹੀ ਥੱਲੇ ਰਹਿ ਗਈ। ਜਦ ਮੇਘ ਵਰਸਿਆ, ਫਿਰ ਤਾਂ ਮਿੱਟੀ ਮੁਸਲਮਾਨ ਕੀ ਪੇੜੇ ਪਈ, ਘੁਮਿਆਰ ਵੀ ਆ ਗਈ ਵਿੱਚ। ਜਿਹੜਾ ਮੁਸਲਮਾਨਾਂ ਨੇ ਕਿਹਾ ਸੀ ਬਈ ਜਦੋਂ ਇਹ ਆਤਮਾ ਰੋਜ਼ੇ ਕਿਆਮਤ ਹੋਊਗਾ, ਉਦੋਂ ਇਹਦਾ ਹਿਸਾਬ ਹੋਊਗਾ। ਹਾਲੇ ਇਹ ਆਤਮਾ ਆਪਣੀ ਜਿੱਥੇ ਕਬਰ ਹੈ ਉੱਥੇ ਰਹੂਗੀ, ਉੱਥੇ ਕਬਰ ਤੇ ਪਹਿਰਾ ਦਊ, ਜਿੰਨਾ ਚਿਰ ਰੋਜ਼ੇ ਕਿਆਮਤ ਨਹੀਂ ਹੁੰਦਾ। ਰੋਜ਼ੇ ਕਿਆਮਤ ਦੇ ਵਿੱਚ ਜਿੰਨਾ ਚਿਰ ਸੰਸਾਰ ਹੈਗਾ, ਰੋਜ਼ੇ ਕਿਆਮਤ ਨਹੀਂ ਹੈ। ਸੰਸਾਰ ਖਤਮ ਹੋ ਜਾਊਗਾ, ਫਿਰ ਇਹਦਾ ਹਿਸਾਬ ਹੋਊਗਾ। ਉਹ ਤੋਂ ਬਾਅਦ ਇਹਨੂੰ ਕੀ, ਇਹਦੇ ਹਿਸਾਬ ਦੇ ਵਿੱਚ ਇਹਨੂੰ ਨਰਕ, ਜੰਨਤ ਜਾਣਾ, ਦੋਜ਼ਖ ਜਾਣਾ, ਉਹ ਹਿਸਾਬ ਜਦ ਹੋਊ। ਉਹਨਾਂ ਚਿਰ ਆਪਣੇ ਇਹ ਕਬਰ ਦੇ ਉੱਤੇ ਰਹੂ। ਧਿਆਨ ਇਹ ਗੱਲ ਦਾ ਰੱਖੋ, ਇਹਦੀ ਕਬਰ ਦੀ ਮਿੱਟੀ ਹੈ ਜਿਹੜੀ ਨਾ ਜਲ ਜਾਵੇ। ਕਬਰ ਦੇ ਉੱਤੇ ਕੋਈ ਅੱਗ ਨਾ ਜਲ ਦੇਵੇ, ਜਾਂ ਕਬਰ ਦੇ ਉੱਤੇ ਕਿਸੇ ਤਰੀਕੇ ਨਾਲ ਮਿੱਟੀ ਨਾ ਜਲ ਜਾਵੇ ਤੇਰੀ ਸਰੀਰ ਦੀ। ਜੇ ਮਿੱਟੀ ਜਲ ਗਈ, ਦੋਜ਼ਖ ਚਲਾ ਜਾਏਗਾ। ਉਹ ਕੁਦਰਤ ਐਸੀ ਹੋਈ, ਕਿਸੇ ਜਗ੍ਹਾ ਕਬਰਾਂ ਹੋਣੀਆਂ ਨੇ ਪਹਿਲਾਂ, ਉੱਥੇ ਕਿਤੇ ਘੁਮਿਆਰ ਮਿੱਟੀ ਲਿਆਉਣ ਲੱਗ ਗਏ। ਚਿਕਨੀ ਮਿੱਟੀ ਹੋਊਗੀ, ਉਹ ਘੜੇ ਬਣਾਉਣ ਵਾਲੀ, ਭਾਂਡੇ ਬਣਾਉਣ ਵਾਲੀ, ਇੱਟਾਂ ਬਣਾਉਣ ਵਾਲੀ। ਉਹ ਜਦ ਕਾਫੀ ਡੂੰਘੀ ਲੈ ਕੇ ਪੱਟ ਕੇ ਉਹ, ਤਾਂ ਥੱਲੇ ਕਬਰ ਦੀ ਮਿੱਟੀ ਆ ਗਈ, ਵਿੱਚ ਕਿਤੇ ਉਹ ਰਲ ਗਈ। ਉਹ ਰਲ ਗਈ ਤਾਂ ਆਤਮਾ ਪੁਕਾਰ ਕਰਦੀ ਸੀ। ਗੁਰੂ ਨਾਨਕ ਨੇ ਦੇਖੀ ਸੀ, ਉਹ ਗੱਲ ਕਹੀ ਸੀ। ਤਾਂ ਮਿੱਟੀ ਮੁਸਲਮਾਨ ਦੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬਪੜੀ, ਜੜ ਜੜ ਪੈਣ ਅੰਗਿਆਰ। ਨਾਨਕ ਜਿਸ ਕਾਰਨ ਕਰਤੇ ਕੀਆ, ਸੋ ਜਾਣੇ ਕਰਤਾਰ। ਇਹ ਕਿਉਂ ਮਿੱਟੀ ਪਾਤੀ ਪੇੜੇ 'ਚ, ਕਿਉਂ ਜਲਦੀ ਹੈ, ਤਾਂ ਮੈਂ ਨਹੀਂ ਕਹਿ ਸਕਦਾ। ਇਹਦਾ ਕਰਤਾਰ ਨੇ ਕਿਉਂ ਕੀਤਾ, ਇਹ ਤਾਂ ਉਹੀ ਜਾਣਦਾ। ਪਰ ਇਹ ਮੈਂ ਦੇਖਿਆ, ਉਹ ਵਿਚਾਰਾ ਰੋਂਦਾ ਸੀ, ਆਤਮਾ ਰੋਂਦੀ ਵੀ ਮੇਰੀ ਮਿੱਟੀ ਜਲ ਗਈ, ਮੈਨੂੰ ਹੁਣ ਦੋਜ਼ਖ ਪਊ ਜਾਣਾ।
ਇਹ ਗੱਲ ਬਿਲਕੁਲ ਝੂਠ ਹੈ, ਇਹ ਵਹਿਮ ਪਾਇਆ ਤੁਸੀਂ। ਤੋ ਤਾਂ ਫਿਰ ਸ਼ੁਕਰ ਵੀ ਥੱਲੇ ਆ ਗਿਆ। ਫਿਰ ਹੁਣ ਸ਼ੁਕਰ ਜਸਟੀਫਾਈ ਕਰੇ ਇਸ ਗੱਲ ਨੂੰ, ਜਿਹੜਾ ਉਹਨਾਂ ਦਾ ਗੁਰੂ ਹੈ, ਵੀ ਇਹ ਮਿੱਟੀ ਜਲਣ ਨਾਲੋਂ ਦੋਜ ਕਿਤੇ ਲੈ ਜਾਊਗਾ। ਇਹ ਐਡਾ ਹੀ ਬਿਲਕੁਲ ਆਲਸੀ ਹੈ ਫਿਰ ਉਹ ਖੁਦਾ, ਕਿ ਹਿਸਾਬ ਕਰਦਾ ਹੀ ਨਹੀਂ। ਹੁਣ ਵਿਹਲਾ ਬੈਠਾ ਕੀ ਕਰਦਾ? ਫਿਰ ਕੋਈ ਆਦਮੀ ਸਿਆਣਾ ਕੋਈ ਕੰਮ ਜਮ੍ਹਾਂ ਕਰਦਾ ਹੁੰਦਾ ਹੈ, ਬਈ ਮੈਂ ਫਾਈਲਾਂ ਸਾਰੀਆਂ ਜਮ੍ਹਾਂ ਕਰ ਲਾਂ, ਇਕੱਠਾ ਹਿਸਾਬ ਕਰ ਦੂੰਗਾ। ਇਹ ਤੋਂ ਬੜਾ ਆਲਸੀ ਕੌਣ ਹੋਊਗਾ? ਆਲਸੀ ਹੋਣਾ ਤਾਂ ਭਗਤਾਂ ਨੂੰ ਵੀ ਨਹੀਂ ਲਿਖਿਆ। ਆਲਸ ਤਾਂ ਆਦਮੀ ਵੀ ਆਲਸੀ ਤਾਂ ਚੰਗਾ ਨਹੀਂ, ਉਹਨਾਂ ਦਾ ਖੁਦਾ ਹੀ ਆਲਸੀ ਹੈ। ਮੈਂ ਉਹਨਾਂ ਨੂੰ ਇਹ ਕਹਿੰਦਾ ਵੀ ਤੁਹਾਡਾ ਤਾਂ ਖੁਦਾ ਹੀ ਆਲਸੀ ਹੈ, ਤੁਸੀਂ ਤਾਂ ਆਲਸੀ ਹੋ ਨਹੀਂ, ਤੁਸੀਂ ਆਲਸ ਦੇ ਖਿਲਾਫ ਹੋ, ਖੁਦਾ ਤੁਹਾਡਾ ਆਲਸੀ ਹੈ। ਮੈਨੂੰ ਨਹੀਂ ਸਮਝ ਆਉਂਦੀ ਵੀ ਖੁਦਾ ਦੇ, ਤੁਸੀਂ ਖੁਦਾ ਦੀ ਰੀਸ ਕਰੋ। ਤੁਸੀਂ ਕੰਮ ਜਦੇ ਕਰਿਓ ਜਦ ਹੋ ਰੋਜੇ ਕੰਮ ਛੱਡੋ ਪਰੇ, ਜਦ ਉਹ ਟੰਗ ਤੇ ਨਹੀਂ ਬੈਠਾ ਤੁਸੀਂ ਕਿਉਂ ਨਹੀਂ ਬਹਿੰਦੇ? ਫਿਰ ਉਹ ਚੁੱਪ ਕਰ ਜਾਂਦੇ। ਇਹ ਉਪਦੇਸ਼ ਗਲਤ ਦਿੱਤਾ ਹੈ ਤੁਹਾਨੂੰ, ਪਤਾ ਨਹੀਂ ਸੀ ਖੁਦਾ ਬਾਰੇ ਕੁਝ ਵੀ, ਅੰਟ ਸੰਟ ਲਿਖ ਦਿੱਤਾ। ਖੁਦਾ ਬਾਰੇ ਕੋਈ ਗਿਆਨ ਨਹੀਂ ਸੀ, ਕੁਝ ਵੀ ਲਿਖ ਦਿੰਦਾ। ਜਿਹਦੇ ਬਾਰੇ ਗਿਆਨ ਨਹੀਂ ਹੁੰਦਾ ਕੁਝ ਵੀ ਲਿਖ ਦਿੰਦਾ ਆਦਮੀ। ਇਹ ਗਲਤ ਲਿਖਿਆ ਹੋਇਆ, ਉਹ ਵਿਚਾਰੇ ਚੁੱਪ ਕਰ ਜਾਂਦੇ। ਨਾ ਤਾਂ ਗਲਤ ਕਹਿ ਸਕਦੇ ਨੇ, ਨਾ ਠੀਕ ਸਾਬਤ ਕਰ ਸਕਦੇ ਨੇ। ਇਸ ਕਰਕੇ ਜਦੋਂ ਮੇਘਾ ਬੋਲਦਾ, ਮੇਘ ਵਰਸਦਾ, ਉਹ ਫਿਰ ਦੋਹਾਂ ਦੀਆਂ ਗਲਤੀਆਂ ਕਹਿ ਦਿੰਦਾ, ਦੋਹਾਂ ਦੀਆਂ ਹੀ ਕਮੀਆਂ ਕਹਿ ਦਿੰਦਾ। ਉਹ ਚਾਹੇ ਮੁਸਲਮਾਨ ਸੀ, ਉਹ ਆਪੇ ਬੈਕਫੁੱਟ ਤੇ ਚਲਾ ਗਿਆ, ਅਕਰਖੇ ਪਿੱਛੇ ਚਲਾ ਗਿਆ। ਅਕਰਖੇ ਸੂਤਰਾਸਤਰ ਕਰਖੇ, ਸ਼ੁਕਰ ਨੇ ਜਿਹੜੇ ਅਸਤਰ ਛੱਡੇ ਸੀ ਵਾਪਸ ਲੈ ਲਏ ਲਫ਼ਜ਼ ਆਪਣੇ। ਇਹ ਚੁੱਪ ਕਰ ਗਿਆ ਤਾਂ ਵੀ ਵਾਪਸ ਲੈ ਲਏ। ਅਕਰਖ ਹੁੰਦਾ ਸਾਹ ਨੂੰ ਪਿੱਛੇ ਖਿੱਚਣਾ, ਜਿਹੜਾ ਨਾ ਸਾਹ ਪਖੇਦਿਆ ਨਾ, ਆਕਰਖਣ ਕਹਿੰਦੇ ਨੇ। ਆਕਰਖਣ ਸੰਸਾਰ ਬਾਹਰ ਕੱਢਿਆ ਹੋਇਆ ਪਰਮੇਸ਼ਰ ਦਾ, ਇਹਨੂੰ ਕਹਿੰਦੇ ਉਦਕਰਖ। ਜਬ ਉਦਕਰਖ ਕਰਾ ਕਰਤਾਰਾ, ਪਰਜਾ ਧਰਤ ਤਾ ਦੇਹ ਅਪਾਰਾ। ਜਦ ਆਪਣੇ ਵਿੱਚੋਂ ਉਹ ਆਕਰਖ ਕਰ ਦਿੰਦਾ ਹੈ ਨਾ, ਉਦਕਰਖ ਕਰ ਦਿੰਦਾ, ਉਲਟੀ ਕਰ ਦਿੰਦਾ। ਉਲਟੀ ਨਹੀਂ ਕਰਦੇ ਆਪਾਂ, ਉਲਟੀ ਕਰਕੇ ਸਭ ਕੁਝ ਬਾਹਰ ਆ ਜਾਂਦਾ। ਇਹ ਉਹਦੀ ਉਲਟੀ ਕੀਤੀ ਹੋਈ ਆ ਜੋ ਬਾਹਰ ਆਇਆ ਸਭ ਕੁਝ। ਜਬ ਆਕਰਖ ਕਰਤ ਹੋ ਕਬ ਹੂੰ, ਜਦ ਤੂੰ ਇਹਨੂੰ ਆਕਰਖ ਕਰੇਗਾ ਆਪਣੇ ਬੋਲ ਫਿਰ ਮੂੰਹ 'ਚ ਪਾ ਲਏਗਾ। ਕਹਿੰਦੇ ਆਪਣੇ ਬੋਲ ਮੈਂ ਮੂੰਹ 'ਚ ਪਾਉਣਾ, ਉਹੀ ਆਕਰਖੇ ਹੁੰਦਾ। ਕਰਤ ਹੋ ਕਾਬੂ ਤੁਮ ਮੈਂ ਮਿਲਤ ਦੇ ਧਰ ਸਭੂ, ਸਾਰਾ ਕੁਝ ਫਿਰ ਤੇਰੇ ਵਿੱਚ ਮਿਲ ਜਾਂਦਾ। ਇਸ ਕਰਕੇ ਆਕਰਖ ਦਾ ਮਤਲਬ ਹੁੰਦਾ ਜਿੱਥੋਂ ਚੀਜ਼ ਆਈ ਸੀ, ਜਿੱਥੋਂ ਲਫ਼ਜ਼ ਆਏ ਸੀ ਉੱਥੇ ਵਾਪਸ ਲੈ ਲਏ ਉਹਨੇ, ਵੀ ਮੈਂ ਆਪਣੇ ਲਫ਼ਜ਼ ਵਾਪਸ ਲੈਣਾ। ਕਹਿੰਦੇ ਨੇ ਨਾ ਕੁਛ ਬਿਆਨ ਗਲਤ ਦੇ ਕੇ, ਜਦ ਕਿਹਾ ਮੈਂ ਆਪਣੇ ਲਫ਼ਜ਼ ਵਾਪਸ ਲੈਣਾ, ਜਲ ਗੱਲ ਖਤਮ ਹੋ ਗਈ। ਇਸ ਕਰਕੇ ਉਹ ਜਿਹੜਾ ਸ਼ੁਕਰ ਸੀ ਉਹ ਅਕਰਖ ਲੈ ਉਹਨੇ ਆਪਣੇ ਲਫ਼ਜ਼। ਕੀ ਸਾਹ ਅੰਤਰ ਸੱਜੇ, ਕੀ ਵਿਉਮ ਅਸਤਰ ਗੱਜੇ। ਕੀ ਕਹਿੰਦੇ ਜਿਹੜੇ ਯੋਧੇ ਨੇ ਸਾਰੇ ਸਜੇ ਹੋਏ ਨੇ ਆਪਣੇ ਆਪਣੇ, ਜੋ ਵੀ ਧਰਮ ਹੈ, ਜੋ ਵੀ ਉਹਨਾਂ ਦੀ ਵਰਦੀ ਹੈ, ਜੋ ਵੀ ਉਹਨਾਂ ਦਾ ਭੇਖ ਹੈ, ਉਹਦੇ ਨਾਲ ਜੋ ਉਹਨਾਂ ਦੇ ਚਿੰਨ੍ਹ ਨੇ ਸਜੇ ਹੋਏ ਨੇ ਸਾਰੇ। ਕਿ ਵਿਉਮ ਅਸਤਰ ਗੱਜੇ, ਕਿ ਵਿਉਮ ਅਸਤਰ ਗੱਜੇ, ਕਿਉਂਕਿ ਵਿਉਮ ਅਸਤਰ ਗੱਜਦਾ ਸੀ। ਵਿਉਮ ਬਾਣੀ, ਵਿਉਮ ਅਸਤਰ ਹੈ ਵਿਉਮ ਬਾਣੀ। ਜਦੋਂ ਮੇਘਾ ਵਰਸਦਾ ਵਿਉਮ ਬਾਣੀ ਗੱਜਦੀ ਹੈ, ਉਹ ਵਿਉਮ ਬਾਣੀ ਆਕਾਸ਼ ਬਾਣੀ। ਵਿਉਮ ਅਸਤਰ ਗੱਜੇ। ਕਿ ਜੱਛਾ ਅਸਤਰ ਛੁੱਟੇ, ਕਿ ਕਿੰਨਰਾ ਅਸਤਰ ਮੁੱਕੇ। ਜਿਹੜੇ ਜੱਛ ਸੀਗੇ, ਜੱਛ ਗੰਧਰਵ, ਇਹ ਵੀ ਗੱਲਾਂ ਕਰਦੇ ਨੇ ਗਿਆਨ ਦੀਆਂ। ਜਿਹੜੇ ਇਹਦੇ ਅਵਤਾਰ ਨੇ ਨਾ, ਬ੍ਰਹਮਾ ਦੇ ਉਪ ਅਵਤਾਰ, ਬ੍ਰਹਮਾ ਦੇ ਉਪ ਅਵਤਾਰਾਂ ਦੀਆਂ ਗੱਲਾਂ ਜੱਛ ਗੰਧਰਵ ਗਾਉਂਦੇ ਹੁੰਦੇ ਨੇ। ਬੁੱਧੀਆਂ ਦਾ ਗਿਆਨ ਦੀਆਂ ਗੱਲਾਂ ਨੇ, ਪਰ ਪੂਰੇ ਗਿਆਨ ਦੀਆਂ ਨਹੀਂ ਹੁੰਦੀਆਂ ਗੱਲਾਂ। ਚੰਗੇ ਹੁੰਦੇ ਨੇ, ਬ੍ਰਹਮਾ ਦੇ ਉਪ ਅਵਤਾਰ ਹੁੰਦੇ ਨੇ, ਜਾਂ ਉਪ ਅਵਤਾਰ ਤੋਂ ਵੀ ਥੋੜ੍ਹੇ ਜਿਹੇ ਥੱਲੇ ਦੀਆਂ ਗੱਲਾਂ ਹੁੰਦੀਆਂ ਨੇ। ਕਵੀ ਵੀ ਕਈ ਦੇਖੋ ਨਾ, ਗਾਲਬ ਕਵੀ ਕਿੰਨਾ ਵਧੀਆ ਕਵੀ ਸੀ, ਕਿੰਨੀਆਂ ਟੌਪ ਦੀਆਂ ਗੱਲਾਂ ਕਰਦਾ। ਇਹ ਵੀ ਗੱਲਾਂ ਟੌਪ ਦੀਆਂ ਕਰਦੇ ਹੁੰਦੇ ਨੇ। ਉਹ ਜੱਛ, ਇਹ ਜਿਹੜੇ ਗੰਧਰਵ ਜੱਛ ਨੇ ਨਾ, ਇਹਨਾਂ ਨੂੰ ਇੱਥੇ ਤੱਕੇ ਗਾਉਂਦੇ ਹੁੰਦੇ ਨੇ। ਉੱਤੇ ਜਿਹੜੇ ਫਿਰ ਗਾਉਂਦੇ ਨੇ ਬ੍ਰਹਮ ਗਿਆਨ ਦਾ, ਉਹ ਫਿਰ ਉਹ ਕੀਰਤਨੀਆਂ ਹੀ ਗਾ ਸਕਦੇ ਨੇ ਅਸਲ 'ਚ।
ਸਾਡੇ ਤਾਂ ਰਾਗੀ ਗਾਉਂਦੇ ਨੇ, ਪਰ ਕੀਰਤਨੀਆਂ ਦੇ ਵਸ ਦੀ ਗੱਲ ਹੈ, ਰਾਗੀਆਂ ਦੇ ਵਸ ਦੀ ਗੱਲ ਹੈ ਨਹੀਂ। ਰਾਗੀ ਕੌਣ ਲਾਗੇ? ਰਾਗੀਆਂ ਨੇ ਰੋਗੀ ਬਣਾਤੇ ਸਾਰੇ। ਜੇ ਰਾਗੀਆਂ ਨੂੰ ਦੇ ਦਿੱਤਾ ਤਾਂ ਰੋਗੀ ਵੀ ਸਾਰੇ ਸਿੱਖ ਨੇ। ਜੇ ਅਸੀਂ ਰਾਗੀਆਂ ਨੂੰ ਦੇ ਦਿੱਤਾ ਤਾਂ ਰੋਗੀ ਹੋ ਗਏ। ਗੁਰਬਾਣੀ ਦੀ ਵਿਆਖਿਆ ਵਿਦਵਾਨਾਂ ਨੂੰ ਦੇ ਦਿੱਤੀ, ਉਹਨੇ ਸਾਰੇ ਪੰਡਤ ਬਣਾਤੇ, ਸਿੱਖ ਪੰਡਤ ਦੇ ਚੇਲੇ ਬਣਾਤੇ, ਸਿੱਖ ਮੂਰਤੀ ਪੂਜਕ ਬਣਾਤੇ ਸਾਰੇ ਹੀ। ਮੂਰਤੀ ਪੂਜਕ ਔਰ ਮੰਗਤੇ, ਦੋ ਗੁਣ ਹੁੰਦੇ ਨੇ ਪੰਡਤ ਦੇ ਕੋਲ, ਪੰਡਤ ਦੇ ਚੇਲਿਆਂ ਕੋਲ। ਜਿਹੜੇ ਪੰਡਤ ਦੇ ਚੇਲੇ ਹੁੰਦੇ ਨੇ ਨਾ, ਬ੍ਰਾਹਮਣ ਦੇ ਤਾਂ ਨਾ ਕਹੋ, ਪੰਡਤ ਦੇ ਕਹੋ। ਇੱਕ ਤਾਂ ਉਹ ਮਰੇ ਹੋਏ ਤੇ ਬਾਅਦ ਇਹ ਮੰਨਦੇ ਨੇ ਵੀ ਦਾਨ ਪੁੰਨ ਕਰੇ ਤੇ ਮਰੇ ਨੂੰ ਪਹੁੰਚ ਜਾਂਦਾ। ਗੁਰਬਾਣੀ ਨਹੀਂ ਮੰਨਦੀ, ਸਿਮਰਤੀ ਵੀ ਨਹੀਂ ਮੰਨਦੀ ਇਹ ਗੱਲ, ਪਰ ਪੰਡਤ ਨੇ ਇਹ ਗੱਲ ਬਣਾਈ ਹੋਈ ਆਪਣੇ ਕੋਲੋਂ ਹੀ ਬਣਾਈ ਹੋਈ ਹੈ ਸਿਮਰਤੀ। ਉਹਦੇ ਕੋਈ ਗ੍ਰੰਥ ਨਹੀਂ ਮੰਨਦਾ ਇਸ ਗੱਲ ਨੂੰ। ਇਵੇਂ ਹੀ ਮਾਸ ਦਾ ਜਿਹੜਾ ਚੈਪਟਰ ਹੈ ਕੋਲੋਂ ਹੀ ਬਣਾਇਆ ਹੋਇਆ, ਕੋਈ ਗ੍ਰੰਥ ਨਹੀਂ ਮੰਨਦਾ ਹੈ ਜੀ। ਇਹ ਦੋ ਤਿੰਨ ਗੱਲਾਂ ਇਹਨਾਂ ਦੀਆਂ ਮਨ ਘੜਾਉਂਤ ਬਣਾਈਆਂ ਹੋਈਆਂ ਨੇ। ਜਵਾਨੀ, ਇੱਕ ਤਾਂ ਜਿਹੜਾ ਦਾਨ ਚਲਿਆ ਜਾਂਦਾ ਹੈ ਮਰੇ ਹੋਏ ਨੂੰ ਗਾਹਾਂ ਪਹੁੰਚ ਜਾਂਦਾ ਹੈ, ਇਹ ਮਨ ਘੜਾਉਂਤ ਗੱਲ ਹੈ। ਸਿਮਰਤੀ ਔਰ ਸ਼ਾਸਤਰ ਕੋਈ ਵੀ ਨਹੀਂ ਮੰਨਦਾ ਇਹ ਗੱਲ। ਸਿਮਰਤੀ ਨਹੀਂ ਮੰਨਦੀ ਇਹ ਗੱਲ। ਸ਼ਾਸਤਰ ਤਾਂ ਖੈਰ ਲਿਖੇ ਹੋਈ, ਜੋ ਮਰਜ਼ੀ ਲਿਖ ਲਓ, ਸ਼ਾਸਤਰਾਂ 'ਚ ਐਡੀਸ਼ਨ ਰੋਜ਼ ਹੋ ਸਕਦੀ ਹੈ। ਸਿਮਰਤੀਆਂ ਦੇ ਵਿੱਚ ਐਡੀਸ਼ਨ ਨਹੀਂ ਹੋਈ, ਉਹ ਕੁਛ ਹੋਰ, ਉਹ ਸਟੈਂਡਰਡ ਦੀਆਂ ਲਿਖੀ ਹੁੰਦੀ। ਇਹ ਫਰਜ਼ੀ ਬਣਾਈ ਹੋਈ ਗੱਲ ਹੈ। ਗਊ ਦਾ ਦਾਨ ਕਰਨਾ ਜਾਂ ਕਿੱਥੇ ਹੈ, ਹੋਰ ਰਾਹ ਦੇ ਵਿੱਚ ਬਤਾਲੀ ਨਦੀ ਹੈ, ਇਹ ਸਭ ਫਰਜ਼ੀ ਗੱਲਾਂ ਦੀ ਲਿਖੀ ਹੋਈ। ਇੱਕ ਮਾਸ ਦੀ ਗੱਲ ਫਰਜ਼ੀ ਲਿਖੀ ਹੈ। ਕੋਈ ਗ੍ਰੰਥ ਬੇਸਿਕ ਤੌਰ ਤੇ ਗੱਲ ਨਹੀਂ ਕਹਿੰਦਾ, ਲੇਕਿਨ ਲੋਕ ਮੰਨਦੇ ਨੇ ਸਾਰੇ। ਹਾਂ, ਉੱਥੇ ਫੁੱਲ ਫਲਾਣੇ ਤੋਂ ਪਾ ਦਿਓ, ਗੰਗਾ 'ਚ ਫੁੱਲ ਪਾ ਦਿਓ, ਜਿੰਨਾ ਚਿਰ ਇੱਕ ਹੱਡੀ ਵੀ ਗੰਗਾ ਦੇ ਵਿੱਚ ਪਈ ਰਹੂਗੀ ਉਹਨਾਂ ਚਿਰ ਸੁਰਗ 'ਚ ਵਾਸਾ ਹੋਊਗਾ। ਕਿੱਡੀ ਗੱਲ ਹੈ, ਕਿੱਡਾ ਹੀ ਅਪਰਾਧੀ ਆਦਮੀ ਹੋਵੇ, ਉਹਦੀ ਹੱਡੀ ਜੇ ਗੰਗਾ 'ਚ ਪਈ ਰਹੂ ਸੁਰਗ 'ਚ ਵਾਸਾ ਹੋਊ, ਇਹ ਤਾਂ ਸਾਰਾ ਗ੍ਰੰਥ, ਸਾਰਾ ਧਰਮ ਰੱਦ ਹੋ ਗਿਆ ਫਿਰ ਤਾਂ ਇਸ ਗੱਲ ਤੋਂ। ਫਿਰ ਧਰਮ ਚੰਗੇ ਕੰਮ ਕਰਨ ਦੀ ਕੀ ਲੋੜ ਰਹੇਗੀ? ਯਾਨੀ ਬੁਰੇ ਕਰਮ ਦਾ ਲਾਇਸੈਂਸ ਦੇ ਦਿੱਤਾ, ਭੈੜੇ ਕੰਮ ਕਰਨ ਦਾ ਲਾਇਸੈਂਸ ਦੇ ਦਿੱਤਾ ਪੰਡਤ ਨੇ ਵੀ ਮੈਨੂੰ ਦਾਨ ਕਰ ਦਿਓ ਔਰ ਗੰਗਾ ਦੇ ਵਿੱਚ ਇੱਕ ਹੱਡੀ ਸੁੱਟਿਓ, ਉਹ ਹੱਡੀ ਗੰਗਾ 'ਚ ਰਹੇ, ਪਾਣੀ ਉਹਦੇ ਉੱਤੇ ਦੀ ਵਗਦਾ ਰਹੇ, ਉਹ ਸੁਰਗ 'ਚ ਉਹਨੂੰ ਕੋਈ ਕੱਢ ਨਹੀਂ ਸਕਦਾ। ਕਿੱਡੀ ਫਰਾਡ ਵਾਲੀ ਗੱਲ ਕੀਤੀ ਹੋਈ ਜੀ। ਇਹ ਗੱਲਾਂ ਨੇ ਉਹਦੀਆਂ ਫਰਾਡ ਕੀਤੇ ਹੋਏ। ਗੁਰਬਾਣੀ ਨਹੀਂ ਇਹਨਾਂ ਨੂੰ ਮੰਨਦੀ, ਸਿਮਰਤੀ ਵੀ ਨਹੀਂ ਮੰਨਦੀ, ਕੋਈ ਵੀ ਨਹੀਂ ਗ੍ਰੰਥ ਮੰਨਦਾ, ਬਸ ਫਿਰ ਵੀ ਕਰੀ ਜਾਂਦੇ ਨੇ। ਹਾਂ, ਐਸਾ ਕੁਛ ਇਹ ਸਿੱਖ ਕਰਦੇ ਨੇ। ਅੱਜ ਭੋਗ ਵੀ ਪਾਉਂਦੇ ਨੇ, ਜਾਂ ਕੋਈ ਚੜ੍ਹਾਈ ਕਰ ਜਾਂਦਾ, ਦਾਨ ਵੀ ਉਵੇਂ ਮੰਜਾ ਪੀੜੀ ਜੋ ਵੀ ਕੁਛ ਦਿੰਦੇ ਨੇ, ਦਾਨ ਵੀ ਦਿੰਦੇ ਨੇ, ਕੱਪੜੇ ਫੁੱਲ ਵੀ ਪਾ ਕੇ ਆਉਂਦੇ ਨੇ, ਸਭ ਕੁਛ ਉਹੀ ਕਰਦੇ ਨੇ ਜੋ ਉਹ ਕਰਦੇ ਸੀ। ਹਰਿਦੁਆਰ ਨਹੀਂ ਸੀ ਜਾਂਦੇ, ਇੱਥੇ ਜਾਣ ਲੱਗੇ ਉਰੇ, ਫਿਰ ਕੀ ਫਰਕ ਪੈ ਗਿਆ? ਹਰਿਦੁਆਰ ਜਾਂਦੇ ਲਿਖਦੇ ਰਹਿੰਦੇ ਸੀ, ਅੱਗੇ ਬਜ਼ੁਰਗਾਂ ਦੇ ਵੀ ਇਹਨਾਂ ਦੇ ਲਿਖਦੇ ਤੇ ਉੱਥੇ ਰਿਕਾਰਡ ਮਿਲ ਜਾਂਦਾ, ਹੁਣ ਰਿਕਾਰਡ ਵੀ ਨਹੀਂ ਮਿਲਣਾ। 200 ਰਿਕਾਰਡ ਹੋ ਗਿਆ ਇਹਨਾਂ ਦਾ, ਤਾਂ ਰਿਕਾਰਡ ਸੇਫ ਨਹੀਂ ਹੈ। ਜਿਹੜੇ ਇਹ ਪਾ ਕੇ ਆਉਂਦੇ ਨੇ ਉਹਨਾਂ ਦਾ ਰਿਕਾਰਡ ਬੜਾ ਸੇਫ ਹੈ, ਰੱਖਿਆ ਹੋਇਆ। 250-300 ਸਾਲ ਦਾ ਰਿਕਾਰਡ ਮਿਲਦਾ ਹੁਣ ਵੀ ਸਾਡੇ ਕੋਲ। ਹਾਂਜੀ, ਕੀ ਕਿੰਨਰਾ ਅਸਤਰ ਮੁੱਕੇ, ਕਿ ਕਿੰਨਰਾ ਅਸਤਰ ਮੁੱਕੇ, ਕਿੰਨਰ ਨੇ ਜਿਹੜੇ ਕਿੰਨਰ, ਉਹ ਵੀ ਇਹ ਉਹਨਾਂ ਦੇ ਤਾਂ ਅਸਤਰ ਮੁੱਕ ਗਏ ਵਿਚਾਰਿਆਂ ਦੇ। ਜਦੋਂ ਉੱਚੀ ਗੱਲ ਦੇਖੋ ਨਾ, ਜਦੋਂ ਗਿਆਨ ਉੱਚੀ ਗੱਲ ਹੋਣ ਲੱਗ ਜਾਏ ਫਿਰ ਕਿੰਨਰ ਅਸਤਰ ਤਾਂ ਮੁੱਕੇ ਜਾਣੇ। ਜਿੱਥੇ 10ਵੀਂ ਤੱਕ ਦੇ ਬੱਚੇ ਗੱਲਾਂ ਕਰਦੇ ਹੋਣ ਅੰਗਰੇਜ਼ੀ, ਜੇ ਕੋਲ ਉੱਥੇ ਆ ਜਾਣ ਵੱਡੇ MA ਵਾਲੇ ਗੱਲਾਂ ਕਰਨ ਲੱਗ ਜਾਣ, ਉਹ ਤਾਂ ਚੁੱਪੇ ਕਰਨਗੇ। ਉੱਚੇ ਲੈਵਲ ਦਾ ਗਿਆਨ ਹੋਣ ਲੱਗ ਗਿਆ, ਛੋਟੇ ਲੈਵਲ ਦਾ ਗਿਆਨ ਆਪੇ ਚੁੱਪ ਕਰ ਜਾਂਦਾ। ਕਿੰਨਰਾਂ ਦੇ ਅਸਤਰ ਮੁੱਕ ਗਏ, ਉਹਨਾਂ ਦੇ ਜਿਹੜੇ ਸੀ ਗੱਲਾਂ, ਉਹ ਗੱਲਾਂ ਤਾਂ ਉੱਚੀਆਂ ਗੱਲਾਂ ਆ ਗਈਆਂ, ਉਹ ਮੁੱਕ ਗਏ। ਆਪਸ ਵਿੱਚ ਹੀ ਬਹਿਸ ਕਰ ਦਿੱਤੇ ਨਾ ਕਿੰਨਰ ਇੱਕ ਦੂਏ ਨਾਲ। ਇੱਕੋ ਲੈਵਲ ਦੇ ਆਦਮੀ ਦੋ ਹੀ ਪਾਸੇ ਹੁੰਦੇ ਨੇ। ਉਹ ਜਿਹੜੀ ਆਪਸ ਵਿੱਚ ਹੀ ਬਹਿਸ ਛਿੜੀ ਹੋਈ ਸੀ ਦੋਹਾਂ ਧੜਿਆਂ 'ਚ ਕਿੰਨਰ ਲੈਵਲ ਦੀ, ਉਹ ਮੁੱਕ ਗਈ, ਖਤਮ ਹੋ ਗਈ। ਗੰਧਰਵਾ ਅਸਤਰ ਬਾਹੈ ਕੀ ਨਰ ਅਸਤਰ ਗਾਹੈ। ਗੰਧਰਵਾ ਅਸਤਰ ਜਦ ਬਹੁੰਦੇ ਸੀ, ਜਦ ਗੰਧਰਵ ਬੋਲਦੇ ਸੀ, ਜਿਹੜੇ ਆਮ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਉੱਤੇ ਉਹ ਹਾਵੀ ਹੋ ਜਾਂਦੇ ਸੀ,
ਜਿਵੇਂ ਨਰ ਅਸਤਰ ਗਾਹੇ। ਨਰ ਅਸਤਰ ਗਾਹੇ, ਨਰਾਂ ਦੇ ਅਸਤਰ ਗਾਹੇ ਜਾਂਦੇ। ਜਿਵੇਂ ਰਾੜੇ ਵਾਲਾ ਬੋਲਦਾ ਹੁੰਦਾ ਸੀ, ਇਹ ਗੰਧਰਵ ਅਸਤਰ ਸੀ। ਗੰਧਰਵ ਅਸਤਰ ਦੱਸਾਂ ਕੀ ਹੁੰਦਾ? ਉਹ ਕਹਿੰਦਾ ਹੁੰਦਾ ਸੀ, ਜਨਨੀ ਜਨੇ ਤਾਂ ਭਗਤ ਜਨ, ਜਾ ਦਾਤਾ ਜਾਂ ਸੂਰ, ਨਹੀਂ ਤਾਂ ਜਨਨੀ ਬਾਂਝ ਰਹੋ ਕਾਹੇ ਗਵਾਵੇ ਨੂਰ। ਇਹ ਗੰਧਰਵ ਅਸਤਰ ਹੈ, ਔਰ ਗੁਰਮਤਿ ਤੋਂ ਉਲਟ ਹੈ। ਗੁਰਮਤਿ ਤੋਂ ਉਲਟ ਹੈ, ਪਾਣੇ ਤੋਂ ਉਲਟ ਹੈ, ਪਾਣੇ ਤੋਂ ਉਲਟ ਹੈ। ਜਨਨੀ ਜਨੇ, ਮਾਤਾ ਨੂੰ ਕਹਿ ਰਿਹਾ ਵੀ ਜੇ ਤਾਂ ਕੋਈ ਪੁੱਤਰ ਜਨਨਾ ਹੈ ਤਾਂ ਭਗਤ ਜਨ, ਕਿਉਂ? ਇਹ ਉਹਦੇ ਬਸ ਦੀ ਗੱਲ ਹੈ। ਭਗਤ ਜਨਨੀ ਦੇ ਬਸ ਦੀ ਗੱਲ ਹੈ। ਇਹਦਾ ਮਤਲਬ ਮੂਰਖ ਸੀ ਉਹ, ਮੂਰਖ ਸੀਗਾ ਉਹ ਸਾਧ, ਜਮਾ ਮੂਰਖ। ਗੰਧਰਵ ਅਸਤਰ ਸੀ ਚਲਾਉਂਦਾ ਉਹ, ਲੋਕਾਂ ਦੇ ਪ੍ਰਭਾਵ ਜ਼ਰੂਰ ਪੈ ਜਾਂਦਾ ਸੀ। ਨਰ ਅਸਤਰ ਗਾਹੇ, ਨਰ ਅਸਤਰ ਨੂੰ ਗਾ ਦਿੰਦਾ ਸੀ, ਸੁਣਨ ਵਾਲਿਆਂ ਦੇ ਪ੍ਰਭਾਵ ਜ਼ਰੂਰ ਪੈਂਦਾ ਸੀ। ਉਹਨਾਂ ਦੇ ਤਾਂ ਫੇਰ ਦਿੰਦਾ ਸੀ ਸੁਹਾਗਾ ਸਾਰਿਆਂ ਤੇ, ਸੁਣਨ ਵਾਲਿਆਂ ਤੇ, ਵੀ ਵਾਹ ਬਈ ਬੱਲੇ ਬੱਲੇ ਕਿੱਡੀ ਗੱਲ ਕਹੀ। ਪਰ ਜਿੱਥੋਂ ਗੁਰਮਤਿ ਵਾਲਾ ਬੋਧੀ ਤੇ ਫੜ ਲੈਂਦਾ ਇਹਨੂੰ। ਪਹਿਲੀ ਤਾਂ ਗੱਲ ਹੈ, ਤੇਰੀ ਮਾਂ ਬਾਂਝ ਕਿਉਂ ਨਾ ਰਹੀ, ਤੂੰ ਭਗਤ ਹੈ ਨਹੀਂ, ਤੈਨੂੰ ਭਗਤੀ ਦਾ ਗਿਆਨ ਨਹੀਂ ਹੈ। ਤੂੰ ਹੀ ਕਿਉਂ ਜੰਮਿਆ? ਕਿਹਨੂੰ ਪੁੱਛ ਕੇ ਜੰਮਿਆ ਤੂੰ? ਉਹਨੂੰ ਇਹ ਪੁੱਛਦਾ ਕੋਈ। ਤੂੰ ਤਾਂ ਭਗਤ ਨਹੀਂ, ਤੈਨੂੰ ਤਾਂ ਗੁਰਬਾਣੀ ਦਾ ਗਿਆਨ ਨਹੀਂ। ਤੂੰ ਤਾਂ ਕਹਿਣਾ ਨਾਮਦੇਵ ਨੇ, ਨਾਮਦੇਵ ਨੇ ਦੇਵਰਾ ਫੇਰਿਆ, ਗਊ ਜਿਉਂਦੀ ਕੀਤੀ, ਉਹਦੇ ਸਾਖੀ ਸੁਣਾਈ ਆ, ਗਊ ਜਿਉਂਦੀ ਕੀਤੀ ਸੀ, ਤੇ ਉਹਦਾ ਝੂਠ ਹੈ। ਫਿਰ ਉਹ ਤਾਂ ਗੁਰਮਤਿ ਦੇ ਖਿਲਾਫ ਹੈ। ਤੂੰ ਕਿਉਂ ਜੰਮਿਆ ਸੀ? ਤੈਨੂੰ ਕਿਹਨੇ ਕਿਹਾ ਸੀ ਜਨਮ ਲੈਣ ਨੂੰ? ਉਹਨੂੰ ਇਹ ਪੁੱਛਦਾ। ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ। ਕਿਉਂਕਿ ਮਾਂ ਦੇ ਬਸ ਦੀ ਗੱਲ ਹੈ। ਮਾਂ ਦੇ ਬਸ ਦੀ ਗੱਲ ਸਿਰਫ ਇਹ ਹੈ, ਪੰਡੋ ਹੀ ਪੰਡ ਉਪਜੈ, ਬਸ ਉਹਦਾ ਜਨਮ ਦੇਣਾ ਕੰਮ ਹੈ। ਕਿਹੋ ਜਿਹਾ ਹੋਊ ਕਿਹੋ ਜਿਹਾ ਨਹੀਂ, ਉਹਦੀ ਕੋਈ ਡਿਊਟੀ, ਕੋਈ ਪਤਾ ਨਹੀਂ ਉਹਨੂੰ। ਕੀ ਪਤਾ ਇਸ ਗੱਲ ਦਾ? ਉਹ ਆਪਣੇ ਲਿਖਾ ਕੇ ਲੈ ਕੇ ਆਇਆ, ਉਹਨੇ ਕਰਨਾ। ਉਹਨੇ ਮਾਂ ਦੇ ਉੱਤੇ ਕਿਉਂ ਮੜ ਦਿੱਤੀ ਸਾਰੀ ਗੱਲ? ਨਹੀਂ ਤਾਂ ਜਨਨੀ ਬਾਂਝ ਰਹੋ, ਇਹਦਾ ਮਤਲਬ ਜੰਮਣ ਮਰਨਾ ਹੁਕਮ ਹੈ। ਇਹ ਤੇ ਖਿਲਾਫ ਬੋਲ ਗਿਆ ਉਹ, ਬੋਲਿਆ ਨਾ ਖਿਲਾਫ। ਇਹਦਾ ਮਤਲਬ ਗੁਰਮਤਿ ਦਾ ਉਹਨੂੰ ਊੜਾ ਆੜਾ ਵੀ ਨਹੀਂ ਸੀ ਆਉਂਦਾ, ਊੜਾ ਆੜਾ ਵੀ ਨਹੀਂ ਸੀ ਆਉਂਦਾ ਗੁਰਮਤਿ ਦਾ। ਜੇ ਆਉਂਦਾ ਹੁੰਦਾ ਇਹ ਪੰਕਤੀ ਬੋਲਦਾ ਹੀ ਨਾ ਹੋ। ਇਹ ਗੰਧਰਵ ਅਸਤਰ ਹੈ, ਮੈਂ ਤੁਹਾਨੂੰ ਗੰਧਰਵ ਅਸਤਰ ਦੱਸਣਾ ਸੀ, ਉਹ ਦੱਸਤਾ। ਇੱਥੇ ਅੱਜ ਗੱਲ ਤਾਂ ਦੱਸੀ, ਗੰਧਰਵ ਅਸਤਰ ਦੀ ਗੱਲ ਆਈ ਸੀ। ਉਹ ਗੰਧਰਵ ਜ਼ਰੂਰ ਸੀ, ਰਾਗ ਗਾਉਣ ਦਾ ਅਸਰ ਪਾਉਂਦਾ ਸੀ ਸਿਰਫ। ਗੰਧਰਵ ਆਪਣੇ ਗਾਉਣ ਦਾ ਅਸਰ ਪਾਉਂਦੇ ਨੇ, ਹੋਰ ਕੁਝ ਨਹੀਂ ਹੁੰਦਾ ਉਹਨਾਂ ਕੋਲ, ਗਿਆਨ ਨਹੀਂ ਹੁੰਦਾ ਉਹਨਾਂ ਕੋਲ। ਇਹ ਗੰਧਰਵ ਅਸਤਰ ਹੁੰਦੇ ਨੇ, ਲੋਕਾਂ ਤੇ ਪ੍ਰਭਾਵ ਪਾ ਲੈਣਾ ਇਹਨਾਂ ਗੱਲਾਂ ਦਾ। ਉਹ ਪਬਲਿਕ ਤੇ ਪ੍ਰਭਾਵ ਪੈਂਦਾ ਇਸ ਗੱਲ ਦਾ। ਨਹੀਂ ਤਾਂ ਜਨਨੀ ਬਾਂਝ ਰਹੋ ਕਾਹੇ ਗਵਾਵੇ ਨੂਰ। ਆਮ ਆਦਮੀ ਨਹੀਂ ਅੱਜ ਕੱਢ ਸਕਦਾ ਖੋਟ, ਆਮ ਆਦਮੀ ਨੂੰ ਨਹੀਂ ਪਤਾ ਖੋਟ ਦਾ। ਕਿਸੇ ਨੇ ਨਹੀਂ ਮੇਰਾ ਖਿਆਲ ਇੱਥੇ ਖੋਟ ਕੱਢੀ ਹੋਣੀ ਇਸ ਗੱਲ ਦੀ। ਹੁਣ ਪਤਾ ਲੱਗਦਾ ਕੱਖ ਵੀ ਨਹੀਂ ਉਹਦੇ ਪੱਲੇ ਸੀ, ਕੁਛ ਵੀ ਨਹੀਂ ਸੀ ਗੁਰਬਾਣੀ ਦਾ, ਊੜਾ ਆੜਾ ਨਹੀਂ ਸੀ ਆਉਂਦਾ ਉਹਨੂੰ। ਗੰਧਰਵ ਅਸਤਰ ਸੀ, ਗਾਉਣਾ ਸਿੱਖ ਲਿਆ, ਚਿਮਟਾ ਵਜਾਈ ਜਾਂਦਾ ਸੀ, ਬਸ ਪੈਸੇ ਆ ਜਾਂਦੇ ਸੀ, ਫੀਮ ਖਾ ਲੈਂਦਾ ਸੀ, ਭੋਰੇ 'ਚ ਵੜਿਆ ਰਹਿੰਦਾ ਸੀ। ਭੋਰੇ 'ਚ ਬਣਨਾ ਵੀ ਇੱਕ ਉਹਦਾ ਪਖੰਡ ਸੀ। ਪਖੰਡੇ ਸੀ, ਬਾਹਰ ਆਉਂਦਾ ਕੋਈ ਸਵਾਲ ਕਰਦਾ, ਗਿਆਨ ਹੈ ਨਹੀਂ ਸੀ, ਲੋਕੇ ਬਹਿੰਦਾ ਸੀ, ਕਿਸੇ ਨਾਲ ਗੱਲ ਨਹੀਂ ਸੀ ਕਰਦਾ, ਗਿਆਨ ਮੁੱਕ ਜਾਂਦਾ ਹੁੰਦਾ। ਆਮ ਲੋਕਾਂ ਦੇ ਪ੍ਰਭਾਵ ਪੈਂਦਾ ਭੋਰੇ 'ਚ ਮਾਲਾ ਫੇਰਨ ਦਾ। ਇਹ ਵੀ ਪਖੰਡੇ ਹੀ ਸੀ। ਗੁਰੂ ਘਰ ਨੇ ਕਿਸੇ ਨੇ ਨਹੀਂ ਕੀਤਾ, ਬਾਹਰ ਫਿਰਦੇ ਰਹੇ ਨੇ ਪਿੰਡਾਂ ਦੇ ਵਿੱਚ ਵੀ ਲੋਕ ਸਾਨੂੰ ਸਵਾਲ ਕਰਨ, ਅਸੀਂ ਉਹਨਾਂ ਨੂੰ ਜਵਾਬ ਦੇਈਏ। ਲੋਕਾਂ ਦੇ ਜਿਹਨੇ ਭਰਮ ਦਾ ਨਾਸ਼ ਕਰਨਾ ਉਹ ਭੋਰੇ 'ਚ ਨਹੀਂ ਬਹਿ ਸਕਦਾ। ਜਿਹੜਾ ਭੋਰੇ 'ਚ ਬਹਿੰਦਾ ਉਹ ਲੋਕੇ ਬਹਿੰਦਾ, ਜਿਵੇਂ ਸੱਪ ਬਹਿੰਦਾ ਲੋਕੇ ਬਹਿੰਦਾ, ਚੂਹਾ ਬਹਿੰਦਾ ਲੋਕੇ ਬਹਿੰਦਾ। ਥੋੜ੍ਹਾ ਜਿਹਾ ਚੂਹਾ ਬਾਹਰ ਨਿਕਲਦਾ ਖਾਣ ਪੀਣ ਨੂੰ, ਉਹ ਵੀ ਧਿਆਨ ਰੱਖਦਾ, ਬਿੱਲੇ ਕੁੱਤੇ ਦਾ ਧਿਆਨ ਰੱਖ ਕੇ ਫਟਾਫਟ ਆਪਣੀ ਖੱਡ 'ਚ ਵੜਨ ਦੀ ਗੱਲ ਕਰਦਾ। ਇਹ ਕਰਦਾ ਸੀ। ਉੱਥੋਂ ਨਿਕਲਿਆ ਕਾਰ 'ਚ, ਕਾਰੋਂ ਨਿਕਲਿਆ ਖੱਡ 'ਚ। ਵਿਦਵਾਨ ਜ਼ਰੂਰ ਲਾਉਂਦਾ ਸੀ। ਹਾਂਜੀ,
ਕੀ ਚੰਚਾਲ ਨੈਣੰ ਕੀ ਮੈਂ ਮੰਤਰ ਬੈਣੰ ਕਿ ਚੰਚਲ ਨੈਣ, ਨੈਣ ਨੇ ਚੰਚਲ ਨੇ, ਚੰਚਲ ਨੈਣ ਬੜੇ ਚੰਚਲ ਦ੍ਰਿਸ਼ਟੀ ਹੈ। ਕੌਣ ਦੀ ਦ੍ਰਿਸ਼ਟੀ ਚੰਚਲ ਹੁੰਦੀ ਹੈ? ਬੁੱਧੀ ਚੱਲੇ ਚੱਲ ਕਰਦੇ, ਬੁੱਧੀ ਕਿਥੋਂ ਟਿਕਦੀ ਨਹੀਂ, ਮਨ ਟਿਕਦਾ ਨਹੀਂ ਹੈ, ਮਨ ਬੁੱਧੀ ਚਿਟਕਾਉ ਨਹੀਂ ਹੈ। ਚੰਚਲ ਨੈਣ ਕਿ ਮੈਂ ਮੰਤਰ ਬੈਣੰ ਕਿ ਮੈਂ ਮੰਤਰ ਬੈਣੰ, ਮੰਤਰ ਚ ਕੀ ਹੈ, ਬੋਲ ਚ ਕੀ ਹੈ, ਬੋਲ ਚਾਲ ਚ ਕੀ ਹੈ, ਮੈਂ ਬੋਲ ਚਾਲ ਚ ਬਚਨਾ ਚ ਕੀ ਹੈ, ਮੈਂ ਜਿੱਥੇ ਮੈਂ ਜਿਹੜਾ ਕਰੂਗਾ ਉਹਦੀ ਨਿਗਾਹ ਕਿਥੋਂ ਟਿਕੇ ਨਹੀਂ ਸਕਦੀ। ਕਹਿਣ ਦਾ ਮਤਲਬ ਇਹ ਹੈ ਉਹਦੀ ਸੁਰਤੀ ਬਿਰਤੀ ਟਿਕਦੀ ਉਹ ਨਹੀਂ ਹੁੰਦੀ। ਵਿੱਚੇ ਕੋਈ ਤੁਹਾਨੂੰ ਦੱਸੀ ਜਾਣਾ, ਲੱਛਣ ਦੱਸੀ ਜਾਣੇ ਨੇ, ਵਿੱਚੇ ਹਥਿਆਰ ਦੱਸੀ ਜਾਣੇ ਨੇ, ਵਿੱਚੇ ਗੱਲਾਂ ਦੱਸੀ ਜਾਣੀਆਂ ਨੇ। ਬਹੁਤ ਗੱਲਾਂ ਮਤਲਬ ਇੱਕ ਗੱਲ ਤੋਂ ਤਿੰਨ ਚਾਰ ਪਾਸੇ ਨੂੰ ਇਹ ਤੀਰ ਜਾਣੇ ਨੇ, ਤਿੰਨ ਚਾਰ ਪੱਖ ਸਮਝਾਉਣੇ ਨੇ। ਚੰਚਾਲ ਨੈਣ, ਚੰਚਲ ਨੈਣ ਹੋਣਗੇ, ਸੁਰਤ ਟਿਕੀ ਨਹੀਂ ਹੋਊਗੀ, ਮਨ ਚੰਚਲ ਹੋਊਗਾ। ਜੇ ਮਨ ਨਹੀਂ ਟਿਕਦਾ ਅੱਖਾਂ ਵੀ ਨਹੀਂ ਟਿਕਦੀਆਂ ਹੁੰਦੀਆਂ। ਕੀ ਆਹਾਰ ਡਿੱਗੈ ਨਹੀਂ ਚੰਚਲ ਨੈਣ, ਕੀ ਚੰਚਾਲ ਨੈਣੰ ਕੀ ਮੈਂ ਮੰਤਰ ਬੈਣੰ। ਆ ਦੂਈ ਗੱਲ ਹੋਊਗੀ, ਪਛਾਣ ਹੋਊ ਕਿੱਥੋਂ? ਬੈਣ ਬੋਲਣ ਵਿੱਚ ਮੈਂ ਹੋਊਗਾ, ਮੰਤਰ ਵਿੱਚ ਮੈਂ ਜ਼ਿਆਦਾ ਕਰੂਗਾ, ਆਪਣੀ ਵਡਿਆਈ ਕਰੂਗਾ, ਆਪਣੇ ਆਪ ਨੂੰ ਜ਼ਾਹਰ ਕਰੂਗਾ ਵੀ ਮੇਰੇ ਵਰਗਾ ਨਹੀਂ ਕੋਈ ਹੈ। ਗੁਰਬਾਣੀ ਚ ਹੈ ਵੀ ਮੈਂ ਮੂਰਖ ਕੀ ਕੇ ਤੱਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਮੈਂ ਮੂਰਖ ਕੀ ਕੇ ਤੱਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਤਾਂ ਫਿਰ ਗਰਵਾਸ ਨੂੰ ਪੜਿਆ। ਇਹ ਨਹੀਂ ਕਹਿੰਦੇ, ਇਹ ਨਹੀਂ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀ ਕੋਏ, ਹਮ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓ। ਇਹ ਗੱਲ ਨਹੀਂ ਕਹਿੰਦੇ। ਜੇ ਕਹਿੰਦੇ ਨੇ ਤਾਂ ਗੁਰੂ ਨਾਨਕ ਦੀ ਕਹੀ ਹੋਈ ਕਹਿੰਦੇ ਨੇ, ਉੱਤੋਂ ਦਿਲੋਂ ਨਹੀਂ ਕਹਿੰਦੇ। ਫਿਰ ਮੂੰਹ 'ਚ ਹੁੰਦੀ ਹੈ, ਅੰਦਰੋਂ ਨਹੀਂ ਕਹਿੰਦੇ। ਕੀ ਆਹਾਰ ਡਿੱਗੈ ਕੀ ਰਕਤ ਭਿੱਗੈ। ਕੀ ਆਹਾਰ ਡਿੱਗੈ, ਆਹਾਰ ਜਦ ਡਿੱਗਦਾ ਨਾ, ਜਦ ਮਨ ਡਿੱਗਦਾ, ਜਦੋਂ ਹੰਕਾਰ ਥੱਲੇ ਆਉਂਦਾ ਡਿੱਗਦਾ। ਕੀ ਆ ਰਕਤ ਭਿੱਗੈ, ਬਸ ਫੇਰ ਲੋਭ ਰਤ ਨਾ ਭਿੱਜਦਾ, ਫੇਰ ਲੋਭ ਰਤ ਬਾਹਰ ਨਿਕਲਦੀ ਹੈ। ਆ ਰਕਤ ਭਿੱਗੈ ਫੇਰ ਭਿੱਜਦਾ ਮਨ। ਮਨ ਕਾਹਦੇ ਨਾਲ ਭਿੱਜਦਾ? ਮਨ ਨਹੀਂ ਭਿੱਜਦਾ ਕਾਸੇ ਨਾਲ ਵੀ। ਮਨ ਜਦ ਭਿੱਜਦਾ ਜਦ ਇਹਦੇ ਚੋਟ ਲੱਗਦੀ ਹੈ, ਐਸੀ ਘਾਉ ਐਸਾ ਲੱਗਦਾ ਹੈ। ਇਹ ਜਦ ਹਲਾਲ ਕੀ ਹੁੰਦਾ ਨਾ, ਹਲਾਲ ਗਿਆਨ ਖੜਗ ਨਾਲ ਇਹਦਾ ਖੂਨ ਹੈ ਜੋ ਲੋਭ ਰਤ ਨਿਕਲਦਾ, ਉਹਦੇ ਨਾਲ ਭੇਜਦਾ। ਵਰਨਾ ਮਨ ਨਹੀਂ ਭੇਜਦਾ ਕਦੇ ਵੀ। ਭਿੱਗਾ ਲਫ਼ਜ਼ ਆਇਆ ਨਾ, ਮਨ ਨਹੀਂ ਭੇਜਦਾ ਕਿਸੇ ਚੀਜ਼ ਨਾਲ। ਗੁਰਬਾਣੀ ਨਾਲ ਮਨ ਨਹੀਂ ਭੇਜਦਾ ਹੈ। ਗੁਰਬਾਣੀ ਦੇ ਕਾਸੇ ਨਾਲ ਨਹੀਂ ਭੇਜਦਾ ਮਨ। ਜਦ ਗੁਰਬਾਣੀ ਇਹਨੂੰ ਹਲਾਲ ਕਰ ਦਿੰਦੀ ਹੈ ਨਾ, ਤਾਂ ਆਪਣੇ ਲਹੂ ਨਾਲੇ ਭੇਜਦਾ। ਜਿਵੇਂ ਕਿਸੇ ਆਪਣੇ ਸਿਰ 'ਚ ਲਹੂ ਨਿਕਲਿਆ ਆਵੇ, ਕੋਈ ਚੋਟ ਲੱਗੀ ਤੇ ਭਿੱਜ ਗਿਆ ਸਰੀਰ, ਤੇ ਭਿੱਜੂਏ ਭਿੱਜੇ ਜਾਂਦੇ ਨੇ ਲਹੂ ਨਾਲ। ਕੱਪੜੇ ਨਹੀਂ ਭੇਜ ਜਾਂਦੇ, ਖੂਨ ਨਿਕਲਦਾ ਹੈ, ਕੱਪੜੇ ਭੇਜ ਜਾਂਦੇ ਨੇ, ਆਪ ਭੇਜ ਜਾਂਦਾ। ਇਹ ਮਨ ਭੇਜਦਾ ਹੈ ਜਦੋਂ ਇਹ 'ਚੋਂ ਲੋਭ ਰਤ ਨਿਕਲਦਾ। ਜਦ ਬਿਨਾਂ ਲੋਭ ਰਤ ਨਿਕਲੇ ਤੇ ਕਦੇ ਨਹੀਂ ਭੇਜਦਾ। ਪੱਥਰ ਹੈ, ਅੰਦਰਲਾ ਖੂਨ ਨਹੀਂ ਜਿੰਨਾ ਚਿਰ ਇਹਦਾ ਆਪਣਾ ਨਿਕਲਦਾ ਨਾ ਲੋਭ ਰਤ, ਉਹਨਾਂ ਚਿਰ ਮਨ ਨਹੀਂ ਭਿੱਜੂਗਾ। ਇਹ ਇੱਥੋਂ ਪਤਾ ਲੱਗਿਆ ਅੱਜ। ਜਦ ਰਸ ਅੰਦਰੋਂ ਬਾਹਰ ਆਉਂਦੀ ਹੈ ਤਾਂ ਭੇਜਦਾ ਹੈ। ਬਾਹਰਲੇ ਕਿਸੇ ਚੀਜ਼ ਨਾਲ ਨਹੀਂ ਭੇਜਦਾ। ਬਾਹਰ ਦਾ ਪੱਥਰ ਹੈ ਨਾ, ਪੱਥਰ ਆਪਣੇ ਅੰਦਰਲੇ ਪਾਣੀ ਨਾਲ ਭੇਜਦਾ। ਪੱਥਰ ਦੇ ਅੰਦਰ ਪਾਣੀ ਨਹੀਂ। ਪੱਥਰ ਦੇ ਅੰਦਰ ਕੀ ਪਾਣੀ ਹੈ? ਲੋਭ, ਲੋਭ ਰਤ, ਲੋਭ ਰਤ ਪਾਣੀ ਹੈ ਇਹਦੇ ਅੰਦਰ। ਇਹ ਆਪਣੇ ਰਤ ਨਾਲੇ ਭੇਜਦਾ ਪਤੰਦਰ।
ਬਾਕੀ ਨਹੀਂ, ਬਾਕੀ ਦਾ ਪਾਣੀ ਪਾਇਆ ਡੋਲ ਦੋ, ਪੱਥਰ ਦੇਖਿਆ ਨਹੀਂ, ਜਦੋਂ ਮਰਜੀ ਪਾਣੀ ਪਾਈ ਜਾ, ਉਨਾ ਹੀ ਗਾਹਾਂ ਤੁਰ ਜਾਂਦਾ। ਉੱਤੋਂ ਗਿੱਲਾ ਹੁੰਦਾ, ਭਿੱਜਣਾ ਹੋਰ ਚੀਜ਼ ਹੈ, ਗਿੱਲਾ ਹੋਏ ਕਰਨਾ ਹੋਰ ਚੀਜ਼ ਹੈ। ਗਿੱਲਾ ਵੀ ਕਾਹਨੂੰ ਹੁੰਦਾ, ਜਿਵੇਂ ਕੱਪੜਾ ਗਿੱਲਾ ਹੁੰਦਾ ਐ ਤਾਂ ਨਹੀਂ ਗਿੱਲਾ ਹੁੰਦਾ। ਜਿੰਨਾ ਚਿਰ ਵਿੱਚ ਥੋੜਾ ਬਹੁਤਾ ਪਾਣੀ ਸਮਾਉਂਦਾ ਨਹੀਂ, ਗਿੱਲਾ ਕਾਹਦਾ ਹੋਇਆ। ਸ਼ਸਤਰਾਸਤਰ ਵੱਜੇ ਕੀ ਸਾਵੰਤ ਗੱਜੇ। ਸ਼ਾਸਤਰ ਅਸਤਰ ਵੱਜਦੇ ਨੇ ਦੋਹਾਂ ਪਾਸਿਆਂ ਨੂੰ, ਜਾਂ ਗੱਲਾਂ ਸੁਣਦੇ ਨੇ ਤੇ ਗੁੱਸਾ ਵੀ ਆਉਂਦਾ ਨਾ। ਸਾਵੰਤ ਗੱਜੇ, ਸਾਵੰਤ ਜਿਹੜੇ ਸੂਰਮੇ ਗੱਜਦੇ ਨੇ, ਦੂਏ ਦੀ ਗੱਲ ਸੁਣਦੀ ਆ ਜਾਂ ਚੁੱਭਦੀ ਆ, ਉਧਰੋਂ ਵੀ ਜ਼ੋਰ ਨਾਲ ਗੱਲ ਕਹਿੰਦਾ, ਗੱਜਦਾ, ਗੱਜ ਵੱਜ ਕੇ ਕਰਦੇ ਨੇ ਗੱਲਾਂ। ਕੀ ਆਵਰਤ ਹੂਰਨ ਕੀ ਸਵਰਤ ਪੂਰਨ। ਕੀ ਆਵਰਤ ਹੂਰਨ, ਉਧਰੋਂ ਜਿਹੜੀਆਂ ਨੇ ਮੱਤਾਂ ਨੇ ਉਹ ਵੀ ਘੇਰੇ ਆਪਣੇ ਆਪਣੇ, ਜਿਹਨੇ ਮੱਤਾਂ ਦੇ ਉਹ ਸਾਈਡ ਲੈ ਕੇ ਬੋਲਦੇ ਨੇ, ਬਚਾਜ ਬੋਲਦੇ ਨੇ। ਉਹ ਮੱਤਾਂ ਵੀ ਉੱਤੇ ਆਕਾਸ਼ ਦੇ ਵਿੱਚ ਉਹਨਾਂ ਵੱਲ ਦੇਖਦੀਆਂ ਨੇ। ਮੱਤਾਂ ਸਾਰੀਆਂ ਮੱਤਾਂ ਦੇ ਹੀ ਬੰਦੇ ਹੁੰਦੇ ਨੇ ਆਕਾਸ਼ ਦੇ ਵਿੱਚ, ਸਾਰੀਆਂ ਮੱਤਾਂ ਦੇ ਬੰਦੇ ਹੀ, ਸਾਰੀਆਂ ਮੱਤਾਂ ਦੇ ਮੰਨਣ ਵਾਲੀਆਂ ਰੂਹਾਂ ਹੀ ਆਕਾਸ਼ ਹੁੰਦੀਆਂ ਨੇ, ਉਹਨੂੰ ਹੂਰਾਂ ਕਹਿੰਦੇ ਨੇ। ਸਾਰੀਆਂ ਮੱਤਾਂ, ਕੋਈ ਨਹੀਂ ਚਾਹੁੰਦੀ ਮੱਤ ਵੀ ਸਾਡੀ ਮੱਤ ਦੀ ਪਿੱਠ ਲੱਗੀ ਜਾਏ, ਕਿਉਂਕਿ ਅਗਿਆਨਤਾ ਚ ਹੁੰਦੀਆਂ ਨੇ ਸਾਰੇ। ਇਸਲਾਮ ਵਾਲੇ ਜਿਹੜੇ ਨੇ ਆਪਣੀ ਮੱਤ ਦੀ ਪਿੱਠ ਲੱਗੀ ਨਹੀਂ ਚਾਹੁੰਦੇ, ਪਿੱਠ ਲੱਗੀ ਸਾਡੀ ਮੱਤ ਸਾਰੇ ਸੰਸਾਰ 'ਚ ਫੈਲ ਜਾਏ, ਉਹਨਾਂ ਦੀ ਮਨ ਤੇ ਬਾਅਦ ਵੀ ਇਹੀ ਇੱਛਾ ਹੁੰਦੀ। ਉਹ ਆਤਮਾ ਜਿਹੜੀ ਅਜੋ ਆਕਾਸ਼ ਦੇ ਵਿੱਚ ਹੈ, ਜਿਹੜੀ ਉਹਨਾਂ ਦੀ ਨਿਗਾਹ ਹੈ ਇੱਥੇ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਚਾਹੇ ਸਾਨੂੰ ਨਹੀਂ ਦੀਦੀਆਂ, ਪਰ ਉਹਨਾਂ ਨੂੰ ਤਾਂ ਦੀਦਾ ਸਭ ਕੁਛ। ਉਹਨਾਂ ਦਾ ਧਿਆਨ ਹੈ ਆਵਰਤ ਪੂਰਨ, ਸਵਰਤ ਪੂਰਨ, ਸਾਰਾ ਆਕਾਸ਼ ਮੰਡਲ ਪੂਰ ਲਿਆ ਉਹਨਾਂ ਨੇ। ਭੀੜ ਇਕੱਠੀ ਦੇਖੋ ਨਾ, ਜਿੱਥੇ ਕੋਈ ਚਰਚਾ ਹੁੰਦੀ ਉੱਥੇ ਭੀੜ ਹੋਣੀ ਹੈ। ਇੱਥੇ ਕੋਈ ਤਮਾਸ਼ਾ ਕਰਦਾ, ਡੋਰੂ ਵਜਾਇਆ, ਸਾਰੇ ਆਲੇ ਦੁਆਲੇ ਬਾਜ਼ਾਰ ਵਾਲੇ ਉੱਥੇ ਇਕੱਠੇ ਹੋ ਜਾਂਦੇ ਨੇੜੇ ਦੇਖਣ ਨਾਲ। ਤਮਾਸ਼ਾ ਜਿੱਥੇ ਹੋਊ ਉੱਥੇ ਇਕੱਠ ਹੋਣਾ। ਸਾਰਾ ਆਕਾਸ਼ ਘੇਰ ਲਿਆ ਉਹਨਾਂ ਨੇ, ਉੱਥੇ ਇਕੱਠੇ ਹੋ ਗਏ ਉਹਨਾਂ ਏਰੀਏ 'ਚ, ਦੇਖਣ ਲੱਗ ਗਏ, ਚਰਚਾ ਸੁਣਨ ਲੱਗ ਗਏ। ਫਿਰੀ ਐਨ ਗੈਣਨ ਕੀਆ ਰਕਤ ਨੈਣਨ। ਫਿਰੀ ਐਨ ਗੈਣਨ, ਆਕਾਸ਼ ਦੇ ਵਿੱਚ ਗੂੰਜ ਪਈ ਹੋਈ ਹੈ ਗੱਲਾਂ ਦੀ। ਗੈਣ ਆਕਾਸ਼ ਨੂੰ ਕਹਿੰਦੇ ਨੇ। ਸਾਰੇ ਆਕਾਸ਼ ਦੇ ਵਿੱਚ ਗੱਲ ਗੂੰਜਦੀ ਹੈ, ਉਧਰ ਸਾਰਿਆਂ ਦੇ ਬੋਲ ਆਵਾਜ਼ਾਂ ਗੂੰਜਦੀਆਂ ਨੇ। ਐਨ ਗੈਣਨ ਕੀਆ ਰਕਤ ਨੈਣਨ, ਪਰ ਜ਼ਾਲ ਅੱਖਾਂ ਹੋਈਆਂ ਨੇ ਸਾਰਿਆਂ ਦੀਆਂ। ਜਿਵੇਂ ਆ ਹੁੰਦਾ ਕਿਹਾ ਨਹੀਂ, ਪਾਰਲੀਮੈਂਟ 'ਚ ਰੌਲਾ ਪਾਈ ਜਾਂਦੇ, ਦੂਏ ਦੀ ਸੁਣਦਾ ਹੀ ਨਹੀਂ। ਸੁਣਦੇ ਨੇ ਦੂਏ ਦੀ ਨਹੀਂ ਸੁਣਦੇ, ਆਪਣਾ ਹੀ ਰੌਲਾ ਪਾਉਂਦੇ ਨੇ ਵੀ ਰੌਲੇ ਨਾਲ ਹੀ ਜਿੱਤ ਹੋ ਜੂ। ਇਹੋ ਜਿਹਾ ਹੀ ਕੁਛ ਹੁੰਦਾ ਜਿੱਥੇ ਗਿਆਨ ਨਾ ਹੋਵੇ, ਉਹ ਇਹੋ ਜਿਹਾ ਹੀ ਕੁਛ ਹੁੰਦਾ। ਗੁੱਸਾ, ਕ੍ਰੋਧ, ਇਹ ਉਹ ਚੀਜ਼ਾਂ ਦੂਏ ਦੀ ਸੁਣਨੀ ਨਹੀਂ, ਆਪਣਾ ਰੌਲਾ ਪਾਈ ਜਾਣਾ। ਰਕਤ ਨੈਣਨ, ਹਾਂ ਰਕਤ ਨੈਣਨ, ਅੱਖਾਂ ਲਾਲ ਹੋਈਆਂ ਨੇ ਗੁੱਸੇ 'ਚ, ਯਾਨੀ ਗੁੱਸੇ 'ਚ ਗੱਲਾਂ ਕਰ ਰਹੇ ਨੇ। ਜਿਹੜਾ ਗਿਆਨੀ ਆਦਮੀ ਹੁੰਦਾ, ਗਿਆਨ ਚਰਚਾ ਵੀ ਗੁੱਸੇ 'ਚ ਕਰਦਾ ਹੁੰਦਾ। ਉਹ ਗੁੱਸੇ 'ਚ ਕਰੂ ਵੀ ਮੇਰੀ ਗੱਲ ਕਿਉਂ ਨਹੀਂ ਮੰਨਦੇ। ਉਹਨੂੰ ਸੱਚ ਮੰਨੀ ਬੈਠਾ ਹੁੰਦਾ, ਦਿਖਾਉਣਾ ਝੂਠ ਨੂੰ ਵੀ। ਹੁਣ ਝੂਠ ਨੂੰ ਮੈਂ ਸੱਚ ਮੰਨੀ ਬੈਠਾ, ਮੈਂ ਕਹਿੰਦਾ ਵੀ ਇਹ ਕਾਹਦੇ ਨਹੀਂ ਮੰਨਦੇ ਇਹਨੂੰ, ਮੈਨੂੰ ਇਹ ਨਹੀਂ ਪਤਾ ਵੀ ਮੈਨੂੰ ਭੁਲੇਖਾ। ਆਪਣੇ ਭਰਮ ਦਾ ਗਿਆਨ ਨਹੀਂ ਨਾ ਹੁੰਦਾ ਆਦਮੀ ਨੂੰ। ਜੇ ਆਪਣੇ ਭਰਮ ਦਾ ਗਿਆਨ ਹੋਵੇ ਫਿਰ ਛੱਡ ਨਾ ਦੇਵੇ। ਹਾਂਜੀ, ਕੀ ਪਾਵੰਗ ਪੁੱਲੇ ਕੀ ਸਰਬਸਤਰ ਖੁੱਲੇ। ਪਾਵੰਗ ਪੁੱਲੇ ਜਿਹੜੇ ਘੋੜਿਆਂ ਦੇ ਫਿਰਦੇ ਤੇ ਹੁਣ ਦੌੜੇ ਫਿਰਦੇ ਨੇ ਪੈਰੀਂ। ਪਾਵੰਗ ਪੈਰੀ ਦੌੜੇ ਫਿਰਦੇ ਨੇ ਘੋੜਿਆਂ ਵਾਲੇ। ਹੁਣ ਸਮਝਿਆ ਨਹੀਂ, ਭੀੜ 'ਚ ਪਾਵੰਗ ਪੁੱਲੇ, ਸਿਰ ਵੀ ਖੁੱਲੇ ਨੇ, ਬਸਤਰ ਵੀ ਖੁੱਲੇ ਫਿਰਦੇ ਨੇ। ਕਿਸੇ ਦਾ ਬਟਨ ਖੁੱਲਿਆ ਹੈ, ਕਿਸੇ ਦਾ ਪਾੜਿਆ ਹੋਇਆ, ਕਿਸੇ ਦਾ ਕੁਝ ਕੀਤਾ ਹੋਇਆ। ਕੀ ਸਰਬਸਤਰ ਖੁੱਲੇ, ਹਾਂ ਸਿਰ ਦੇ ਵਾਲ ਖੁੱਲੇ ਨੇ, ਕਿਸੇ ਦੇ ਬਟਨ ਖੁੱਲੇ ਨੇ, ਕਿਸੇ ਦਾ ਕੋਈ ਪਾੜਿਆ ਹੋਇਆ। ਹੱਥੋਂ ਪਾਈ ਜੋ ਹੋ ਗਏ, ਹੱਥੋਂ ਪਾਈ ਵੀ ਹੋ ਜਾਂਦੇ ਨੇ ਲੜਾਈ ਦੇ ਵਿੱਚ। ਸਰਬਸਤਰ ਖੁੱਲੇ, ਹਾਂ ਸਰਬਸਤਰ ਖੁੱਲੇ ਨੇ। ਸਰਬ ਅਸਤਰ ਜਿਹੜੇ ਹਥਿਆਰ ਵੀ ਖੁੱਲੇ ਹੱਥਾਂ 'ਚ ਲਈ ਫਿਰਦੇ ਨੇ। ਹੱਥਾਂ 'ਚ ਹਥਿਆਰ ਤਾਂ ਖੁੱਲੇ ਨੇ। ਕੀ ਹੰਕਾਰ ਬਾਹਨ ਅੰਧ ਅੱਧੀ ਲਾਹਨ। ਹਾਂ ਕਿ ਹੰਕਾਰ 'ਚ ਜਦ ਬਹੁੰਦੇ ਨੇ ਨਾ, ਆਪਣੀ ਗੱਲ ਕਰਦੇ ਨੇ,
ਅੱਧੀ ਗੱਲ ਸੱਚੀ ਹੁੰਦੀ ਹੈ, ਅੱਧੀ ਝੂਠੀ ਹੁੰਦੀ। ਅੰਧ ਅੱਧੀ ਲਾ ਹੈ। ਅੱਧ ਅਦੰਗ ਅੱਧ ਅੰਧ ਨਹੀਂ ਹੈ, ਅਦੰਗ। ਉਹ ਟਿੱਪੀ ਉਹਦੇ ਪਾਸੇ ਲੱਗੀ ਹੈ, ਟਿੱਪੀ ਗਾਹਾਂ ਲਾਉਣੀ ਸੀ। ਗਲਤ ਲੱਗੀ ਹੈ। ਅਦੰਗ ਧੱਦੇ ਦੇ ਲਾਸਟ ਵਿੱਚ ਟਿੱਪੀ ਲਾਉਣੀ ਸੀ। ਅੰਧ ਨਹੀਂ ਹੈ, ਅਦੰਗ। ਅੰਧ ਅਦਮ ਲਾ ਹੈ। ਅੰਧ ਨਹੀਂ ਹੈ, ਅੰਧ ਅਦੰਗ। ਅਦੰਗ ਅੱਧ। ਅਦਮ ਅੱਧ ਲਾ ਹੈ। ਹਾਂ ਅਦਮ ਅੱਧ ਲਾ ਹੈ। ਅੰਧ 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 ਤਾਂ ਫਿਰ ਮਾਰੂ ਕਿੱਥੇ? ਜੇ ਨਾ ਮਾਰਨਾ ਉਹਨੇ ਕਿੱਥੇ? ਅਦੰਗ ਅੱਧ। ਅੱਧ ਦੀ ਗੱਲ ਤਾਂ ਠੀਕ ਕਰਦੇ ਨੇ, ਅੱਧ ਚੋਂ ਜਾ ਕੇ ਸਾਰੇ ਹੀ ਮਰ ਜਾਂਦੇ ਨੇ, ਸਲਿਪ ਹੋ ਜਾਂਦੇ ਨੇ। ਅੱਧੀ ਗੱਲ ਤਾਂ ਠੀਕ ਕਰਦੇ ਨੇ ਸਾਰੇ, ਕਿਉਂਕਿ ਅਦਮ ਚੰਡਾਲੀ ਪਈ ਬ੍ਰਾਹਮਣੀ। ਅੱਧੀ ਗੱਲ ਤਾਂ ਠੀਕ ਹੈ ਸਾਰਿਆਂ ਦੀ ਹੋਈ। ਬਈ ਭਾਈ ਅੱਖਾਂ ਨੂੰ ਤਾਂ ਦੀਦਾ ਨਹੀਂ, ਇੱਥੇ ਮੰਨ ਜਾਂਦੇ ਨੇ ਸਾਰੇ ਵੀ ਅੱਖਾਂ ਨੂੰ ਦੇਖਣ ਵਾਲੀ ਗੱਲ ਹੈ ਨਹੀਂ। ਠੀਕ ਹੈ ਨੀ? ਗਿਆਨ ਇੰਦਰੀਆਂ ਦੀ ਪਕੜ ਚ ਆਉਂਦਾ, ਕਹਿੰਦੇ ਨਹੀਂ ਆਉਂਦਾ, ਸਾਰੇ ਹੀ ਮੰਨਦੇ ਨੇ। ਅੱਧ ਤੋਂ ਜਾ ਕੇ ਲਿਖੋ ਲੈ ਜਾਂਦੇ ਨੇ। ਫਿਰ ਰੌਲਾ ਅੱਧੀ ਗੱਲ ਦਾ ਕੋਈ ਰੌਲਾ ਨਹੀਂ। ਕਹਿਣ ਦਾ ਮਤਲਬ ਹੈ ਰੌਲਾ ਅੱਧੀ ਗੱਲ ਦਾ ਹੀ ਹੈ, ਅੱਧੀ ਗੱਲ ਦਾ ਕੋਈ ਕਿਸੇ ਦਾ ਰੌਲਾ ਨਹੀਂ। ਰੌਲਾ ਇਸ ਗੱਲ ਦਾ ਕਿ ਨਾਨਕ ਤਾਂ ਗੁਰੂ ਹੈ, ਕ੍ਰਿਸ਼ਨ ਗੁਰੂ ਨਹੀਂ ਹੈ। ਨਾਮਦੇਵ ਜਾਂ ਰਵਿਦਾਸ ਗੁਰੂ ਨਹੀਂ ਹੈ। ਚਲੋ ਹੁਣ ਆਪਾਂ ਹੁਣ ਦੀ ਗੱਲ ਕਰੀਏ, ਕ੍ਰਿਸ਼ਨ ਤਾਂ ਭਗਵਾਨ ਹੈ, ਕਾਹਨੂੰ ਗੁਰੂ ਕਹਿਣਾ ਉਹਨੂੰ? ਉਹ ਤਾਂ ਗੁਰੂ ਬਣਿਆ ਹੀ ਨਹੀਂ, ਇਹਨਾਂ ਸਿਆਣਾ ਸੀ, ਭਗਵਾਨ ਬਣ ਗਿਆ, ਗੁਰੂ ਨਹੀਂ ਬਣਿਆ। ਗੁਰੂ ਉਹਨੇ ਆਪਣਾ ਹੋਰ ਬਣਾ ਲਿਆ। ਵੀ ਨਾਨਕ ਦਾ ਗੁਰੂ ਹੈ, ਰਵਿਦਾਸ ਨਹੀਂ ਗੁਰੂ ਹੈ। ਰੌਲਾ ਤਾਂ ਇਸ ਗੱਲ ਦਾ। ਉਹ ਗੁਰਬਾਣੀ ਦਾ ਤਾਂ ਕੋਈ ਰੌਲਾ ਨਹੀਂ ਆਇਆ। ਤਾਂ ਨਹੀਂ ਕਹਿੰਦੇ ਵੀ ਰਵਿਦਾਸ ਨੇ ਬਾਣੀ ਨਹੀਂ ਠੀਕ ਰਚੀ, ਇਹ ਨਹੀਂ ਕਹਿੰਦੇ। ਇਹ ਗੁਰਬਾਣੀ ਰਵਿਦਾਸ ਦੀ ਆ, ਨਾਨਕ ਦੀ 'ਚ ਕੋਈ ਫਰਕ ਹੈ? ਇਹ ਵੀ ਨਹੀਂ ਕੋਈ ਕਹਿੰਦਾ। ਹਾਂ ਨਾਨਕ ਬੜਾ, ਰਵਿਦਾਸ ਨਹੀਂ ਬੜਾ। ਉਹ ਕਹਿੰਦੇ ਰਵਿਦਾਸ ਜੇ ਨਾਨਕ ਗੁਰੂ ਹੈ। ਦੇਖੋ ਉਹਨਾਂ ਦੀ ਗੱਲ ਹੈ ਜੋ ਜਾਇਜ਼ ਹੈ ਵੀ ਰਵਿਦਾਸ ਜੇ ਨਾਨਕ ਗੁਰੂ ਹੈ, ਰਵਿਦਾਸ ਵੀ ਗੁਰੂ ਹੈ। ਗੱਲ ਤਾਂ ਉਹਨਾਂ ਦੀ ਤਾਂ ਠੀਕ ਹੈ, ਪਰ ਕਿਉਂ ਉਹਨਾਂ ਦੀ ਗੱਲ ਤਾਂ ਠੀਕ ਹੈ? ਅਸੀਂ ਜੱਟ, ਇਹ ਹਰੀਜਨ, ਇਹ ਸਾਡੇ ਹੁਣ ਤੇ ਥੱਲੇ ਲੱਗ ਕੇ ਰਹੇ, ਬਰਾਬਰ ਕਿਵੇਂ ਕਰ ਦਈਏ? ਆਹ ਗੱਲ ਜਿਹੜੀ ਗੁਰੂ ਨੇ ਕਹੀ ਸੀ ਸਾਰੇ ਬਰਾਬਰ ਨੇ, ਉਹ ਮਾਰੀ ਚੱਕ ਕੇ ਪਿੱਛੇ, ਉਹ ਗੁਰਦੁਆਰੇ ਤੋਂ ਬਾਹਰ ਮਾਰੀ ਚੱਕ ਕੇ ਗੱਲ। ਕਹਿੰਦੇ ਇਹਨਾਂ ਗੱਲਾਂ ਨੂੰ ਗੁਰਦੁਆਰੇ ਤੋਂ ਬਾਹਰ ਕੱਢੋ, ਇਹ ਨਹੀਂ ਸਾਨੂੰ ਮਨਜ਼ੂਰ। ਇਹ ਪੰਡਤ ਦੀ ਗੱਲ ਮਨਜ਼ੂਰ ਹੈ। ਗੱਲ ਪੰਡਤ ਦੀ ਬਾਜਨ ਆ ਗਈ, ਪੰਡਤ ਦੇ ਸਿੱਖ ਹੋ ਗਏ, ਉਦੋਂ ਸ਼ੁਰੂ ਹੋਈ ਨਾ ਪੰਡਤ ਵਾਲੀ ਗੱਲ। ਪੰਡਤ ਦੀ ਪੜ੍ਹਾਈ ਨੂੰ ਠੀਕ ਜੋ ਵੀ ਮੰਨਿਆ ਹੋਇਆ, ਗੁਰੂਆਂ ਦੀ ਪੜ੍ਹਾਈ ਨੂੰ ਪਿੱਛੇ ਗੁਰਦੁਆਰੇ ਤੋਂ ਬਾਹਰ ਮਾਰਿਆ ਚੱਕ, ਇਹਨੂੰ ਕੱਢੋ ਬਾਹਰ। ਮਾਰਿਆ ਕਿੱਥੋਂ ਮਾਰਿਆ? ਅੰਮ੍ਰਿਤਸਰ ਵਾਲਿਆਂ ਨੇ। ਅੰਮ੍ਰਿਤਸਰੋਂ ਵੱਜੀ ਹੈ ਬਾਹਰ। ਇਹ ਅਨੰਦਪੁਰ ਸਾਹਿਬ ਨਹੀਂ ਸੀ ਵੱਜੀ। ਅਨੰਦਪੁਰ ਸਾਹਿਬ ਅੰਮ੍ਰਿਤ ਛਕਾਇਆ। ਜਦੋਂ ਅੰਮ੍ਰਿਤਸਰ ਪ੍ਰਚਾਰ ਹੋ ਰਿਹਾ ਸੀ ਇਸ ਗੱਲ ਦਾ, ਇਹਨਾਂ ਦੇ ਖਿਲਾਫ ਚਾਰਾਂ ਵਰਨਾਂ ਤੇ, ਤਾਂ ਉੱਥੇ ਅੰਮ੍ਰਿਤ ਛਕਾਇਆ ਜਾ ਰਿਹਾ ਸੀ ਅਨੰਦਪੁਰ ਸਾਹਿਬ। ਇੱਕ ਬਾਟੇ ਸਾਰਿਆਂ ਨੂੰ, ਦੋਏ ਗੱਲਾਂ ਆਪਸ ਵਿੱਚ ਵਿਰੋਧੀ ਸੀ। ਉੱਥੇ ਇਹਦੇ ਖਿਲਾਫ ਪ੍ਰਚਾਰ ਹੋਇਆ ਇੱਕ ਬਾਟੇ ਚ ਅੰਮ੍ਰਿਤ ਦੇ, ਅੰਮ੍ਰਿਤਸਰ। ਨੌਵੇਂ ਗੁਰੂ ਨੂੰ ਤਾਂ ਉੱਥੇ ਬਣ ਨਹੀਂ ਦਿੱਤਾ। ਇਹ ਸਾਰੀ ਗੱਲੇ ਦੱਸਣੀ ਪਊਗੀ। ਹੁਣ ਕਿਸੇ ਦਾ ਡਰ ਭੈ ਨਹੀਂ ਰੱਖਣ ਦੀ ਲੋੜ। ਥੱਲਿਓਂ ਜੜ ਪੱਟ ਕੇ ਝੂਠ ਦੀ ਬਾਹਰ ਮਾਰਨੀ, ਡਰ ਪੈ ਰੱਖਣ ਦੀ ਹੁਣ ਲੋੜ ਨਹੀਂ ਰਹੀ। ਹੁਣ ਡਰ ਪੈ ਰੱਖਣ, ਸਿਰੋਂ ਪਾਣੀ ਉੱਪਰ ਹੋ ਗਿਆ। ਉਹ ਜਦ ਨੱਚਣ ਲੱਗੀ, ਕੁੰਡ ਕਾਹਦਾ ਕੱਢਣਾ? ਕੁੰਡ ਉਹਨਾਂ ਜਿਹੜੇ ਸੀ ਜਿਹਨਾਂ ਚ ਨੱਚਣ ਦਾ ਡਰ ਸੀ, ਜਿਹਨਾਂ ਚ ਨੱਚਣ ਦਾ ਡਰ ਸੀ, ਕੁੰਡ ਉਦੋਂ ਹੀ ਸੀ। ਹੁਣ ਨੱਚਣੇ ਲੱਗ ਗਈ ਤੇ ਕੁੰਡ ਹੁਣ ਕਾਹਦਾ ਕੱਢਣਾ? ਸਾਰਾ ਹੀ ਕੁਛ ਇਹਨਾਂ ਦਾ ਅੰਮ੍ਰਿਤਸਰ ਵਾਲਿਆਂ ਦਾ ਖਰਾਬ ਕੀਤਾ ਹੋਇਆ ਸ਼ੁਰੂ ਤੋਂ ਹੀ ਲੈ ਕੇ। ਇਹ ਰਲ ਗਏ, ਗੋਇੰਦਵਾਲ ਵਾਲੇ ਰਲ ਗਏ, ਖਡੂਰ ਸਾਹਿਬ ਵਾਲੇ ਰਲ ਗਏ, ਉਹ ਪਰਲੇ ਬਟਾਲੇ ਵਾਲੇ ਤਾਂ ਨਹੀਂ, ਉਹ ਪਰੇ ਬਟਾਲੇ ਵਾਲੇ ਤਾਂ, ਬਟਾਲੇ ਤਾਂ ਠੀਕ ਹੈ, ਉਹਨਾਂ ਦਾ ਰਾਜ 21 ਮੰਜੀਆਂ ਜਦੇ ਆ ਗਈਆਂ ਤੀਆਂ ਬਾਈ। ਬਟਾਲੇ ਵਾਲੇ ਵੀ ਚੱਲ ਵਿੱਚੇ ਲਾ ਲਓ। ਉਹ ਦੂਏ ਡੇਰਾ ਬਾਬਾ ਨਾਨਕ, ਸ੍ਰੀ ਜਾਂਦਾ ਤੇ ਰਹਿੰਦੀ ਖੁੰਦੀ ਕਸਰ ਇਹਨਾਂ ਨੇ ਕੱਢ ਦਿੱਤੀ। ਆ ਜਿਹੜੇ ਸੀ ਆਪਣੇ ਵਿਧੀ ਚੰਦ ਕੇ, ਆ ਖੁੰਝਾ ਰਹਿੰਦਾ ਸੀ ਇੱਕ ਤਰਨ ਤਾਰਨ ਦਾ, ਇਹ ਇਹਨਾਂ ਨੇ ਮੰਨ ਲਿਆ।
ਆਹੋ ਇਹ ਇਹਨਾਂ ਨੇ ਮੰਨ ਲਿਆ, ਇਹਨਾਂ ਨੇ ਆਪਣਾ ਸੰਪਰਦਾਇ ਅੜ ਚਲਾ ਲਿਆ। ਉਧਰ ਪਰਲੇ ਪਾਸੇ ਉਹ ਸ੍ਰੀ ਚੰਦ ਕਿਆ ਨੇ ਤਾਂ ਬਹੁਤਾ ਨਹੀਂ ਕੁਛ ਕੀਤਾ। ਉਹ ਬਾਬੇ ਬੁੱਢੇ ਦਾ ਗੁਰਦੁਆਰਾ ਬਣਾ ਕੇ, ਬਾਬੇ ਬੁੱਢੇ ਤੋਂ ਸਾਖੀ ਕਰਕੇ 6ਵੇਂ ਪਾਤਸ਼ਾਹ ਦਾ ਜਨਮ ਹੋਇਆ, ਉਧਰ ਉਹਨਾਂ ਨੇ ਕਰਤਾ। ਜੋ ਪਖੰਡਵਾਦ ਦਾ ਪ੍ਰਚਾਰ ਹੋਇਆ ਸਭ ਮਾਝੇ 'ਚ ਹੋਇਆ। ਜਿੰਨਾ ਵੀ ਖਿਲਾਫ ਅੰਮ੍ਰਿਤਸਰ ਤੇ ਪ੍ਰਚਾਰ ਹੋਇਆ ਅਨੰਦਪੁਰ ਸਾਹਿਬ ਤੇ, ਸਿਰਫ ਮਾਝੇ 'ਚ ਹੋਇਆ ਪ੍ਰਚਾਰ ਸਾਰਾ। ਹੁਣ ਤੱਕ ਵੀ ਉੱਥੇ ਵੀ ਹੁੰਦਾ। ਮਾਝੇ ਵਾਲੀ ਸਿੰਘ ਮਾਝੇ ਵਾਲੇ ਬੇਦਾਵਾ ਦੇ ਕੇ ਗਏ ਸੀ, ਮਾਝੇ ਵਾਲੇ ਬੇਦਾਵਾ ਦੇ ਕੇ। ਮਾਝੇ 'ਚ ਹੈ ਹੁਣ ਵੀ ਤਕੜੇ ਨੇ, ਥੋੜੇ ਨੇ, ਤਕੜੇ ਵੀ ਹੈਗੇ ਨੇ। 40 ਆਏ ਸੀ ਫਿਰ ਵੀ ਬੇਦਾਵਾ ਜੇ ਦੇ ਗਏ ਤੇ 40 ਆ ਵੀ ਗਏ ਸੀ, ਬੇਦਾਵਾ ਪੜਵਾ ਵੀ ਗਏ ਸੀ, ਪਰ ਤਾਦਾਦ ਥੋੜੀ ਹੈ ਉਹਨਾਂ ਦੀ। ਖਰੇ ਹੈਗੇ ਨੇ, ਇਹ ਨਹੀਂ ਵੀ ਖਰੇ ਨਹੀਂ, ਥੋੜੇ ਨੇ ਖਰੇ। ਪਰ ਇਹ ਤਾਂ ਸਾਰਾ ਰਿਹਾ ਹੀ ਨਹੀਂ ਕੋਈ। ਪਰੇ ਤਾਂ ਉਹ ਜਿਹੜੇ ਸੀਗੇ ਭਾਈ ਮਨੀ ਸਿੰਘ ਦਾ ਟੱਬਰ ਸੀ, ਉਹ ਪਰੇ ਉਹ ਰੇ ਆ ਗਏ ਸੀ, ਇੱਧਰ ਆ ਗਏ ਸੀ। ਤੇ ਬਾਕੀ ਉਹ ਜਿਹੜੇ ਉਹਨਾਂ ਦੇ ਸਹੁਰੇ ਸੀ, ਮਤਲਬ ਹੈ ਉਹ ਦਿੱਲੀ ਚਲੇ ਗਏ ਸੀ। ਜਿਹੜੇ ਉਹ ਪਰੇ ਉਹ ਤਾਂ ਉਰੇ ਆਏ ਗਏ ਸੀ। ਆ ਜਿਹੜੇ ਸੁੱਖਾ ਸਿੰਘ ਮਤਾਬ ਸਿੰਘ ਸੀ, ਮਾਝੇ 'ਚ ਇਹਨਾਂ ਨੂੰ ਟਿਕਣ ਦਿੱਤਾ ਨਹੀਂ ਕੋਈ। ਆਏ ਬੈਠੇ ਨੇ ਆਪਣੇ ਖੰਨੇ ਕੋਲ, ਬੜਲੇ ਕੋਟਲੇ ਇੱਥੇ ਦਿੱਤੀ ਹੈ ਜ਼ਮੀਨ ਉਹਨਾਂ ਨੂੰ। ਖਰੇ ਬੰਦੇ ਨਹੀਂ ਉੱਥੇ ਕਦਰ ਕੀਤੀ ਉਹਨਾਂ ਨੇ, ਖਰੇ ਦੀ ਕਦਰ ਨਹੀਂ ਕੀਤੀ। ਖੋਟ ਸੀ ਉਹਦੇ ਨਾਲ ਸਾਰੀ, ਖੋਟ ਸੀ ਰਣਜੀਤ ਸਿੰਘ ਨਾਲ। ਗਲਤੀ ਅਕਾਲੀ ਫੂਲਾ ਸਿੰਘ ਦੀ ਸੀ। ਅਕਾਲੀ ਫੂਲਾ ਸਿੰਘ ਦੀ ਗਲਤੀ ਨਹੀਂ ਸੀ, ਮਜਬੂਰੀ ਸੀ। ਪਰਲੇ ਪਾਸਿਓਂ ਹਮਲੇ ਹੁੰਦੇ ਸੀ ਮੁਸਲਮਾਨਾਂ ਦੇ, ਜੇ ਉਹਦਾ ਸਾਥ ਨਾ ਦਿੰਦੇ ਮੁਸਲਮਾਨ ਹਾਵੀ ਹੋ ਜਾਂਦੇ ਉੱਤੇ, ਕਿਉਂਕਿ ਮੁਸਲਮਾਨਾਂ ਤੇ ਮੂਹਰੇ ਉਹੀ ਸੀ ਨਾ ਰਣਜੀਤ ਸਿੰਘ। ਇਸ ਕਰਕੇ ਅਕਾਲੀ ਫੂਲਾ ਸਿੰਘ ਦੀ ਖਾਲਸੇ ਦੀ ਮਜਬੂਰੀ ਸੀ ਉਹਦੀ ਮਦਦ ਤੇ ਖੜੇ ਹੋਣਾ। ਉਹਨਾਂ ਨੂੰ ਰੋਕਣ ਵਾਸਤੇ ਇਹ ਲੜਦੇ ਸੀ, ਤਨਖਾਹ ਨਹੀਂ ਸੀ ਲੈਂਦੇ, ਵੀ ਸਿਰਫ ਫਿਰ ਵੀ ਕਮ ਸੇ ਕਮ ਉਹਨਾਂ ਨੂੰ ਰੋਕ ਰੱਖੀਏ। ਮੁਸਲਮਾਨਾਂ ਨੂੰ ਰਾਜ ਨਹੀਂ ਸੀ ਕਰਦੇ, ਰਾਜ ਦਖਲ ਵੀ ਨਹੀਂ ਸੀ ਦਿੰਦੇ, ਵੀ ਹਾਲੇ ਜਿਹੋ ਜਿਹਾ ਵੀ ਇਹਨਾਂ ਨੂੰ ਕਰੀ ਜਾਣ ਦਿਓ ਸਾਰਿਆਂ ਨੂੰ ਰਲ ਮਿਲ ਕੇ। ਗੁਰਮਤ ਤੋਂ ਖਿਲਾਫ ਇਹਨਾਂ ਨੇ ਜੋ ਵੀ ਕੁਛ ਕੀਤਾ, ਨੁਕਸਾਨ ਕੀਤਾ, ਜੋ ਕੀਤਾ ਮਾਝੇ ਨੇ ਕੀਤਾ। ਹਾਂਜੀ। ਛੁੱਟੀ ਈਸ ਤਾਰੀ ਕੀ ਸੁਨਿਆਸ ਧਾਰੀ। ਛੁੱਟੀ ਈਸ ਤਾਈ ਤਾਰੀ, ਹਾਂ ਉਹ ਛੁੱਟੀ ਈਸ ਤਾੜੀ, ਤਾਰੀ ਦਾ ਤਾੜੀ, ਉਹਦੀ ਤਾੜੀ ਛੁੱਟ ਗਈ ਇਸ ਦੀ। ਕਿਹਦੀ ਤਾੜੀ ਛੁੱਟ ਗਈ? ਤਾੜੀ ਛੁੱਟ ਗਈ ਜਿਹਦਾ ਨਾਂ ਚਾਹੁੰਦਾ ਅੱਗੇ ਆ ਜਾਊਗਾ। ਛੁੱਟੀ ਈਸ਼ ਤਾੜੀ ਕੀ ਸੁਨਿਆਸ ਧਾਰੀ। ਸੁਨਿਆਸ ਧਾਰੀ ਦੀ ਤਾੜੀ ਛੁੱਟ ਗਈ। ਸੁਨਿਆਸ ਧਾਰੀ ਕੌਣ ਸੀ? ਦੱਤਾਤਰੇय ਦੀ ਤਾੜੀ ਛੁੱਟ ਗਈ ਵੀ ਥੱਲੇ ਕੀ ਹੁੰਦਾ ਤੇਤੇ ਖਿਲਾਫ। ਉਹ ਵੀ ਤਾਂ ਦੇਖਦਾ ਸੀ, ਉਹਦਾ ਬੇਫਿਕਰ ਸੀ, ਆਪਣਾ ਤਾੜੀ ਲਾਈ ਬੈਠਾ। ਉਹਦੀ ਤਾੜੀ ਛੁੱਟ ਗਈ ਸੱਚਖੰਡ ਚੋਂ, ਦੇਵਲੋਕ ਚੋਂ। ਸੱਚਖੰਡ ਨਹੀਂ, ਦੇਵਲੋਕ ਚੋਂ। ਦੇਵਲੋਕ ਤਾੜੀ ਲਾਈ ਤੇ ਉਹਦੀ ਤਾੜੀ ਜਾ ਛੁੱਟੀ, ਛਡਾਤੀ। ਉਹ ਨਾਲ ਜਾਣੇ ਵੀ ਤੇਰਾ ਕੀਤਾ ਹੋਇਆ ਰਾ ਆ ਦੇਖੋ ਕੀ ਕਰਨ ਲੱਗਿਆ। ਪਾਰਸਨਾਥ ਕੀ ਕਰਨਾ ਚਾਹੁੰਦਾ। ਉਹਦਾ ਹੁਣ ਕਹੇ ਤੂੰ ਅੱਖ ਖੋਲ ਥੱਲੇ, ਤੂੰ ਆਪਣੇ ਆਪ 'ਚ ਨਾ ਬੈਠ, ਥੱਲੇ ਰਕਸ਼ਾ ਕਰ ਜਿਹੜਾ ਤੂੰ ਬਾਗ ਲਾ ਕੇ ਆਇਆ ਹੋਇਆ। ਆਪਣੇ ਬਾਗ ਦੀ ਤੂੰ ਤਾੜੀ ਲਾ ਕੇ ਨਹੀਂ ਧਿਆਨ ਰੱਖਿਆ, ਤੇਰਾ ਬਾਗ ਗਿਆ ਉਜੜ। ਹੁਣ ਉਹਦੇ ਬੂਟੇ ਪੱਟ ਕੇ ਸਿੱਟਣ ਲੱਗਿਆ ਸਮੁੰਦਰ 'ਚ ਹਨੂਮਾਨ ਨਵਾਂ। ਦੇਖ ਇਹਨੂੰ ਥੱਲੇ, ਧਿਆਨ ਦੇ। ਛੁੱਟੀ ਇਸ ਤਾੜੀ ਕੀ ਸੰਨਿਆਸ ਧਾਰੀ। ਕਿ ਸੰਨਿਆਸ ਧਾਰੀ, ਸੰਨਿਆਸ ਧਾਰੀ ਦੀ, ਸੰਨਿਆਸ ਧਾਰੀ ਤਾਂ ਉਹੀ ਸੀ ਨਾ। ਜਿੰਨੇ ਕੁ ਸੰਨਿਆਸ ਧਾਰੀ ਤੇਰੇ ਹੈਗੇ ਨੇ ਥੋੜੇ ਬਹੁਤੇ ਚੰਗੇ ਠੀਕ, ਉਹਨਾਂ ਤੇ ਇੱਥੋਂ ਹੀ ਲਾਈਟ ਪਾ ਦੇ, ਇੱਥੋਂ ਹੀ ਕਿਰਪਾ ਕਰ ਦੇ, ਇੱਥੋਂ ਹੀ ਉਹਨਾਂ ਨੂੰ ਦੇ। ਇਹੀ ਕਿਰਪਾ ਹੁੰਦੀ ਹੈ, ਇੱਥੋਂ ਹੀ ਕਰ ਦੇ ਉਹਨਾਂ ਨੂੰ। ਹੋਰ ਹਾਂਜੀ। ਕੀ ਗੰਧਰਵ ਗੱਜੇ ਕੀ ਬਾਦੰਤਰ ਵੱਜੇ। ਕੀ ਗੰਧਰਵ ਗੱਜੇ ਕੀ ਬਾਦੰਤਰ ਵੱਜੇ। ਬਾਜੰਤਰ ਵੱਜੇ, ਬਾਦੰਤਰ ਵੱਜੇ। ਗੰਧਰਵਾਂ ਨੂੰ ਫਿਰ ਕੁਛ ਦੇਖੋ ਨਾ,
ਆਕਾਸ਼ ਬਾਣੀ ਹੋਈ, ਇਸੇ ਨੂੰ ਆਕਾਸ਼ ਬਾਣੀ ਕਹਿੰਦੇ ਨੇ। ਜਿਵੇਂ ਮੈਸੇਜ ਆਉਂਦੇ ਨੇ ਉਹ ਉੱਤੋਂ ਆਉਂਦੇ ਨੇ ਮੈਸੇਜ, ਇੰਟਰਨੈਟ ਦੇ ਮੈਸੇਜ ਕਿੱਥੋਂ ਉੱਤੋਂ ਹੀ ਆਉਂਦੇ ਨੇ ਨਾ, ਬਸ ਇੱਦਾਂ ਹੀ ਮੈਸੇਜ ਆ ਜਾਂਦੇ ਨੇ। ਇੱਦਾਂ ਹੀ ਉਹ ਜਿਹੜੇ ਨੇ ਨਾ, ਇੱਦਾਂ ਹੀ ਇਹ ਮੈਸੇਜ ਵੀ ਆ ਜਾਂਦੇ ਨੇ। ਜੇ ਹੁਣ ਇੱਥੋਂ ਆਉਂਦੇ ਨੇ ਤਾਂ ਉਹ ਵੀ ਆ ਜਾਂਦੇ ਨੇ। ਹੁਣ ਤਾਂ ਪਤਾ ਹੀ ਹੈ, ਹੁਣ ਤਾਂ ਪਤਾ ਹੀ ਹੈ। ਨਹੀਂ ਦੇਣ ਲੱਗ ਗਏ, ਹੁਣ ਤਾਂ ਆਮ ਕਰਨ ਲੱਗ ਗਏ ਗੱਲ ਆਮ। ਉੱਥੋਂ ਹੀ ਮੈਸੇਜ ਦੇ ਦਿੱਤੇ ਉਹਨਾਂ ਨੂੰ, ਉਹਨਾਂ ਤੇ ਦ੍ਰਿਸ਼ਟੀ ਕਰਤੀ। ਉਹ ਚਾਹੁੰਦੇ ਸੀ ਨਾ ਕਿਰਪਾ, ਜੋ ਕਿਰਪਾ ਚਾਹੁੰਦਾ ਉਹ ਤੇ ਕਿਰਪਾ ਹੋ ਜਾਂਦੀ ਹੈ। ਉਹਨਾਂ ਦਾ ਜੁੜਿਆ ਹੋਇਆ ਸੀ, ਉਧਰੋਂ ਸੋਚ ਆਉਣ ਨਹੀਂ ਸੀ। ਆਪਾਂ ਤਾਂ ਟੀਵੀ ਕੀਤੀ ਆ, ਹੁਣ ਗਾਂ ਵਾਲਿਆਂ ਦੇ ਬਿਜਲੀ ਹੈ ਨਹੀਂ, ਕੇਬਲ ਵਾਲਿਆਂ ਦੇ ਆਵੇਗੀ, ਪਰ ਜਾ ਉਹਨਾਂ ਦੇ ਬਿਜਲੀ ਉਹ ਖੜਕ ਆ ਜਾਣੀ ਆਪਣੇ। ਜੇ ਆਉਣਾ ਆਪਣੀ, ਜੇ ਆਪਣੀ ਟੀਵੀ ਆਉਣਾ ਤੇ ਬਿਜਲੀ ਤਾਂ ਉਧਰੋਂ ਆਉਂਦੀ, ਸਾਰੇ ਉਹਨਾਂ ਨੇ ਜਦੇ ਆ ਜਾਣੀ ਹੈ। ਜੇ ਆਪਣੀ ਵੀ ਟੀਵੀ ਆਉਣ ਨਹੀਂ ਤਾਂ ਫਿਰ ਉਹਨਾਂ ਦੇ ਚਾਹੇ ਚੱਲਦੀ ਹੈ, ਫਿਰ ਨਹੀਂ ਆਉਣੀ। ਜਿਹੜਾ ਬੈਠਾ ਨਾ ਆਸ ਵਿੱਚ, ਕਿਰਪਾ ਕਰੋ ਹਰੇ ਨਾਨਕ ਮੰਗੇ ਨਾਮ, ਉਹ ਜਦ ਫਿਰ ਉਹਨੇ ਕਿਹਾ ਨਾ ਬਈ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਤੇ ਇਹਦਾ ਮਤਲਬ ਕੋਈ ਦਰ ਹੋਊਗਾ, ਪੁਕਾਰ ਸੁਣੀ ਹੋ ਜਾਂਦੀ ਹੈ। ਇਹ ਝੂਠ ਤਾਂ ਲਿਖਿਆ ਨਹੀਂ ਹੋਇਆ। ਮੇਘੇ ਨੂੰ ਫਰਮਾਨ ਹੋਆ ਬਰਸੋ, ਇਹ ਫਿਰ ਕੀ ਹੈ? ਇਹੀ ਗੱਲ ਹੈ, ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਤਾਰ। ਉਹ ਵੀ ਮੇਘਾ ਹੀ ਹੈ ਉੱਤੇ ਬੈਠਾ, ਉਹਨੂੰ ਫਰਮਾਨ ਹੋ ਗਿਆ। ਆਖਰ ਜਿਹੜਾ ਇੱਥੇ ਹੁਣ ਝੂਠ ਹੈ, ਜਿਹੜਾ ਪਾਰਸਨਾਥ ਕੋਲ ਸੱਚ ਹੈ, ਉਹਦੇ ਨਾਲ ਵਧੀਆ ਸੱਚ ਸੀ ਉਹਦੇ ਕੋਲ, ਦੱਤਾਤਰੇਆ ਕੋਲ। ਤੇ ਵਧੀਆ ਦੀ ਰਾਖੀ ਕਰਨੀ ਹੈ ਪਰਮੇਸ਼ਰ ਨੇ, ਘਟੀਆ ਦੀ ਨਹੀਂ ਕਰਨੀ ਹੈ। ਘਟੀਆ ਦੀ ਰਾਖੀ ਨਹੀਂ ਕਰਦੀ, ਵਧੀਆ ਦੀ ਰਾਖੀ ਕਰਦੀ। ਹਾਂਜੀ। ਕੀ ਗੰਧਰਵ ਗੱਜੇ, ਕੀ ਬਾਦ ਅੰਤਰ ਵੱਜੇ। ਕੀ ਗੰਧਰਵ ਗੱਜੇ, ਗੱਜ ਗੰਧਰਵ ਵੀ ਬੋਲ ਪਏ, ਗੰਧਰਵਾਂ ਨੇ ਵੀ ਰਾਗ ਛੇੜਤਾ। ਬਾਜੰਤਰ ਵੱਜੇ, ਬਾਜੇ ਵੱਜ ਪਏ। ਕੀ ਪਾਪਾ ਅਸਤਰ ਬਰਖੇ, ਕੀ ਧਰਮਾ ਅਸਤਰ ਕਰਖੇ। ਬਸ ਉਧਰ ਪਾਪਾ ਅਸਤਰ ਬਰਖਦੇ ਸੀ। ਪਾਪ ਅਸਤਰ ਕਿਹੜੇ ਬਰਖਦੇ ਸੀ ਕਿ ਉਹਦਾ ਨਾਂ ਮਿਟਾ ਦੇਣਾ, ਪਾਪ ਅਸਤਰ ਹੈ ਪਾਰਸਨਾਥ ਵੱਲੋਂ। ਜਿਹੜਾ ਕਿਸੇ ਦਾ ਨਾਂ ਮਿਟਾਉਣਾ ਪਾਪ ਹੈ। ਪਾਪ ਅਸਤਰ ਬਰਖੇ, ਕੀ ਧਰਮ ਅਸਤਰ ਕਰਖੇ। ਉਹਦਾ ਧਰਮ ਅਸਤਰ ਕਰਕੇ, ਉਹਦਾ ਧਰਮ ਦੇ ਅਸਤਰ ਕਰਕੇ। ਪਾਪ ਦੇ ਅਸਤਰਾਂ ਨੂੰ ਧਰਮ ਦੇ ਅਸਤਰਾਂ ਨੇ ਜਵਾਬ ਦੇਣਾ ਸ਼ੁਰੂ ਕਰਤਾ। ਉਹ ਕਹਿੰਦੇ ਜੇ ਕਿਸੇ ਦਾ ਰਹਿਮਨ ਜੋ ਅਪਕੀਰਤੀ ਚਾਹੇ ਪਰ ਕੀਰਤੀ ਕੋ ਖੋਏ। ਗੰਧਰਵ ਕਹਿ ਰਿਹਾ, ਗੰਧਰਵ ਜੋ ਅਪਕੀਰਤੀ ਚਾਹੇ, ਜਿਹੜਾ ਆਪਣੀ ਕੀਰਤੀ ਚਾਹੁੰਦਾ ਹੈ, ਪਰ ਕੀਰਤੀ ਕੋ ਖੋਏ ਤਿਨ ਕੇ ਮੂੰਹ ਪਰ ਮਸੀ ਲੱਗੀ ਮਿੱਟੀ ਨ ਵਰਹੂਦ ਹੋਏ। ਮਾਰਤਾ ਨਾ ਅਸਤਰ, ਗੰਧਰਵ ਨੇ ਗੱਲ ਕਹਿਤੀ, ਸੁਣ ਲਈ। ਜਿਹੜਾ ਦੂਏ ਦੀ ਕੀਰਤੀ ਨੂੰ ਨਾਸ ਕਰਕੇ ਆਪਣੀ ਕੀਰਤੀ ਚਾਹੁੰਦਾ ਹੈ, ਉਹਦੇ ਮੂੰਹ ਤੇ ਉਹ ਕਾਲਖ ਲੱਗ ਜਾਂਦੀ ਹੈ। ਉਹ ਸਾਰੀ ਜ਼ਿੰਦਗੀ ਧੋਈ ਜਾਵੇ, ਮਰ ਕੇ ਵੀ ਨਹੀਂ ਮਿਟਦੀ। ਉਹ ਮਰ ਕੇ ਵੀ ਧੋ, ਮਿੱਟੀ ਹੀ ਨਾ ਮਾਰੂ, ਮਰ ਕੇ ਧੋਈ ਜਾਵੇ ਤਬ ਨਹੀਂ ਮਿਟਦੀ ਉਹ ਕਾਲਖ। ਤੁਸੀਂ ਆਪਣੀ ਕੀਰਤੀ ਵਧਾ ਲਓ, ਦੂਏ ਦੀ ਨਸ਼ਟ ਨਹੀਂ ਕਰੋ। ਦੂਏ ਦੀ ਕਾਹਤੇ ਨਸ਼ਟ ਕਰੋ? ਚੰਦਰਮਾ ਜਿੰਨਾ ਹੈਗਾ, ਚੰਦਰਮਾ ਓਨਾ ਹੀ ਰਹਿਣ ਦਿੰਦਾ ਸੂਰਜ। ਕਦੇ ਸੂਰਜ ਚੜ੍ਹਦਾ, ਚੰਦਰਮਾ ਆਪ ਹੀ ਘਟ ਰਹਿ ਜਾਂਦਾ। ਸੂਰਜ ਗਾਇਬ ਹੁੰਦਾ, ਚੰਦਰਮਾ ਉਹੋ ਜਿਹਾ ਹੀ ਹੁੰਦਾ। ਦੂਏ ਦੀ ਕੀਰਤੀ ਖੋਦਾ ਨਹੀਂ ਹੈ ਸੂਰਜ। ਤਾਰਿਆਂ ਦੀ ਲੋਅ ਨੂੰ ਘਟਾਉਂਦਾ ਨਹੀਂ ਹੈ ਸੂਰਜ, ਉਹ ਨਹੀਂ ਹੁੰਦੀ ਹੈ, ਪਰ ਉਹ ਦਿਖਾਈ ਨਹੀਂ ਦਿੰਦੀ। ਇਹ ਨਹੀਂ ਕਹਿੰਦਾ ਵੀ ਚੰਦਰਮੇ ਨੂੰ ਮੈਂ ਰਹਿਣੇ ਨਹੀਂ ਦੇਣਾ, ਜਾਂ ਤੂੰ ਨਹੀਂ ਹੋਏਗਾ ਤੇ ਚੰਦਰਮੇ ਨੇ ਵੀ ਕੰਮ ਦੇਣਾ ਲੋਕਾਂ ਨੂੰ। ਕੁਦਰਤ ਨੇ ਕੋਈ ਐਸਾ ਨਿਯਮ ਨਹੀਂ ਬਣਾਇਆ ਹੈ। ਆਦਮੀ ਜਿਹੜਾ ਇਹ ਚਾਹੁੰਦਾ, ਇਹ ਗਲਤ ਹੈ। ਪਰ ਕੀਰਤੀ ਕੋ ਖੋਏ ਵਾਲੀ ਗੱਲ ਨਹੀਂ। ਪਰ ਕੀਰਤੀ ਕੋ ਖੋਏ ਵਾਲੀ ਗੱਲ ਸੰਤਾਂ ਨੇ ਕੀਤੀ। ਮਹਾਂਪੁਰਸ਼ ਕਾਹੇ ਮਹਾਂਪੁਰਸ਼ ਹੈ ਨਹੀਂ ਸੀ।
ਭਗਤਾਂ ਦੀ ਬਰਾਬਰੀ ਕੀਤੀ, ਭਗਤ ਹੈ ਨਹੀਂ ਸੀ। ਅਨੰਦਪੁਰ ਸਾਹਿਬ ਨਹੀਂ ਗਏ, ਬਰਾਬਰੀ ਸ਼ਰੀਕਾ ਬਣਾਇਆ, ਗਲਤ ਸੀ ਇਹ। ਤੁਸੀਂ ਉੱਥੇ ਮੱਥਾ ਹਾਂ ਨਾ ਜਾਂਦੇ, ਨਾ ਜਾਂਦੇ ਅਨੰਦਪੁਰ ਸਾਹਿਬ, ਨਾ ਜਾਂਦੇ ਅੰਮ੍ਰਿਤਸਰ, ਬਿਲਕੁਲ ਨਾ ਜਾਂਦੇ, ਪਰ ਗੱਲ ਗੁਰਮਤਿ ਦੀ ਪੂਰੀ ਕਰਦੇ। ਇੱਥੋਂ ਸ਼ੁਰੂ ਅਸੀਂ ਤਾਂ ਨਹੀਂ ਜਾਂਦੇ, ਉਹ ਕਹਿੰਦੇ ਉੱਥੇ ਗੱਲ ਗੁਰਮਤਿ ਦੀ ਹੈ ਨਹੀਂ। ਸਵਾਦ ਦੀ ਗੱਲ ਸੀ ਨਾ। ਗੁਰੂ ਸਾਹਿਬ ਖਡੂਰ ਸਾਹਿਬ ਤੇ ਡੇਰਾ ਬਾਬਾ ਨਾਨਕ ਨਹੀਂ ਗਏ, ਦੂਜੇ ਪਾਤਸ਼ਾਹ ਨਹੀਂ ਗਏ, ਗੁਰੂ ਨਾਨਕ ਦੀ ਜਗ੍ਹਾ ਜਾਣਾ ਨਹੀਂ ਕਹਿੰਦੇ, ਪਰ ਗੱਲ ਤਾਂ ਗੁਰਮਤਿ ਕੀਤੀ ਨਾ ਉੱਥੇ ਬੈਠ ਕੇ। ਖਡੂਰ ਸਾਹਿਬ ਛੱਡਤਾ ਗੁਰੂ ਅਮਰਦਾਸ ਨੇ, ਗੱਲ ਗੁਰਮਤਿ ਦੀ ਕੀਤੀ, ਖਡੂਰ ਸਾਹਿਬ ਦੀ ਕੋਈ ਪਰਵਾਹ ਨਹੀਂ ਜਾਂਦੇ। ਖਡੂਰ ਸਾਹਿਬ ਗੁਰਮਤਿ ਦੀ ਗੱਲ ਰਹੀ ਨਹੀਂ, ਤਾਂ ਕਰਤੀ, ਉਹੀ ਕਾਮਯਾਬ ਹੋ ਗਿਆ। ਖਡੂਰ ਸਾਹਿਬ ਪਿੱਛੇ ਛੱਡਤਾ ਲੋਕਾਂ ਨੇ। ਜਗ੍ਹਾ ਦੀ ਕੋਈ ਵੈਲਿਊ ਨਹੀਂ ਹੈ, ਕੁਛ ਵੀ ਵੈਲਿਊ ਨਹੀਂ। ਵੈਲਿਊ ਹੈ ਸੱਚ ਦੀ, ਸੱਚ ਹੈ ਨਹੀਂ ਜਿੱਥੇ, ਉਹ ਜਗ੍ਹਾ ਤੋਂ ਅਸੀਂ ਕੀ ਕਰਨਾ? ਜਗ੍ਹਾ ਨੂੰ ਚੱਟਣਾ ਤਾਂ ਸੱਚੇ ਨਹੀਂ ਹੈ ਉੱਥੇ, ਉੱਥੋਂ ਦਾ ਝੂਠ ਦਾ ਪ੍ਰਚਾਰ ਹੈ। ਉਹ ਤਾਂ ਕਰਾਉਣਾ ਕੀ ਹੈ? ਇਹ ਜਗ੍ਹਾ ਰੱਦ ਹੁੰਦੀਆਂ ਗਈਆਂ ਨੇ, ਰੱਦ ਹੁੰਦੀਆਂ ਜਾਣਗੀਆਂ, ਹੁੰਦੀਆਂ ਰਹੀਆਂ ਰੱਦ। ਕਾਸ਼ੀ ਸੀ ਕਿਸੇ ਵੇਲੇ, ਕਾਸ਼ੀ ਰੱਦ ਹੋ ਗਈ। ਮਗਹਰ ਸੀ, ਕਬੀਰ ਜੰਮੇ, ਮਗਹਰ ਤੇ ਗਿਆਨ ਹੋਇਆ ਕਬੀਰ ਨੂੰ, ਮਗਹਰ ਛੱਡਿਆ ਆ, ਫਿਰ ਕਾਸ਼ੀ ਆ ਗਿਆ। ਗਿਆਨ ਮਗਹਰ ਤਾਂ ਨਹੀਂ ਬੈਠਿਆ। ਉਹ ਕਹਿੰਦੇ ਪਹਿਲੇ ਦਰਸ਼ਨ ਮਗਹਰ ਪਾਇਓ, ਫਿਰ ਕਾਸ਼ੀ ਬਸੇ ਆਈ, ਫਿਰ ਮੈਂ ਕਾਸ਼ੀ ਆ ਕੇ ਬਸ ਗਿਆ। ਕਾਸ਼ੀ ਮਗਰ ਸਮ ਵਿਚਾਰੀ, ਕਾਸ਼ੀ ਮਗਰ ਸਮ ਵਿਚਾਰੀ। ਇਹ ਕਿਵੇਂ ਕਹਿੰਦੇ ਨੇ ਅੰਮ੍ਰਿਤਸਰ ਪਵਿੱਤਰ ਹੈ, ਫਲਾਨਾ ਪਵਿੱਤਰ ਹੈ? ਸਭ ਬਕਵਾਸ ਹੈ ਇਹਨਾਂ ਦਾ। ਗੁਰਮਤਿ ਦੇ ਖਿਲਾਫ ਹੈ ਸਭ। ਜੋ ਗੁਰਮਤਿ ਨੇ ਸਾਨੂੰ ਪੜ੍ਹਾਈ ਸੀ, ਉਹਦੇ ਹੀ ਖਿਲਾਫ ਹੈ। ਮਾਇਆ ਚਾਹੀਦੀ ਸੀ, ਮਾਇਆ ਮੰਦਰ ਚਾਹੀਦੇ ਸੀ ਉਹਨਾਂ ਵਾਂਗੂ, ਹਿੰਦੂਆਂ ਵਾਂਗੂ ਚੜਾਵਾ ਚਾਹੀਦਾ ਸੀ, ਉਹ ਇਹਨਾਂ ਨੂੰ ਹੋ ਗਿਆ। ਇਹਨਾਂ ਨੇ ਕੀ ਲੈਣਾ ਗੁਰਮਤਿ ਤੇ? ਗੁਰਮਤਿ ਦੀ ਕਿਹਨੂੰ ਫਿਕਰ ਹੈ? ਕਿਸੇ ਨੂੰ ਵੀ ਨਹੀਂ। ਕੀ ਲੈਣਾ ਇਹਨਾਂ ਨੇ ਗੁਰਮਤਿ ਤੇ? ਮਾਇਆ ਦੀ ਲੋੜ ਹੈ, ਮਾਇਆ ਨੂੰ ਮਿਲ ਰਹੀ ਹੈ। ਸਾਰੀ ਪੰਡਤ ਵਾਲੀ ਪੈਂਤਰਾ ਪੰਡਤ ਵਾਲਾ ਹੈ। ਗੋਲਕ ਕਿਵੇਂ ਵਧੂਗੀ? ਜਦ ਸਰੋਪੇ ਹਟਾਤੇ ਤੇ ਸਰੋਪੇ ਲਾਏ ਕਿਉਂ? ਗੋਲਕ ਘਟ ਗਈ ਸੀ। ਸਰੋਪੇ ਹਟਾਤੇ ਪਿੱਛੇ, ਕਹਿੰਦੇ ਵੀ ਨਹੀਂ ਸਰੋਪੇ ਲਾਓ। 100 ਰੁਪਏ ਨੂੰ ਸਰੋਪਾ ਆਉਂਦਾ ਤੇ ਇਹ ਤਾਂ ਬਿਜ਼ਨਸ ਆਪਣਾ ਤਾਂ ਘਾਟੇ ਜਾਂਦਾ ਹੈ ਸੌਦਾ। ਸਾਰੇ ਦਾਰੋਦਾਰ ਪੈਸੇ ਤੇ ਖੜੀ ਹੈ ਗੱਲ। ਪੈਸਾ ਕੀ ਹੈ? ਕੂੜ, ਮਾਇਆ, ਬਿਖ। ਜਿੱਥੇ ਬਿਖ ਵਰਤਦੀ ਹੋਵੇ ਉੱਥੇ ਨਾਮ ਨਹੀਂ ਹੋ ਸਕਦਾ। ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿੰਦੀਆਂ ਹੁੰਦੀਆਂ। ਅਰੋਗਾ ਅਸਤਰ ਛੁੱਟੇ, ਸੁਭੋਗਾ ਅਸਤਰ ਸੁੱਟੇ। ਜਾਂ ਅਰੋਗਾ ਅਸਤਰ ਛੁੱਟੇ, ਅਰੋਗ ਕਰਨੇ ਵਾਲੇ ਨਾਮ ਦੇ, ਅਰੋਗਾ ਅਸਤਰ ਛੁੱਟੇ। ਜਾਂ ਅਰੋਗਾ ਅਸਤਰ ਚੱਲੇ, ਜਿਹੜੇ ਭੋਗਾ ਅਸਤਰ ਤੇ ਛੱਡ ਦਿੱਤੇ ਲੋਕਾਂ ਨੇ। ਸੁਭੋਗਾ ਅਸਤਰ ਸੁੱਟੇ। ਜਿਹੜੇ ਮੰਤਰ ਰਿੱਧੀਆਂ ਸਿੱਧੀਆਂ ਵਾਲੇ ਸੀ, ਜਿਵੇਂ ਸੰਤ ਕਹਿੰਦੇ ਰਿੱਧੀਆਂ ਸਿੱਧੀਆਂ, ਇਹ ਭੋਗਾ ਅਸਤਰ ਨੇ। ਜਿਹੜੇ ਜਾਪ ਰਿੱਧੀ ਸਿੱਧੀ, ਜਿਹੜੇ ਜਾਪਾਂ ਨਾਲ ਮਿਲਦੀ ਹੈ ਤੁਹਾਨੂੰ, ਆਹ ਇਕੱਲਾ ਹੀ ਸ਼ਬਦ ਪੜ੍ਹੀ ਜਾਓ, ਤੁਹਾਡਾ ਕੰਮ ਠੀਕ ਹੋ ਜੂ, ਇਹ ਭੋਗਾ ਅਸਤਰ ਹੈ। ਬਹੁਤ ਔਖਾ, ਇਹ ਸਮਝਣੀਆਂ ਬਹੁਤ ਔਖੀਆਂ ਨੇ ਗੱਲਾਂ ਇਹ। ਹੁਣ ਦੱਸੋ ਭੋਗਾ ਅਸਤਰ ਕਿੱਥੇ ਪੜ੍ਹਿਆ ਤੁਸੀਂ? ਕਿੱਥੋਂ ਲਿਆਓਗੇ ਰੋਗਾ ਅਸਤਰ, ਭੋਗਾ ਅਸਤਰ? ਸੰਸਾਰ ਤਾਂ ਹੈ ਨਹੀਂ, ਕਿਸੇ ਡਿਕਸ਼ਨਰੀ 'ਚ ਹੈ ਨਹੀਂ। ਪੜ੍ਹਨ ਵਿਚਾਰਾ ਕੀ ਕਰਦਾ? ਬਾਹਰਲਾ ਸਰੂਪ ਵੀ ਹੈ ਨਹੀਂ ਸ਼ਸਤਰ ਦਾ, ਕਿਤੇ ਬਾਹਰ ਵੀ ਐਸਾ ਸਰੂਪ ਨਹੀਂ ਹੈ। ਪਾਪਾ ਅਸਤਰ, ਧਰਮ ਅਸਤਰ। ਤਾਂ ਮੈਂ ਕਹਿੰਦਾ ਸੀ ਇਹ ਬਹੁਤ ਹੀ ਇੰਪੋਰਟੈਂਟ ਚੈਪਟਰ ਹੈ, ਸਾਰਿਆਂ ਨੂੰ ਦੋਹਾਂ ਗ੍ਰੰਥਾਂ ਦਾ ਇੰਪੋਰਟੈਂਟ ਚੈਪਟਰ ਹੈ ਇਹ। ਦੋਏ ਅਵਤਾਰ ਉਹ ਕਹਿੰਦੇ ਜੀ ਬਾਣੀ ਉਹ ਨਹੀਂ ਦਸਮ ਪਾਤਸ਼ਾਹ, ਕੋਈ ਇਹਦੇ ਮੁਕਾਬਲੇ ਦਾ ਚੈਪਟਰ ਦੁਨੀਆ 'ਚ ਕੋਈ ਗ੍ਰੰਥ ਦੂਆ ਦਿਖਾਉਣ, ਕੋਈ ਦੁਨੀਆ 'ਚ ਐਸਾ ਗ੍ਰੰਥ ਦਿਖਾਉਣ ਜਿਹੜਾ ਇਹ ਚੈਪਟਰ ਉੱਥੇ ਜਿੱਥੇ ਹੋਵੇ। ਜਿਹੜੇ ਕਹਿੰਦੇ ਨੇ ਨਾ ਇੰਨੇ ਬਥੇਰੇ ਲਿਖੇ ਪਏ ਨੇ, ਉਹ ਕਾਲਾ ਖਾਨਾ ਬਕਵਾਸ ਕਰਦਾ ਸੀ। ਇਹ ਜੇ ਬਥੇਰੇ, ਇੱਕ ਤਾਂ ਦਿਖਾਵੇ ਕਿੱਥੇ ਲਿਖਿਆ ਹੋਇਆ। ਜਾਂ ਰੋਗਾ ਅਸਤਰ ਛੁੱਟੇ, ਸੁਭੋਗਾ ਅਸਤਰ ਸੁੱਟੇ। ਸੁਭੋਗਾ ਅਸਤਰ ਛੱਡ ਦਿੱਤੇ ਲੋਕਾਂ ਨੇ। ਉਹ ਕਹਿੰਦੇ ਸੁਭੋਗਾ ਅਸਤਰ ਕੀ ਹੈ? ਸੁਭੋਗਾ ਅਸਤਰ ਹੈ ਸਰੀਰ ਦੀ ਖੁਰਾਕ।
ਉਹ ਹੈ ਆਤਮਾ ਦੀ ਖੁਰਾਕ। ਜਦ ਆਤਮਾ ਦੀ ਖੁਰਾਕ ਮਿਲਣ ਲੱਗੀ ਤਾਂ ਸਰੀਰ ਦੀ ਖੁਰਾਕ ਇਹ ਭੁੱਲ ਗਏ ਲੋਕ। ਇਹ ਕਹੋ ਸੁੱਟੇ ਦਾ ਭੁੱਲ ਗਏ, ਚੇਤਾ ਹੀ ਨਹੀਂ ਰਿਹਾ ਰੋਟੀ ਕਿੰਨੇ ਵੱਜ ਗਏ, ਕਦ ਖਾਣੀ ਹੈ, ਭੁੱਖ ਲੱਗੀ ਕਿ ਨਹੀਂ ਲੱਗੀ। ਉਹ ਜਿਹੜਾ ਧਿਆਨ ਸੀ ਨਾ, ਟਾਈਮ ਸੀ, ਟਾਈਮ ਦਾ ਹੀ ਨਹੀਂ ਪਤਾ ਲੱਗਿਆ ਕਿ 4 ਵੱਜ ਗਏ, ਭੁੱਖੇ ਨਹੀਂ ਲੱਗੀ। ਸੁੱਟਦੇ ਤਨ ਭੋਗਾ ਅਸਰ, ਜਿੰਨਾ ਚਿਰ ਕੋੜ ਸੀ ਭੋਗਾ ਅਸਰ, ਭੁੱਖ ਪਤਾ ਸੀ ਵੀ ਭੁੱਖ ਲੱਗਿਆ ਹੀ, 1 ਵੱਜ ਗਿਆ, ਲੇਟ ਹੋ ਗਏ। ਵਿਵਾਦ ਅਸਤਰ ਸੱਜੇ ਵਿਰੋਧਾ ਅਸਤਰ ਵੱਜੇ। ਜਿੱਥੇ ਵਿਵਾਦ ਦਾ ਅਸਰ ਸੱਜਦੇ ਨੇ, ਵਿਰੋਧ ਦਾ ਅਸਰ ਵੱਜਦੇ ਨੇ। ਉੱਥੇ ਜਿੱਥੇ ਆਪਸ ਵਿੱਚ ਹੀ ਗੱਲਾਂ ਦੇ ਵਿੱਚ ਵਾਦ ਵਿਵਾਦ ਹੈ, ਜਾਂ ਵਿਵਾਦ ਜਾਣ ਕੇ ਵਿਵਾਦ ਕਰਨ ਵਾਸਤੇ ਜਿਹੜੀ ਗੱਲ ਆਪਾਂ ਕਹਾਂਗੇ ਗਿਆਨ ਚਰਚਾ 'ਚ, ਗਿਆਨ ਚਰਚਾ 'ਚ ਵਿਵਾਦ ਖੜਾ ਕਰਨ ਵਾਲੀ ਗੱਲ ਕਹਾਂਗੇ, ਜੇ ਉਹ ਵਿਰੋਧ ਅਸਰ ਵੀ ਵੱਜੂਗਾ, ਦੂਏ ਪਾਸੇ ਤੇ ਵੀ ਉਹਦਾ ਆਊਗਾ, ਜਵਾਬ ਵੀ ਆਊਗਾ। ਜਾਂ ਵਿਵਾਦ ਦਾ ਅਸਰ ਸਜਦਾ ਹੈ ਤਾਂ ਵਿਰੋਧ ਅਸਰ ਵੀ ਵੱਜਦਾ ਹੈ। ਇਹ ਕੌਣ ਕਰਦੇ? ਇਹ ਕਰਦੇ ਹੁੰਦੇ ਵਿਦਵਾਨ, ਪੜ੍ਹੇ ਲਿਖੇ। ਜਦ ਕਬੀਰ ਕਹਿੰਦਾ ਵਿਦਿਆ ਨਾ ਪੜ੍ਹੂੰ ਬਾਦ ਨਾ ਜਾਣੂ, ਮੈਂ ਵਿਦਿਆ ਪੜ੍ਹਨੀ ਛੱਡ ਦਿੱਤੀ, ਬਾਦ ਮੈਂ ਜਾਣਦਾ ਹੀ ਨਹੀਂ। ਬਾਦ ਜਾਣ ਕੇ ਕਰਦੇ ਨੇ ਵਿਦਵਾਨ, ਵਿਰੋਧ ਅਸਰ ਜਾਣ ਕੇ ਛੱਡਦੇ ਨੇ। ਦੇਖੇ ਨੇ ਮੈਂ ਵਿਦਵਾਨ ਯੂਨੀਵਰਸਿਟੀਆਂ ਨੇ ਵੀ ਚੁਭਵੀਂ ਗੱਲ ਕਰਦੇ ਨੇ, ਜਾਣ ਕੇ ਚੁਭਵੀਂ ਗੱਲ ਕਰਨੀ, ਜਾਣ ਬੁੱਝ ਕੇ। ਵਿਵਾਦ 'ਚ ਪਾਉਣ ਵਾਲੀ ਗੱਲ ਹੈ, ਵਿਦਵਾਨਾਂ ਨੂੰ ਆਦਤ ਹੁੰਦੀ ਹੈ ਕਰਨ ਦੀ। ਚੁਭਵੀਂ ਗੱਲ, ਗਿਆਨ ਚਰਚਾ ਚੁਭਵੀਂ ਗੱਲ ਕਰੀਦੀ ਹੈ। ਗਿਆਨ ਚਰਚਾ ਤਾਂ ਰੋਸ਼ਨੀ ਕਰੀਦੀ, ਰੋਸ਼ਨੀ ਤਾਂ ਕਦੇ ਨਹੀਂ ਚੁਭੀ। ਤੁਸੀਂ ਹਨੇਰੇ 'ਚ ਰੋਸ਼ਨੀ ਕਰੋ, ਕਦੇ ਕਹਿੰਦੇ ਸੂਈ ਚੁਭੀ ਹੈ, ਸੂਈ ਮੂੰਹ ਚੁਭੀ ਹੈ। ਹਾਲਾਂਕਿ ਕਿਰਨਾਂ ਨੇ ਰੋਸ਼ਨੀ ਦੀਆਂ ਆਉਂਦੀਆਂ ਸਰੀਰ ਤੇ ਆ ਕੇ ਪੈਂਦੀਆਂ ਵੀ ਨੇ, ਕਦੇ ਚੁਭਦੀਆਂ ਨੇ ਕਿਰਨਾਂ, ਕਦੇ ਨਹੀਂ ਚੁਭਦੀਆਂ। ਤੇ ਚੁਭਵੀਆਂ ਗੱਲਾਂ ਦਾ ਚੁਭਣਗੀਆਂ। ਜਦੋਂ ਵਿਵਾਦ ਅਸਤਰ ਅਸੀਂ ਚਲਾਵਾਂਗੇ ਤੇ ਵਿਰੋਧ ਅਸਤਰ ਵੀ ਅੱਗੋਂ ਆਊਗਾ, ਵਿਰੋਧੀ ਗੱਲ ਵੀ ਕਰੂਗਾ ਅਗਲਾ, ਉਹਨੂੰ ਵੀ ਛੂਟ ਹੈ, ਕਹੇ ਜੀ ਉਹ ਕਰ ਦੇਵੇ ਚਾਹੇ। ਹਾਂਜੀ, ਕੁਮੰਤਰਾ ਅਸਤਰ ਛੁੱਟੇ ਸੁਮੰਤਰਾ ਅਸਤਰ ਟੁੱਟੇ। ਕੁਮੰਤਰਾ ਅਸਤਰ ਜਾਂ ਛੁੱਟਦੇ ਨੇ ਨਾ, ਕੁਮੰਤਰ ਜਿਹੜਾ ਮੰਤਰ ਤੋਂ ਉਲਟ ਹੋਵੇ, ਕੁਮੰਤਰ ਕੁਬੁੱਧ ਤੋਂ, ਕੁਬੁੱਧ ਦੇ ਪੈਦਾ ਕੀਤੀਆਂ ਹੋਈਆਂ ਗੱਲਾਂ, ਕੁਬੁੱਧ ਚੋਂ ਪੈਦਾ ਕੀਤੀਆਂ ਹੋਈਆਂ ਗੱਲਾਂ, ਉਹਨੂੰ ਕੁਮੰਤਰ ਕਹਿੰਦੇ ਨੇ। ਸੁਮੰਤਰ ਹੁੰਦਾ ਗੁਰਮਤਿ, ਚੰਗਾ ਮੰਤਰ, ਜਿਹੜੇ ਮੰਤਰ ਦੇ ਨਾਲ, ਜਿਹੜੀ ਗੁਰਬਾਣੀ ਨਾਲ ਸਾਡਾ ਕੋਈ ਸੌਰੇ ਸਿਮਰੇ, ਅੱਗਾ ਸਿਮਰੇ, ਉਸ ਮੰਤਰ ਹੈ। ਜਿਹਦੇ ਨਾਲ ਅੱਗਾ ਵਿਗੜੇ ਉਹ ਕੁਮੰਤਰ ਹੈ। ਜਿਹਦੇ ਨਾਲ ਔਗਣ ਪੈਦਾ ਹੋਣ ਕੁਮੰਤਰ ਹੈ, ਜਿਹਦੇ ਨਾਲ ਗੁਣ ਪੈਦਾ ਹੋਣ ਸੁਮੰਤਰ ਹੈ। ਜਦ ਕੁਮੰਤਰ ਛੁੱਟਦਾ ਹੈ, ਸੁਮੰਤਰ ਨੂੰ ਤੋੜਨ ਵਾਸਤੇ ਕਰਦਾ ਆਪਣੀ ਜਾਣੇ, ਸੁਮੰਤਰ ਦਾ ਅਸਰ ਘਟਾਉਣ ਵਾਸਤੇ, ਗੁਰਬਾਣੀ ਦਾ ਅਸਰ ਘਟਾਉਣ ਵਾਸਤੇ। ਇਹ ਕੁਮੰਤਰ ਚਲਾਏ ਹੋਏ ਨੇ ਸੰਤਾਂ ਦੇ, ਗੁਰਬਾਣੀ ਦਾ ਅਸਰ ਘਟਾਉਣ ਵਾਸਤੇ। ਉਹ ਕੁਮੰਤਰੇ ਸੀ। ਜਨਨੀ ਜਨੇ ਤਾਂ ਭਗਤ ਜਨ, ਦੇਖੋ ਕਿੱਡਾ ਪਛਾਣ ਨਹੀਂ ਆਈ ਤੁਹਾਨੂੰ ਕੁਮੰਤਰ ਦੀ। ਇਹ ਕੁਮੰਤਰ ਵੀ ਹੈ, ਉਹ ਗੰਧਰਵਸਤਰ ਗੰਧਰਵਸਤਰ ਕੁਮੰਤਰ ਹੈ। ਉਹ ਭਾਣੇ ਤੋਂ ਪਰਲੇ ਜਾ ਰਿਹਾ, ਭਾਣੇ ਪਤਾ ਹੀ ਲੱਗਿਆ ਤੁਹਾਨੂੰ ਕਿੱਧਰ ਲੈ ਗਿਆ, ਹੁਣ ਤੱਕ ਨਹੀਂ ਕਿਸੇ ਨੂੰ ਪਤਾ। ਬੜੀ ਕੀਮਤ ਪਾਉਂਦੇ ਨੇ ਗੱਲ ਦੀ। ਕਈ ਹੁਣ ਬੋਲਦੇ ਨੇ, ਕਈ ਸੰਤ ਸਟੇਜਾਂ ਤੇ ਬੋਲ ਦਿੰਦੇ ਨੇ, ਸਾਰੇ ਪ੍ਰਚਾਰਕ ਬੋਲਦੇ ਨੇ। ਇਹ ਕੁਮੰਤਰ ਹੈ। ਕੁਮੰਤਰ ਅਸਤਰ ਜਦ ਬੋਲਦੇ ਨੇ, ਤੁਹਾਨੂੰ ਗੁਰਮਤ ਨੂੰ ਲੀਹ ਤੋਂ ਲਾਉਣ ਵਾਸਤੇ ਕੱਲਾ ਹੀ ਬਹੁਤ ਹੈ, ਕੱਲਾ ਹੀ ਲਾ ਦਿੰਦਾ ਲੀਹ ਤੋਂ। ਕੁਮੰਤਰ ਅਸਤਰ ਇੰਨੀ ਸ਼ਕਤੀ ਰੱਖਦਾ। ਸੁਮੰਤਰ ਅਸਤਰ ਟੁੱਟੇ, ਗੁਰਬਾਣੀ ਨੂੰ ਤੋੜ ਕੇ ਰੱਖਤੇ ਸਾਰੇ। ਤੋੜਤੇ ਗੁਰਬਾਣੀ ਨੂੰ, ਇੱਕ ਗੱਲ ਕਹਿ ਕੇ ਗੁਰਬਾਣੀ ਨੂੰ ਤੋੜਤੇ ਪਰੇ। ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇ ਖੋਈ, ਕੁਮੰਤਰ ਹੈ, ਇੱਕੋ ਹੀ ਗੱਲ ਕਹਿ ਕੇ ਗੁਰਬਾਣੀ ਨੂੰ ਤੋੜਤੇ। ਇਹ ਵੀ ਉਹੀ ਹੈ।
ਵਾਹਿਗੁਰੂ ਗੁਰਮੰਤਰ ਹੈ, ਜਪ ਹੋਵੇਂ ਕੋਈ ਕੁਮੰਤਰ ਹੈ। ਤੋੜਤੇ ਗੁਰਬਾਣੀ ਦਾ ਆਇਆ ਨਹੀਂ ਹੋਇਆ ਹੈ। ਭਾਈ ਗੁਰਦਾਸ ਦੀ ਬਾਤ ਲਿਆ ਕੇ ਕੱਲੇ ਨਹੀਂ ਤੋੜ ਕੇ ਰੱਖਤੇ, ਗੁਰਬਾਣੀ ਨਾਲ ਹੀ ਤੋੜਤੇ ਲੋਕ ਸਾਰੇ, ਵਾਹਿਗੁਰੂ ਵਾਹਿਗੁਰੂ ਕਰਨ ਲੱਗੇ। ਔਰ ਉੱਥੇ ਹਾਲਾਂਕਿ ਉਹ ਜੋ ਫਿਰ ਵਿਚਾਰ ਆ ਗਿਆ, ਉਹਨੇ ਗੁਰਮੰਤਰ ਕਿਹਾ, ਵਾਹਿਗੁਰੂ ਨੂੰ ਨਾਮ ਨਹੀਂ ਕਿਹਾ, ਨਾਮ ਨਹੀਂ ਕਿਹਾ ਹੋਇਆ, ਨਾਮ ਇਹਨਾਂ ਨੇ ਬਣਾ ਲਿਆ। ਦੇਖੋ ਉੱਥੇ ਗੁਰਬਾਣੀ ਦੇ ਵਿੱਚ ਨਾ ਭਾਈ ਗੁਰਦਾਸ ਨੇ ਨਾਮ ਨਹੀਂ ਕਿਹਾ, ਜੋ ਵੀ ਗੁਰਦਾਸ ਭਾਈ ਗੁਰਦਾਸ ਜੀ ਦਾ ਖੈਰ ਬਾਲਾਂ ਨਹੀਂ, ਜਿਹਨੇ ਵੀ ਉਹ ਬਾਲਾਂ ਲਿਖੀਆਂ ਨੇ ਉਹਨੇ ਇਹਨੂੰ ਨਾਮ ਨਹੀਂ ਕਿਹਾ, ਗੁਰਮੰਤਰ ਕਿਹਾ। ਵਾਹਿਗੁਰੂ ਗੁਰਮੰਤਰ ਹੈ। ਇਹਨਾਂ ਨੇ ਵਾਹਿਗੁਰੂ ਨੂੰ ਨਾਮ ਕਿਵੇਂ ਬਣਾਇਆ? ਉੱਥੇ ਤਾਂ ਗੁਰਮੰਤਰ ਲਿਖਿਆ ਹੋਇਆ ਹੈ। ਇਹਦਾ ਮਤਲਬ ਸ਼ਰਾਰਤ ਸੀ। ਇਹ ਬੰਦੇ ਕੌਣ ਸੀ? ਇੱਥੋਂ ਹੀ ਪਤਾ ਲੱਗਦਾ। ਲਿਖਿਆ ਕੁਛ ਹੈ, ਤੁਸੀਂ ਕਹਿੰਦੇ ਹੋ ਨਾਮ ਹੈ। ਕਿੱਡੇ ਛਾਤਰ ਦਿਮਾਗ ਨੇ ਆਦਮੀ। ਤੁਹਾਨੂੰ ਕਿਹਨੇ ਰਾਈਟ ਦਿੱਤਾ ਉਹਦਾ ਅਰਥ ਬਦਲਣ ਦਾ? ਨਾਮ ਤੁਸੀਂ ਕਿਵੇਂ ਕਹਿਤਾ? ਗੁਰਬਾਣੀ ਬਦਲੀ। ਜੇ ਤੁਸੀਂ ਗੁਰਬਾਣੀ ਕਹਿੰਦੇ ਬਦਲੀ ਹੈ, ਉਹ ਬਦਲਣ ਦਾ ਤੁਹਾਡੇ ਤੇ ਇਲਜ਼ਾਮ ਲੱਗਣਾ ਚਾਹੀਦਾ ਹੈ। ਜੇ ਬਦਲਿਆ ਤੁਸੀਂ, ਜਾਂ ਤੁਸੀਂ ਕਹੋ ਨਾ ਬਦਲਿਆ, ਇਹਦਾ ਜਵਾਬ ਦਿਓ। ਕਿਉਂ ਤੁਸੀਂ ਵਾਹਿਗੁਰੂ ਨੂੰ ਨਾਮ ਕਹਿੰਦੇ ਹੋ? ਅਪਰਾਧ ਹੈ। ਇਹ ਨਹੀਂ ਚੈੱਕ ਕਰਦੇ ਹਰਿਮੰਦਰ ਸਾਹਿਬ ਵਾਲੇ, ਅੰਮ੍ਰਿਤਸਰ ਵਾਲੇ। ਇਹਦਾ ਮਤਲਬ ਹੈ ਆਪ ਰਲੇ ਹੋਏ ਨੇ ਨਾਲ। ਇੱਥੋਂ ਹੀ ਸਾਬਤ ਹੁੰਦਾ ਇਹ ਅੱਡਾ ਇਹੀ ਹੈ। ਗੁਰਮਤਿ ਤੋਂ ਖਿਲਾਫ ਜਿਹੜਾ ਸੀ ਸੈਂਟਰ, ਸਭ ਤੋਂ ਵੱਡਾ ਸੈਂਟਰ ਅੰਮ੍ਰਿਤਸਰ ਦਾ ਹੈ। ਗੁਰਮਤਿ ਤੋਂ ਖਿਲਾਫ ਅਸਲ ਸੈਂਟਰ ਸਾਡਾ ਅਨੰਦਪੁਰ ਸਾਹਿਬ ਹੈ, ਇੱਕੋ ਹੀ ਹੈ। ਇਸੇ ਕਰਕੇ ਕਹਿੰਦੇ ਨੇ ਪਿੰਡ ਅਨੰਦਪੁਰ ਸਾਹਿਬ ਹੈ ਸਾਡਾ। ਨਾਨਕੇ ਗੁਰੂ ਕੀ ਲਾਹੌਰ ਨੇ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਦੇ। ਮੈਂ ਹੋਰ ਕਿਸੇ ਨਾਲ ਕੋਈ ਸੰਬੰਧ ਨਹੀਂ, ਕੋਈ ਸੰਬੰਧ ਨਹੀਂ ਹੋਰ ਕਿਸੇ ਜੋੜਿਆ। ਬਾਕੀ ਕਿੱਥੇ ਸੀ? ਬਾਕੀ ਘਰਾਂ 'ਚ ਕੌਣ ਸੀ? ਘਰ ਹੋਰ ਵੀ ਨੇ, ਚਾਰਾਂ ਘਰਾਂ 'ਚ ਮੀਣੇ ਨੇ, ਮਸੰਦ ਨੇ, ਤੀਰਮਲੀਏ ਨੇ, ਰਾਮ ਰਈਏ ਨੇ, ਉਹ ਸ੍ਰੀ ਚੰਦ ਕੇ ਨੇ। ਰਾਮ ਰਈਏ, ਤੀਰਮਲੀਏ, ਮੀਣੇ ਤੇ ਮਸੰਦ, ਚਾਰ ਘਰ ਨੇ। ਇਹ ਚਾਰਾਂ ਨਾਲ ਕੋਈ ਲਿੰਕ ਨਹੀਂ ਸਾਡਾ। ਇਹ ਮੀਣਿਆਂ ਦਾ ਘਰ ਹੈ। ਅਨੰਦਪੁਰ ਮੀਣਿਆਂ ਦਾ ਘਰ ਹੈ ਨਾ, ਅੰਮ੍ਰਿਤਸਰ ਮੀਣਿਆਂ ਦਾ ਘਰ ਹੈ। ਗ੍ਰੰਥਾਂ 'ਚ ਪਿੱਛੇ ਮੀਣਿਆਂ ਦਾ ਘਰ ਬਣਿਆ ਹੋਇਆ, ਮੀਣਿਆਂ ਦਾ। ਜਦ ਅੰਮ੍ਰਿਤਸਰ ਗਿਆ ਆਪਣਾ ਮਨੀ ਸਿੰਘ, ਤਾਂ ਮੀਣੇ ਸੜ ਕੇ ਲਿਖਿਆ ਉੱਥੇ। ਜਦ ਪ੍ਰਚਾਰ ਸ਼ੁਰੂ ਕੀਤਾ ਨਾ ਗੁਰੂ ਘਰ ਦਾ 1698 'ਚ, ਮੀਣੇ ਸੜ ਗਏ ਵੀ ਇਹ ਪ੍ਰਚਾਰ ਕਿਉਂ ਸ਼ੁਰੂ ਹੋ ਗਿਆ। ਇਹਦਾ ਮਤਲਬ ਮੀਣਿਆਂ ਦਾ ਪ੍ਰਚਾਰ ਸੀ ਉੱਥੇ। ਮੀਣਿਆਂ ਦਾ ਤਾਂ ਸਾਡਾ ਲਿਖਿਆ ਵੀ ਕੋਈ ਲਿੰਕ ਨਹੀਂ ਰੱਖਣਾ। ਮੀਣੇ ਭੇਡੂ ਨਹੀਂ ਹੁੰਦੇ। ਅਜੇ ਅਸੀਂ ਬਹਿਸ ਨਹੀਂ ਕਰਨੀ, ਹੱਥ ਜੋੜਨਾ। ਹਾਂ ਬਹਿਸ ਨਹੀਂ ਅਸੀਂ ਕਰਨੀ, ਗਿਆਨ ਚਰਚਾ ਨਹੀਂ ਕਰਨੀ। ਮੀਣੇ ਨਾਰਾ ਆਦਮੀ ਨਾਰਾ ਹੁੰਦਾ। ਸੁਲ੍ਹਾ ਕਰ ਲੈਣੀ, ਜੁੱਤੀ 'ਚ ਵੜ ਜਾਣਾ। ਮੁਸਲਮਾਨਾਂ ਨਾਲ ਸੁਲ੍ਹਾ ਕਰੀ ਹੋਈ ਸੀ, ਉਹਨਾਂ ਦੇ ਅਨੁਸਾਰ ਚੱਲਦੇ ਸੀ, ਤਾਂ ਮੀਣੇ ਨੇ। ਇਹ ਭੇਡੂ ਸੀ। ਖਾਲਸਾ ਭੇਡੂ ਰਿਹਾ। ਨੌਵੇਂ ਪਾਤਸ਼ਾਹ ਨਹੀਂ ਮੰਨੇ ਮੁਝੇ, ਪੰਜਵੇਂ ਪਾਤਸ਼ਾਹ ਨਹੀਂ ਮੁਝੇ, ਅਸੀਂ ਭੇਡੂ ਰਹੇ ਹਾਂ। ਉਹ ਮੀਣੇ ਨੇ। ਮੀਣਾ ਹੁੰਦਾ ਜਿਹੜਾ ਸਿੰਘ ਨਾ ਹੋਣ, ਥੱਲੇ ਨੂੰ ਹੋਣ। ਭੇਡੂ ਹੁੰਦਾ ਜਿਹੜਾ ਨਾਰਾ ਹੋਵੇ, ਸਿੰਘਾਂ ਵਾਲਾ ਹੋਵੇ। ਜਿਹਦੇ ਸਿੰਘਾਂ ਨਹੀਂ ਉਹਨੇ ਲੜਨਾ ਕੀ ਹੈ? ਜਿਹਦੇ ਕੋਲ ਸੱਚ ਨਹੀਂ ਉਹਨੇ ਲੜਨਾ ਕਾਹਦੇ ਨਾਲ ਹੈ? ਸੱਚ ਤੋਂ ਸਖਣੇ ਨੇ ਮੀਣੇ। ਜਿਨ੍ਹਾਂ ਨੇ ਸੱਚ ਤਿਆਗਿਆ ਉਹਨੂੰ ਮੀਣਾ ਕਹਿੰਦੇ ਨੇ। ਸਿੰਘੇ ਨਹੀਂ ਰੱਖੇ ਹੋਏ, ਲੜਨਾ ਕਾਹਦੇ ਨਾਲ ਹੈ? ਸਿੰਘ ਥੱਲੇ ਨੂੰ ਕਰ ਲਏ, ਥੱਲੇ ਨੂੰ ਹੋ ਜਾਂਦੇ ਨੇ। ਬਾਬੂਛਾਂ ਥੱਲੇ ਨੂੰ ਕਰ ਲਈਆਂ, ਸਿੰਘ ਥੱਲੇ ਨੂੰ ਹੋ ਗਏ। ਅਣਖ ਛੜਤੀ, ਬੇਅਣਖ ਹੋ ਗਏ। ਜਿਵੇਂ ਸਰਕਾਰ ਕਹਿੰਦੀ ਉਵੇਂ ਬੰਦੇ ਸੀ ਮੀਣੇ। ਉਹਨੂੰ ਕਹਿੰਦੇ ਨੇ ਸਰਕਾਰੀ ਹੋ ਜਾਣ। ਖਾਲਸਾ ਸਰਕਾਰ ਦੇ ਨਾਲ, ਖਾਲਸਾ ਸਰਕਾਰ ਨਾਲ ਨਹੀਂ ਚੱਲ ਸਕਦਾ। ਸੱਚ ਸਰਕਾਰ ਨਾਲ ਨਹੀਂ ਚੱਲ ਸਕਦਾ। ਸੱਚ ਨਾਲ ਸਭ ਚੱਲਣ। ਸੱਚ ਕਿਸੇ ਦਾ ਹੱਕ ਨਹੀਂ ਖਾਂਦਾ, ਸੱਚ ਕਿਸੇ ਤੇ ਹਮਲਾ ਨਹੀਂ ਕਰਦਾ, ਸੱਚ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਦਾ, ਸੱਚ ਕਿਸੇ ਨੂੰ ਬੁਰਾ ਨਹੀਂ ਸਮਝਦਾ, ਸੱਚ ਕਿਸੇ ਨਾਲ ਧੱਕਾ ਨਹੀਂ ਕਰਦਾ। ਤੇ ਸਰਕਾਰ ਦੇ ਨਾਲ ਹੀ ਹੈ। ਜੇ ਸਰਕਾਰ ਇਹ ਚਾਹੁੰਦੀ ਹੈ ਵੀ ਧੱਕਾ ਕਰੋ, ਉਹ ਸਰਕਾਰ ਨਾਲ ਨਹੀਂ ਅਸੀਂ ਚੱਲਦੇ।
ਜੇ ਸਰਕਾਰ ਚਾਹੁੰਦੀ ਹੈ ਕਿਸੇ ਦਾ ਹੱਕ ਖਾਓ, ਸਾਨੂੰ ਨਹੀਂ ਮਨਜ਼ੂਰ, ਅਸੀਂ ਨਹੀਂ ਖਾਂਦੇ। ਇਹ ਤੋਂ ਸਾਡੇ ਮਤਭੇਦ ਹੋ ਸਕਦੇ ਨੇ ਸਰਕਾਰ ਨੂੰ। ਜੇ ਸਰਕਾਰ ਇਹ ਬੁਰਾ ਕੰਮ ਕਰਾਵੇ ਸਾਤੇ, ਅਸੀਂ ਉਹਦੇ ਕਹੇ ਤੇ ਵੀ ਨਹੀਂ ਕਰਦੇ। ਉਹ ਕਰ ਸਕਦੇ ਨੇ। ਸੱਚ ਕਹੇ ਵੀ ਤੁਰਕੀ ਬਾਣੀ ਨੂੰ ਬਦਲ ਲਓ, ਅਸੀਂ ਨਹੀਂ ਬਦਲਦੇ, ਉਹ ਬਦਲ ਲੈਣਗੇ। ਜੇ ਸੱਚ ਕਹੇ ਵੀ ਮੂਰਤੀਆਂ ਪ੍ਰਕਰਮਾਂ ਚ ਲਾਇਆ, ਅਸੀਂ ਨਹੀਂ ਲੈ ਕੇ ਆਉਂਦੇ। ਸਰਕਾਰ ਕਹੇ ਅਸੀਂ ਲੈ ਕੇ ਆਉਂਦੇ। ਉੱਥੇ ਆ ਗਈਆਂ ਸੀ ਮੂਰਤੀਆਂ, ਕਿਵੇਂ ਆ ਗਈਆਂ? ਪ੍ਰਕਰਮਾਂ ਚ, ਰਾਜ ਰਣਜੀਤ ਸਿੰਘ ਦੇ ਚ ਮੀਣੇ ਸੀ, ਮੀਣੇ। ਕਿ ਕਾਮਾਸਤਰ ਛੁੱਟੇ, ਕ੍ਰੋਧਾ ਸਤਰ ਟੁੱਟੇ। ਜਾਂ ਕਾਮਾਸਤਰ ਛੁੱਟੇ, ਕ੍ਰੋਧਾ ਅਸਤਰ ਟੁੱਟ ਗਏ। ਫਿਰ ਕਾਮਨਾ ਦੇ ਅਸਤਰ ਜਦ ਛੁੱਟੇ, ਕ੍ਰੋਧ ਦੇ ਅਸਤਰ ਟੁੱਟ ਗਏ। ਇਹਨਾਂ ਕੋਲ ਕ੍ਰੋਧ ਦੇ ਅਸਤਰ ਨੇ, ਕਾਮਨਾ ਦੇ ਅਸਤਰ ਨਹੀਂ ਹੈ। ਕਾਮਨਾ ਕਾਹਦੀ ਹੁੰਦੀ ਹੈ? ਕਾਮਨਾ ਸੱਚ ਦੀ ਵੀ ਹੁੰਦੀ ਹੈ। ਕਾਮਨਾ, ਕ੍ਰੋਧ ਦੇ ਵਿੱਚ ਤਾਂ ਕਾਮਨਾ ਵੀ ਖਤਮ। ਕ੍ਰੋਧ ਤਾਂ ਮੌਤ ਹੈ। ਕ੍ਰੋਧ ਦੇ ਅੱਗੇ ਕੀ ਹੈ? ਸਭ ਖਤਮ। ਕਾਮਨਾ ਕੀ ਹੈ? ਬਈ ਅਸੀਂ ਬਈ ਸੜਕਾਂ ਵਧੀਆ ਬਣਾਉਣੀਆਂ ਨੇ, ਸ਼ਹਿਰ ਵਧੀਆ ਬਣਾਉਣੇ ਨੇ, ਸਾਫ ਸਫਾਈ ਵਧੀਆ ਕਰਨੀ ਹੈ, ਪੌਦੇ ਵੀ ਚਾਹੀਦੇ ਨੇ, ਪਾਣੀ ਵੀ ਸਾਫ ਰੱਖਣਾ। ਇਹ ਕਾਮਨਾ। ਚਲੋ ਜਾਂ ਕ੍ਰੋਧ ਆਉਣੇ, ਸਭ ਨਾਸ। ਕ੍ਰੋਧ ਤਾਂ ਨਾਸ ਕਰਨ ਵਾਲੀ ਚੀਜ਼ ਹੈ। ਜਿੱਥੇ ਕਾਮਨਾ ਉੱਥੇ ਕ੍ਰੋਧ ਨਹੀਂ ਹੋ ਸਕਦਾ। ਜੇ ਕ੍ਰੋਧ ਦੀ ਉਹ ਕਾਮਨਾ ਹੋਵੇ ਨਾ, ਕ੍ਰੋਧ ਦੀ ਇੱਛਾ, ਫਿਰ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਉਹ ਤਾਂ ਫਿਰ ਗਾੜਨ ਵਾਲੀ ਚੀਜ਼ ਹੈ ਸਭ ਕੁਛ। ਜੇ ਕ੍ਰੋਧ ਦੀ ਕਾਮਨਾ ਹੋਵੇ, ਉਹ ਤਾਂ ਸਭ ਕੁਝ ਗਾੜ ਦਿੰਦੀ ਹੈ। ਉਹ ਤਾਂ ਫਿਰ ਜਿਵੇਂ ਲਾਵਾ ਪਿਘਲਦਾ ਨਾ, ਲਾਵਾ ਨਹੀਂ ਪਿਘਲਦਾ, ਮੈਂ ਪਿਘਲ ਜੂ ਸਭ ਕੁਛ। ਉਹ ਤਾਂ ਇਹ ਆ ਵੀ ਸਾਰੇ ਬੰਬ ਚਲਾ ਦਿਓ ਜਿੰਨੇ ਪਏ ਨੇ ਧਰਤੀ ਤੇ, ਉਹ ਕੁਛ ਹੋ ਜਾਊਗਾ। ਜੇ ਕ੍ਰੋਧ ਦੀ ਕਾਮਨਾ ਹੋਊਗੀ, ਇੱਛਾ, ਕ੍ਰੋਧ ਦੀ ਇੱਛਾ ਪੈਦਾ ਹੋਊਗੀ, ਫਿਰ ਤਾਂ ਸਾਰੇ ਬੰਬ ਚੱਲ ਜਾਣਗੇ। ਸਾਰੀ ਧਰਤੀ ਮਿੱਟੀ ਢਲ ਕੇ ਸਾਰੀ ਇੱਕ ਹੋ ਜੂ, ਸਭ ਕੁਝ ਨਸ਼ਟ ਹੋ ਜੂ। ਜਿੱਥੇ ਕਾਮਨਾ ਪੈਦਾ ਹੋਊਗੀ, ਕਾਮਨਾ ਸਰਕਾਰਾਂ 'ਚ ਵੀ ਕਾਮਨਾ ਇੱਛਾ ਹੈ। ਕਹਿੰਦੇ ਇੱਛਾ ਸ਼ਕਤੀ ਨਹੀਂ ਹੈ ਚੰਗੇ ਕੰਮ ਕਰਨ ਦੀ, ਇੱਛਾ ਹੈ। ਜੇ ਸੰਸਾਰੀ ਇੱਛਾ ਵੀ ਚੰਗੀ ਹੋਵੇ, ਨੇਕ ਇੱਛਾ ਵੀ ਹੋਵੇ, ਜੇ ਜਿਉਣ ਦੀ ਇੱਛਾ ਵੀ ਹੋਵੇ, ਜਿਵੇਂ ਅਸੀਂ ਕਹਿੰਦੇ ਜੇ ਸਭ ਦੀ ਜਿਉਣ ਦੀ ਇੱਛਾ ਹੈ ਤਾਂ ਗੁਰਬਾਣੀ ਮੰਨ ਲਓ। ਜਿਹੜੀ ਤੁਹਾਡੀ ਇੱਕ ਇੱਛਾ ਹੋ ਜੂਗੀ ਨਾ, ਇੱਕ ਇੱਛਾ, ਜਿੰਨਾ ਚਿਰ ਇੱਕ ਨਹੀਂ ਇੱਛਾ ਹੁੰਦੀ ਉਹਨਾਂ ਚਿਰ ਤੁਹਾਨੂੰ ਭਾਂਤ ਦੀਆਂ ਇੱਛਾਵਾਂ ਨੇ ਜੋੜ ਨਹੀਂ ਦੇਣਾ। ਜਿਹੜੀਆਂ ਇੱਛਾਵਾਂ ਦੇ ਵਿੱਚ ਟਕਰਾਅ ਹੋਊਗਾ, ਲੜਾਈ ਝਗੜੇ ਹੋਣਗੇ, ਉਹਨੇ ਜੋੜ ਨਹੀਂ ਦੇਣਾ ਤੁਹਾਨੂੰ। ਹੁਣ ਹਥਿਆਰ ਬਹੁਤ ਖਤਰਨਾਕ ਹੋ ਗਏ। ਜਿੱਦਣ ਜਰਾ ਕ੍ਰੋਧ ਦਾ ਪ੍ਰਧਾਨਗੀ ਆ ਗਈ, ਇੱਕ ਚੱਲ ਗਿਆ, ਸਾਰੇ ਚੱਲ ਜਾਣਗੇ। ਹਾਂਜੀ। ਕਿ ਵਿਰੋਧਾ ਅਸਤਰ ਬਰਖੇ, ਵਿਮੋਹਾ ਅਸਤਰ ਕਰਖੇ। ਜੇ ਵਿਰੋਧ ਦਾ ਅਸਤਰ ਬਰਖਦਾ, ਜਿੱਥੇ ਵਿਰੋਧ ਦਾ ਭਾਵ ਦੇ ਅਸਤਰ ਚੱਲਦੇ ਨੇ, ਆਪਾਂ ਵਿਰੋਧੀ ਗੱਲਾਂ ਚੱਲਦੀਆਂ ਨੇ, ਵਿਮੋਹਾ ਅਸਤਰ ਕਰਖੇ, ਉੱਥੇ ਵਿਮੋਹਾ ਅਸਤਰ ਕਰਖੇ। ਵਿਮੋਹ, ਮੋਹ ਰਹਿਤ, ਮੋਹ ਰਹਿਤ ਅਸਤਰ ਉੱਥੋਂ ਫਿਰ ਪਿਛੇ ਹਟ ਜਾਂਦੇ। ਮੋਹ ਜਿੱਥੇ ਹੁੰਦਾ ਉੱਥੇ ਵਿਰੋਧ ਨਹੀਂ ਹੁੰਦਾ, ਜਿੱਥੇ ਵਿਰੋਧ ਹੁੰਦਾ ਉੱਥੇ ਮੋਹ ਨਹੀਂ ਹੁੰਦਾ। ਜਿੱਥੇ ਮੋਹ ਉੱਥੇ ਵਿਰੋਧ ਕਿੱਥੇ? ਜਿੱਥੇ ਮੋਹ ਹੈ ਉੱਥੇ ਥੋੜਾ ਜਿਹਾ, ਉੱਥੇ ਮਾਫ ਕਰਨ ਦੀ ਸ਼ਕਤੀ ਹੈ ਸਾਡੇ 'ਚ। ਮਾਫੀ, क्षमा, उत्थे क्षमा। जिथे जिथे मोह उत्थे क्षमा। चलो किसी न्याणे ते कोई चीज़ गलती हो गई, डुल गई, सियाणे ने, चलो छड्डो परे, कोई नहीं। मोह है ना, मोह तो शांति पैदा करता है, माड़ा नहीं है मोह बिल्कुल। मोह जीवन वास्ते मोह ज़्यादा चाहिए, चंगा। जिंदगी जीवन वास्ते मोह माड़ा नहीं है, संसार वास्ते।
ਸੰਸਾਰ ਵਾਸਤੇ ਮੋਹ ਮਾੜਾ ਨਹੀਂ ਹੈ, ਜਿਹਨੇ ਸੰਸਾਰ ਛੱਡ ਕੇ ਜਾਣਾ ਉਹਦੇ ਵਾਸਤੇ ਮਾੜਾ। ਜਿਹਨੇ ਸੰਸਾਰ, ਜਿਹੜਾ ਸੰਸਾਰ ਜੀਵਨ 'ਚ ਉਹ ਦੁਖੀ ਹੈ, ਸੰਸਾਰ ਨੂੰ ਐ ਨਹੀਂ ਦੁਖੀ ਆ ਵੀ ਸੰਸਾਰ ਖਤਮ ਕਰਦਾ ਮੈਂ, ਨਾ ਨਾ ਨਾ। ਉਹ ਕਹਿੰਦਾ ਆਪਣੇ ਆਪ ਨੂੰ ਖਤਮ ਕਰਨਾ, ਸੰਸਾਰ ਵਸੇ। ਮੈਂ ਆਪਣਾ ਮਨ ਮਾਰਨਾ, ਸੰਸਾਰ ਨੂੰ ਨਹੀਂ ਮਾਰਨਾ ਹੈ। ਦੇਖੋ ਦੋ ਗੱਲਾਂ ਨੇ ਨਾ, ਇੱਕ ਤਾਂ ਸੰਸਾਰ ਦੁਖੀ ਕਰਦਾ, ਇਹਨੂੰ ਨਸ਼ਟ ਕਰਦੀ ਆਪਾਂ। ਇੱਕ ਗੱਲ ਆਪਣੇ ਆਪ ਨੂੰ ਮਾਰਨਾ, ਮੈਂ ਮਾਰਿਆ ਸੁਖ ਹੋਏ। ਜੇ ਉਹਨੂੰ ਸੰਸਾਰ ਦੁਖੀ ਕਰਦਾ ਹੈ ਤਾਂ ਸੰਸਾਰ ਨੂੰ ਨਹੀਂ ਮਾਰਿਆ ਉਹਨੇ, ਮੈਂ ਮਾਰਿਆ ਸੁਖ ਹੋਇਆ, ਆਪਣੇ ਆਪ ਨੂੰ ਹੀ ਮਾਰ ਲਿਆ। ਮੇਰਾ ਸੰਸਾਰ ਨਾਲ ਫਿੱਟ ਨਹੀਂ ਆਉਂਦੀ ਗੱਲ, ਇਹਦਾ ਮਤਲਬ ਇਹ ਨਹੀਂ ਮੈਂ ਸੰਸਾਰ ਨੂੰ ਹੀ ਖਤਮ ਕਰਦਾ ਨਾ, ਮੈਂ ਆਪਣੇ ਆਪ ਨੂੰ ਖਤਮ ਕਰ ਲਾਂ, ਸੰਸਾਰ ਨੂੰ ਵੱਖ ਕਰ ਲਾਂ। ਇਹ ਹੈ ਫਾਰਮੂਲਾ। ਸੰਸਾਰ ਅੜਕਾ ਨਹੀਂ ਹੈ ਮੇਰੇ ਸਾਹਮਣੇ, ਸੰਸਾਰ ਅੜਕਾ ਨਹੀਂ ਹੈ ਮੇਰੇ ਸਾਹਮਣੇ। ਮੇਰਾ ਜੀ ਨਹੀਂ ਲੱਗਦਾ ਸੰਸਾਰ 'ਚ, ਬਸ ਗੱਲ ਇਹ ਹੈ। ਮੈਂ ਆਪਣੇ ਘਰ ਨੂੰ ਜਾਣਾ, ਮੈਂ ਇਹ ਤੋਂ ਜ਼ਿਆਦਾ ਸੁੱਖ ਚਾਹੁੰਦਾ। ਉਹ ਸੁੱਖ ਸੰਸਾਰ 'ਚ ਨਹੀਂ ਹੈ ਜਿਹੜਾ ਮੈਨੂੰ ਚਾਹੀਦਾ। ਜੇ ਕਿਤੇ ਕਿਸੇ ਸ਼ਹਿਰ ਦੇ ਵਿੱਚ ਆਪਾਂ ਗਏ, ਆਪਣਾ ਜੀ ਨਹੀਂ ਲੱਗਦਾ, ਤਾਂ ਸ਼ਹਿਰ ਥੋੜ੍ਹੀ ਦੱਸ ਦੇਣਾ ਆਪਾਂ ਆਪਣੇ ਉੱਥੇ ਛੱਡ ਕੇ ਘਰ ਨੂੰ ਆ ਜਾਓ। ਜਿੱਥੇ ਤੁਹਾਡਾ ਜੀ ਲੱਗਦਾ ਉੱਥੇ ਚਲੇ ਜਾਓ, ਸ਼ਹਿਰ ਥੋੜ੍ਹੀ ਫੂਕ ਕੇ ਆਉਣਾ ਉੱਥੇ। ਗਲਤੀ ਤੁਹਾਡੀ ਆ, ਤੁਹਾਡਾ ਜੀ ਕਿਉਂ ਨਹੀਂ ਲੱਗਦਾ, ਬਾਕੀਆਂ ਦਾ ਲੱਗਦਾ ਵੀ ਤੁਹਾਡਾ ਕਿਉਂ ਨਹੀਂ ਲੱਗਦਾ। ਬਾਕੀ ਇੰਨੀ ਦੁਨੀਆ ਦਾ ਜੀ ਲੱਗਦਾ ਸ਼ਹਿਰ 'ਚ, ਤੁਹਾਡਾ ਜੇ ਨਹੀਂ ਲੱਗਦਾ ਨੁਕਸ ਤੁਹਾਡੇ 'ਚ ਹੈ, ਕਿਤੇ ਨਾ ਕਿਤੇ ਗੜਬੜ ਤੁਹਾਡੇ 'ਚ ਪਈ ਆ ਨਾ। ਤੁਸੀਂ ਛੱਡ ਕੇ ਪਰੇ ਹੋ ਜਾਓ ਸ਼ਹਿਰ। ਅਸੀਂ ਸੰਸਾਰ ਛੱਡ ਕੇ ਆਪ ਪਰੇ ਹੋਣਾ, ਸੰਸਾਰ ਨੂੰ ਨਹੀਂ ਕੁਛ ਕਹਿਣਾ ਹੈ। ਇੰਨੇ ਲੋਕਾਂ ਦਾ ਸੰਸਾਰ ਜੀ ਲੱਗਿਆ ਹੋਇਆ ਹੈ, ਸਾਨੂੰ ਕੀ ਰਾਈਟ ਹੈ ਅਸੀਂ ਸੰਸਾਰ ਨੂੰ ਖਤਮ ਕਰ ਦਈਏ। ਆਪਣੇ ਆਪ ਨੂੰ ਖਤਮ ਕਰ ਲਓ, ਆਪਣੇ ਆਪ ਨੂੰ ਸੰਸਾਰ ਤੋਂ ਅਲੱਗ ਕਰ ਲਓ। ਚਰਿਤਰਾਸਤਰ ਛੁੱਟੇ ਕੀ ਮੋਹਾਸਤਰ ਜੁਟੇ। ਇੱਕ ਲੜਕੀ ਹੈ, ਉਹ ਵਿਆਹਤੀ ਮੰਗਤੀ, ਉਹਦਾ ਜੀ ਨਹੀਂ ਲੱਗਦਾ। ਉਹਦਾ ਇਹ ਵੀ ਮੈਂ ਆਪਣੇ ਘਰ ਜਾਵਾਂ, ਘਰ ਜੋ ਉਹਦਾ ਬਣ ਗਿਆ, ਉਹਨੂੰ ਉਹ ਪਿੰਡ ਬਗਾਨਾ ਲੱਗਦਾ, ਘਰ ਵੀ ਬਗਾਨਾ ਲੱਗਦਾ, ਪਿੰਡ ਵੀ ਬਗਾਨਾ ਲੱਗਦਾ। ਪਿੰਡ ਦੀ ਤਾਂ ਫਿਰ ਵੀ ਖੈਰ ਮਨਾਉਂਦੀ ਹੈ, ਸੁੱਖ ਮਨਾਉਂਦੀ ਹੈ। ਉਹਦਾ ਨਹੀਂ ਜੀ ਲੱਗਦਾ, ਠੀਕ ਆ ਗੱਲ ਹੈ, ਪਰ ਪਿੰਡ ਦੀ ਇਹ ਥੋੜ੍ਹੀ ਕਹਿੰਦੀ ਵੀ ਪਿੰਡ ਨਸ਼ਟ ਹੋ ਜਾਵੇ। ਵੀਰ ਦੀ ਨਗਰੀ ਤਾਂ ਕਹਿੰਦੀ ਹੈ ਸੁਖੀ ਵਸੇ, ਵੀਰਾ ਤੇਰੀ ਨਗਰੀ, ਸੰਸਾਰ ਸੁਖੀ ਵਸੇ। ਇਹੀ ਇੱਛਾ ਭਗਤਾਂ ਦੀ ਹੈ, ਜਿਉਂਦਿਆਂ ਦੀ ਵੀ ਹੈ, ਬਾਅਦ ਦੇ ਵਿੱਚ ਇਹੀ ਹੈ, ਸੁਖੀ ਵਸੇ, ਸੰਸਾਰ ਸੁਖੀ ਵਸੇ। ਸੁਖੀ ਵਸਣ ਖਾਤਰ ਉਪਦੇਸ਼ ਕੀਤਾ ਸੰਸਾਰ ਨੂੰ। ਤੁਸੀਂ ਕਿਵੇਂ ਸੁਖੀ ਬਸ ਸਕਦੇ ਹੋ, ਇਹੀ ਦੱਸ ਰਹੀ ਹੈ ਗੁਰਬਾਣੀ। ਤੁਹਾਨੂੰ ਕਿਵੇਂ ਸੁੱਖ ਹੋ ਸਕਦਾ, ਵਧੀਆ ਤੋਂ ਵਧੀਆ ਸੁੱਖ ਕਿਵੇਂ ਹੋ ਸਕਦਾ, ਇਹ ਤਾਂ ਫਾਰਮੂਲਾ ਦੱਸਿਆ। ਆਪੇ ਤੋਂ ਵਧੀਆ ਸੁੱਖ ਚਾਹੀਦਾ, ਜੇ ਉੱਥੇ ਜਾਣਾ ਉਹ ਵੀ ਦੱਸਦਾ। ਇਹ ਤੋਂ ਜ਼ਿਆਦਾ ਸੁੱਖ ਲੈਣਾ ਉਹ ਵੀ ਦੱਸਦਾ। ਉਹ ਤੁਹਾਡੀ ਮਰਜ਼ੀ ਹੈ, ਜ਼ਿਆਦਾ ਲੈਣਾ ਕਿ ਇੱਥੇ ਸੁੱਖ ਲੈਣਾ, ਇਹ ਗੱਲ ਕਰ ਰਹੀ ਹੈ ਗੁਰਬਾਣੀ। ਚਰਿਤਰਾਸਤਰ ਛੁੱਟੇ ਕੀ ਮੋਹਾਸਤਰ ਜੁਟੇ। ਚਰਿਤਰਾਸਤਰ, ਇੱਥੇ ਤਾਂ ਤਰ੍ਹਾਂ ਤਰ੍ਹਾਂ ਦੇ ਅਸਤਰ ਨੇ, ਤਰ੍ਹਾਂ ਤਰ੍ਹਾਂ ਦੇ ਬੰਦੇ ਨੇ। ਚਰਿਤਰਾਸਤਰ ਛੁੱਟੇ, ਚਰਿੱਤਰ ਤੇ ਉਂਗਲੀ ਉੱਠਣ ਲੱਗ ਗਈ ਇੱਕ ਦੂਏ ਦੇ, ਉਹ ਵੀ ਉੱਠੂਗੀ। ਜੇ ਤੂੰ ਜੋਗੀ ਹੈ, ਤੂੰ ਕਹਿਣਾ ਮੈਂ ਮਾਇਆ ਛੱਡਤੀ, ਕਹਿੰਦੇ ਮਾਇਆ ਤਾਂ ਹੀ ਛੱਡਦੀ, ਤੈਨੂੰ ਮਾਇਆ ਨੇ ਨਹੀਂ ਛੱਡਿਆ। ਚਰਿੱਤਰ ਅਸਤਰ ਹੈ। ਆਪਾਂ ਦਾਇਰੇ 'ਚ ਰਹਿ ਕੇ ਗੱਲ ਕਰਨੀ ਹੈ ਨਾ, ਬਈ ਤੂੰ ਭਾਈ ਮਾਇਆ ਨੂੰ ਛੱਡ ਦਿੱਤਾ ਜ਼ਰੂਰ, ਪਰ ਮਾਇਆ ਨੇ ਤੈਨੂੰ ਨਹੀਂ ਛੱਡਿਆ। ਸਮਝਿਆ ਨਹੀਂ? ਮਰਕਟ ਮੁਸ਼ਤੀ ਨਾਜਕੀ ਮਨ ਬੌਰਾ ਰੇ ਲੀਨੀ ਹੱਥ ਪਸਾਰ। ਬਾਲਰ ਨੇ ਮੁੱਠੀ ਤਾਂ ਭਾਲੀ ਨਾਚ ਦੀ, ਛੂਟਣ ਕੋ ਸੰਸਾ ਪਰਾ ਨਾਚੇ ਕਰ ਕਰ ਬਾਹਰ। ਹੁਣ ਮੁੱਠੀ ਛੱਡਦਾ ਨਹੀਂ, ਕਰ ਕਰ ਨੱਚਣਾ ਪਊਗਾ ਹੀ। ਇਹ ਉਹਦਾ ਚਰਿੱਤਰ ਦੇ ਉੱਤੇ ਕੀਤਾ ਹੈ। ਚਰਿੱਤਰ ਅਸਤਰ ਛੁੱਟੇ, ਚਰਿੱਤਰ ਅਸਤਰ ਹੈ, ਇਹ ਤੇਰੀ ਗਲਤੀ ਹੈ। ਮੋਹਾਸਤਰ ਜੁਟੇ, ਮੋਹ ਅਸਤਰ ਜੁਟੇ।
ਮੋਹ ਹੈ ਨਾ, ਉਹ ਮੋਹ ਹੈ ਮਾਇਆ ਨਾਲ। ਮੋਹ ਕਰਕੇ ਜਿਹੜਾ ਮੋਹ ਦੀ ਕਮਜ਼ੋਰੀ ਹੈ, ਮੋਹ ਇੱਕ ਮੋਹ ਦੇ ਨਾਲ ਚਰਿੱਤਰ ਦਾ ਸੰਬੰਧ ਹੈ। ਹਾਂ, ਚਰਿੱਤਰ ਛੁੱਟੇ ਛੁੱਟੇ ਮੋਹਾ ਅਸਤਰ ਜੁਟੇ। ਮੋਹ ਅਸਤਰ ਛੁੱਟੇ, ਮੋਹ ਦੇ ਅਸਤਰ ਨਾਲ ਜੁੜ ਗਏ, ਇਹਦੇ ਮੋਹ ਦੇ ਨਾਲ ਜੁੜ ਗਏ। ਚਰਿੱਤਰ ਮੋਹ ਨਾਲ ਹੈ, ਜਿਵੇਂ ਬਹੁ ਪਰਪੰਚ ਕਰ ਪਰਤਰ ਲਿਆ ਵਾ ਸੁਦਾਰਾ ਸੋ, ਫਿਰ ਕੀ ਮੋਹ ਨਹੀਂ ਹੈ ਉੱਥੇ। ਔਰ ਚਰਿੱਤਰ ਵੀ ਇਹ ਦੋ ਚੀਜ਼ਾਂ ਇਕੱਠੀਆਂ ਹੀ ਨੇ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੜਾ ਤੇਰੇ ਆਹ ਦੋ ਅਸਤਰ ਇਕੱਠੇ ਹੀ ਨੇ ਇੱਥੇ, ਹੈ ਨਾ ਇਕੱਠੇ ਹੀ। ਜੇ ਮੋਹ ਹੈ ਠੱਗੀ ਤਾਂ ਮਾਰਦਾ, ਧਰਮ ਤੋਂ ਵੀ ਗਿਰਦਾ, ਮੋਹ ਨੇ ਮਾਰ ਲਿਆ। ਉਹ ਮੋਹ ਅਸਤਰ ਦਾ ਜੁਟਿਆ ਹੋਏ ਨੇ ਜਿਹੜੇ ਮੋਹ ਅਸਤਰ ਚਲਾਉਂਦੇ ਸੀ ਨਾ ਪਹਿਲਾਂ, ਉਹ ਚਰਿੱਤਰਹੀਨ ਹੋ ਗਏ। ਫਿਰ ਚਰਿੱਤਰ ਅਸਤਰ ਛੁੱਟੇ ਦਾ ਚਰਿੱਤਰ, ਉਹ ਐਸੇ ਅਸਤਰ ਅੰਦਰੋਂ ਛੁੱਟੇ, ਚਰਿੱਤਰਹੀਨ ਕਰਤਾ ਤੈਨੂੰ। ਇਹ ਦੂਏ ਦਾ ਚਰਿੱਤਰ ਨਹੀਂ ਖਤਮ ਕਰਦੇ, ਪਹਿਲਾਂ ਆਪਣਾ ਕਰਦੇ ਨੇ। ਚਰਿੱਤਰ ਅਸਤਰ ਜਦ ਛੁੱਟੂਗਾ, ਪਹਿਲਾਂ ਆਪਣਾ ਛੁੱਟਣ ਵਾਲੇ ਦਾ ਚਰਿੱਤਰ ਗਿਆ, ਜਿਹਦੇ ਹੱਥ 'ਚ ਪਹਿਲਾਂ ਤਾਂ ਉਹਦਾ ਹੀ ਗਿਆ ਨਾ। ਪਹਿਲਾਂ ਤਾਂ ਅਸਰ ਉਹਦੇ ਤੇ ਹੀ ਕਰੂ ਨਾ, ਦੂਏ ਤੇ ਤਾਂ ਹੋਰ ਬਾਅਦ 'ਚ ਕਰੂਗਾ। ਇੱਕ ਪਹਿਲਾਂ ਸੰਤ ਬਣਿਆ, ਉਹਨੂੰ ਦੇਖ ਕੇ ਚੇਲੇ ਹੋ ਗਏ, ਫਿਰ ਉਹ ਵਿਗੜਿਆ ਹੋਇਆ ਸੰਤ ਹੀ ਚੇਲੇ ਵੀ ਵਿਗੜ ਗਏ। ਸੰਗਤ ਉਹ ਜਿਹੀ ਹੁਣ ਨਹੀਂ ਜਾਇਜਾ ਸੰਤ ਹੈ। ਹਾਂਜੀ, ਕਿ ਤਰਾਸ ਅਸਤਰ ਬਰਖੇ ਕੀ ਕ੍ਰੋਧਾ ਅਸਤਰ ਕਰਖੇ। ਤਰਾਸ ਅਸਤਰ ਬਰਖੇ, ਤਰਾਸ ਭੈ ਭੀਤ ਹੁੰਦਾ ਹੈ। ਤਰਾਸ ਹੈ ਨਾ, ਜਮਕੀ ਤਰਾਸ। ਦਿਨ ਸੰਭਲ ਮੁੱਠ ਬਰਖੇ ਕੀ ਕ੍ਰੋਧਾ ਅਸਤਰ ਕਰਖੇ। ਸੰਭਲ ਮੁੱਠ ਭਰੀ, ਜੇ ਜਾਣਾ ਤਿਲ ਥੋੜੜੇ। ਸੰਭਲ ਮੁੱਖ ਭਰੀ ਤਰਾਸ ਹੈ, ਵੀ ਜਮਕੀ ਤਰਾਸ ਹੈ। ਸਾਰਿਆਂ ਨੂੰ ਜਮਕੀ ਤਰਾਸ ਹੈ। ਨਫਾ ਨੁਕਸਾਨ ਹੁੰਦਾ ਉਹਦਾ ਤਰਾਸ ਹੈ, ਜੰਮਣ ਮਰਨ ਦਾ ਤਰਾਸ ਹੈ, ਜਾਸਾ ਪਜਾਸ ਦਾ ਤਰਾਸ ਹੈ। ਤਰਾਸ ਤਾਂ ਪੈਰ ਪੈਰ ਤੇ ਤਰਾਸ ਅਸਤਰ ਬਰਖਦਾ ਦਿਖਾਉਂਦੇ ਨੇ ਨਾ। ਨਰਕ ਦਾ ਨਕਸ਼ਾ ਤਰਾਸ ਅਸਤਰ ਹੈ। ਉਹ ਉਹਦਾ ਜਮ ਦਾ ਨਕਸ਼ਾ ਦਿਖਾਉਂਦੇ ਨੇ ਗੁਰਬਾਣੀ, ਉਹ ਤਰਾਸ ਅਸਤਰ ਹੈ। ਹੋਰ ਕੀ ਹੈ? ਪਛਤਾਏਗਾ ਮੂੜਿਆ या मतलब है भेख दिखायो जगत को लोगन को बस कीन अंतकाल काती कटे बास नरक मूली। तरास अस्त्र है, तरास अस्त्र है। सारे ही पे ने गुरबाणी च। क्रोधास्त्र करखे, क्रोधास्त्र करखे अब विवेक दे दसे जा रहे ने सारे शब्द। हाँ हाँ हाँ, क्रोधास्त्र करखे ਇਹਦੇ ਮੁਕਾਬਲੇ 'ਚ ਫਿਰ ਕ੍ਰੋਧ ਹੀ ਇਹਨੂੰ ਕਰ ਸਕਦਾ, ਘਟ ਸਕਦਾ। ਤਰਾਸ ਦਾ ਅਸਰ ਨੂੰ ਚੱਲ ਦੇਖਾਂਗੇ ਜਿਹੜਾ ਕੋ ਹੋਊ ਗਾਹਾਂ। ਬਸ ਤਰਾਸ ਦਾ ਅਸਰ ਨੂੰ ਕ੍ਰੋਧ ਦਾ ਅਸਰ ਘਟ ਸਕਦਾ, ਹੋਰ ਨਹੀਂ ਕੋਈ ਘਟਦਾ। ਜਾਹੂ ਦੇਖੀ ਜਾਊ ਚੱਲ, ਫਿਰ ਕੀ ਕਹੋਗੇ ਤੁਸੀਂ ਉਹਨੂੰ ਜਿਹੜਾ ਕਹਿੰਦਾ ਜਾਹੂ ਦੇਖੀ ਜਾਊ? ਪਰ ਹੁਣ ਨਹੀਂ ਅੜਦੇ, ਹੁਣ ਇਹੀ ਕੰਮ ਕਰਾਂਗੇ। ਉਹ ਤੇ ਕੋਈ ਅਸਰ ਨਹੀਂ। ਤਰਾਸ ਅਸਰ ਦਾ ਕਰੋਧ ਤੇ ਨਹੀਂ ਅਸਰ ਕੋਈ। ਕਹਿਣ ਦਾ ਮਤਲਬ ਇਹ ਹੈ, ਕ੍ਰੋਧ ਅਸਰ ਤੇ ਤਰਾਸ ਅਸਰ ਦਾ ਕੋਈ, ਉਹਨੂੰ ਉਪਦੇਸ਼ ਦਾ ਕੋਈ ਫਰਕ ਨਹੀਂ ਪੈਂਦਾ, ਕੋਈ ਭੈ ਨਹੀਂ ਉਹਨੂੰ। ਕ੍ਰੋਧ ਹੈ ਨਾ, ਕ੍ਰੋਧ ਅਕਲ ਨਹੀਂ ਕੰਮ ਕਰਦੀ। ਅਕਲ ਦੇ ਬਿਨਾਂ ਅਸਰ, ਜਿੱਥੇ ਅਕਲ ਹੈ ਨਾ ਉੱਥੇ ਹੀ ਗੁਰਬਾਣੀ ਦਾ ਅਸਰ ਹੋਣਾ। ਕ੍ਰੋਧ ਅਕਲ ਦਾ ਮਾਰਤੀ ਉਹਨੇ, ਕ੍ਰੋਧ ਨੇ ਅਕਲ ਦਾ ਡੈਡ ਕਰਤੀ, ਉੱਥੇ ਅਸਰ ਕਾਹਦਾ ਹੋਣਾ? ਤਰਾਸ ਦਾ ਅਸਰ ਤਾਂ ਅਕਲ ਤੇ ਹੁੰਦਾ, ਬੇਅਕਲ ਤੇ ਤਰਾਸ ਦਾ ਅਸਰ ਹੀ ਨਹੀਂ ਹੁੰਦਾ। ਬੇਹੋਸ਼ ਆਦਮੀ ਪਿਆ, ਫੈਕਟਰੀ ਚੱਲਦੀ ਆ ਜਾਂ ਬੰਦ ਆ, ਉਹਨੂੰ ਕੀ ਫਰਕ ਹੈ? ਉਹਨੂੰ ਸੁੱਤੇ ਪਏ ਨੂੰ ਕੀ ਹੈ? ਫੈਕਟਰੀ 'ਚ ਕੋਈ ਮਰ ਗਿਆ, ਕੋਈ ਜੰਮਿਆ, ਨੁਕਸਾਨ ਨਫਾ, ਉਹਨੂੰ ਕੀ ਫਰਕ ਹੈ? ਉਹਨੂੰ ਪਤਾ ਹੀ ਨਹੀਂ। ਜਾਗੇ ਤੇ ਪਤਾ ਲੱਗੂਗਾ। ਕ੍ਰੋਧ ਦੇ ਵਿੱਚ ਮਰਿਆ ਹੋਇਆ ਜਾਂ ਸੁੱਤਾ ਹੀ ਪਿਆ, ਉਹਨੂੰ ਨਹੀਂ ਪਤਾ ਲੱਗਦਾ ਹੁੰਦਾ। ਉਦੋਂ ਉਹਦਾ ਪਿੱਛੋਂ ਦੇਖਦਾ, ਪਿੱਛੋਂ ਦੇਖਦਾ ਵੀ ਦੱਸੋ ਹੁਣ ਦੋ ਭਾਈ ਸੀ, ਦੋਏ ਲੜਕੇ ਮਰ ਗਏ।
ਹੁਣ ਜੇ ਕਿਤੇ ਜ਼ਖਮੀ ਹੋ ਜਾਂਦੇ, ਇੱਕ ਵੱਜ ਜਾਂਦਾ, ਕਿੰਨਾ ਪਛਤਾਉਂਦੇ। ਜ਼ਮੀਨ ਤਾਂ ਇੱਥੇ ਰਹਿ ਗਈ, ਜਾਇਦਾਦ ਤਾਂ ਇੱਥੇ ਰਹਿ ਗਈ, ਸਭ ਕੁਝ ਇੱਥੇ ਰਹਿ ਗਿਆ, ਆਪਣਾ ਗਵਾ ਲਿਆ, ਸਭ ਕੁਝ ਗਵਾ ਲਿਆ। ਬਦਨਾਮੀ ਜਿਹੜੀ ਹੈ ਉਹ ਬੜੀ ਗੱਲ ਹੈ। ਗਾਉਣਾ ਦਾ ਬਚਾਉਣ ਵਾਲੀ ਤਾਂ ਗੱਲ ਖਤਮ ਹੋ ਗਈ, ਜਿਹੜਾ ਆਦਮੀ ਚਲਿਆ ਗਿਆ ਗਾਉਣਾ ਬਚਾਉਣਾ ਤਾਂ ਗੱਲ ਨਹੀਂ। ਬਦਨਾਮੀ ਕਿੰਨੀ ਹੋਈ। ਅਕਲ ਹੀ ਇਹ ਨਾ ਆਖੀ ਅਕਲ ਗਵਾਈਏ ਬਾਦ। ਅਕਲ ਸੀ ਨਾ, ਤਰੱਕੀ ਕੀਤੀ, ਲੋਕ ਕਹਿੰਦੇ ਬੜਾ ਸਿਆਣਾ ਤਰੱਕੀ ਕੀਤੀ, ਪਰ ਬਾਅਦ ਚ ਗਵਾ ਲਈ ਅਕਲ ਸਾਰੀ। ਬਾਅਦ ਜਾਤੇ ਆਪਸ ਵਿੱਚ ਭਾਈਆਂ ਚ ਬਾਦ ਹੋ ਗਿਆ, ਅਕਲ ਗਵਾਈ ਗਈ ਨਾ, ਉਹ ਨਾਸ ਕਰਤਾ ਉਹਨੇ ਕਰੋਧ ਨੇ। ਅਕਲ ਗਵਾਈਏ ਬਾਦ, ਜਿਹੜੀ ਬਾਅਦ ਦੇ ਵਿੱਚ ਗਵਾ ਲਈ ਅਕਲ, ਉਹ ਅਕਲ ਨਹੀਂ ਹੁੰਦੀ, ਉਹ ਤਾਂ ਕਾਲ ਰੂਪ ਅਕਲ ਹੈ। ਅਕਲ ਕਾਦੀ ਸੀ? ਹਾਂਜੀ। ਚੌਪਈ ਛੰਦ ਇਹ ਬਿਦ ਸ਼ਸਤਰ ਅਸਤਰ ਬਹੁ ਛੋਰੇ, ਨਿਰਪ ਵਿਵੇਕ ਕੇ ਭੱਟ ਚਕ ਝੋਰੇ, ਆਪਣ ਚਲਾ ਨਿਸਰ ਤਬ ਰਾਜਾ, ਭਾਂਤ ਭਾਂਤ ਕੇ ਬਾਜਨ ਬਾਜਾ। ਇਹ ਤਰੀਕੇ ਨਾਲ ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਬੋਲਣ ਲੱਗਿਆ, ਅਸਤਰ ਸ਼ਸਤਰ ਛੱਡੇ, ਆਵਾਜ਼ ਪੈਦਾ ਹੋ ਗਈ ਪਬਲਿਕ ਦੇ ਵਿੱਚ। ਨਿਰਪ ਵਿਵੇਕ ਕੇ ਭੱਟ ਚਕ ਝੋਰੇ, ਵਿਵੇਕ ਜਿਹੜਾ ਨਿਰਪ ਸੀ ਬੋਲ ਰਿਹਾ, ਮਸ਼ਿੰਦਰ ਨਾਥ ਨੂੰ ਉਪਦੇਸ਼ ਕਰ ਰਿਹਾ, ਵਿਵੇਕ ਹੀ ਸੀ ਨਾ ਪਾਰਸਨਾਥ ਨੂੰ, ਉਹਦੇ ਜਿਹੜੇ ਪਾਰਸਨਾਥ ਨੂੰ ਵਿਵੇਕ ਉਪਦੇਸ਼ ਕਰ ਰਿਹਾ ਸੀ ਨਾ, ਉਹਦੇ ਜਿਹੜੇ ਭੱਟ ਸੀ ਸੂਰਮੇ ਸੀ ਝਕਝੋੜ ਤੇ। ਪਾਰਸਨਾਥ ਵੀ ਤਾਂ ਗਿਆਨਵਾਨ ਬੰਦਾ ਸੀ, ਆਪਣੇ ਆਪ ਨੂੰ ਦੋਇਆ ਨੂੰ ਕੰਟਰੋਲ 'ਚ ਰੱਖੀ ਬੈਠਾ ਸੀ। ਉਹਦੇ ਅੰਦਰ ਜਿਹੜੇ ਗੁਣ ਸੇ ਸਾਰੇ ਝਕਝੋੜ ਤੇ ਜੇ ਬੋਲੀਆਂ ਬੋਲਣ ਲੱਗੇ। ਆਪਣ ਚਲਾ ਨਿਸਰ ਤਬ ਰਾਜਾ, ਭਾਂਤ ਭਾਂਤ ਕੇ ਬਾਜਨ ਬਾਜਾ। ਫਿਰ ਆਪ ਉੱਠ ਕੇ ਬੋਲਣ ਲੱਗਿਆ ਰਾਜਾ। ਹੁਣ ਤਾਂ ਸੁਣ ਰਿਹਾ ਸੀ ਨਾ, ਹੁਣ ਤਾਂ ਇਹਦਾ ਸੁਣ ਰਿਹਾ ਸੀ। ਅਸਲ 'ਚ ਵਿਵੇਕ ਨੇ ਉਹਨਾਂ ਨੂੰ ਹਵਾ ਹੀ ਦਿੱਤੀ ਹੈ ਵੀ ਬੋਲਣ। ਇਹ ਬੁਲਾਏ ਨੇ ਉਹਨੇ ਵਿਵੇਕ ਨੇ ਹਵਾ ਦੇ ਕੇ, ਇਹਨੂੰ ਪਤਾ ਲੱਗੇ, ਫਿਰ ਇਹ ਸ਼ਾਂਤ ਕਰੇ ਇਹਨਾਂ ਨੂੰ ਸਾਹਮਣੇ ਮੇਰੇ ਵੀ ਕਿੰਨੇ ਔਖੇ ਨੇ ਸ਼ਾਂਤ ਕਰਨੇ। ਫਿਰ ਰਾਜਾ ਜਦ ਬੋਲਣ ਲੱਗ ਗਏ ਆਪਸ ਵਿੱਚ ਹੀ, ਤੂੰ ਆਪਸ ਵਿੱਚ ਹੀ ਗੱਲਾਂ ਕਰਨ ਲੱਗ ਗਏ, ਬਹਿਸ ਮੁਬਾਸਾ ਹੋਣ ਲੱਗ ਗਿਆ, ਗਿਆਨ ਚਰਚਾ ਹੋਣ ਲੱਗ ਗਈ, ਭਾਂਤ ਭਾਂਤ ਕੇ ਬਾਜਨ ਬਾਜੇ, ਭਾਂਤ ਭਾਂਤ ਦੇ ਬਾਜੇ ਵੱਜਣ ਲੱਗ ਗਏ। ਫਿਰ ਰਾਜਾ ਆਪ ਉੱਠ ਕੇ ਮੈਦਾਨ 'ਚ ਆਇਆ ਉਹਨਾਂ ਨੂੰ ਚੁੱਪ ਕਰਾਉਣ ਵਾਸਤੇ। ਹੁਣ ਰਾਜੇ ਦਾ ਇਹ ਪਬਲਿਕ ਦਾ ਸੰਵਾਦ ਗਾਹਾਂ ਸ਼ੁਰੂ ਹੋਊਗਾ।